ਐਗਰੀਮੈਂਟ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਇਹਦਾ ਕੋਈ ਮਾੜਾ ਅਸਰ ਹੈ ਜਿੰਨਾ ਰੌਲਾ ਹੈ? ਇਹ ਸਮਝੌਤਾ ਬੇਸਿਕਲੀ ਜਿਹੜੀ ਪਿਛਲੇ ਸਮੇਂ ਦੇ ਵਿੱਚ ਕੇਜਰੀਵਾਲ ਹੁਣਾਂ ਨੇ ਪੰਜਾਬ ਦੇ ਅਫਸਰਾਂ ਨੂੰ ਸੱਦਿਆ ਸੀਗਾ ਜਾਂ ਹੋਰ ਗੱਲ ਹੋਈ ਸੀ, ਉੱਥੇ ਕਿੰਤੂ ਪਰੰਤੂ ਹੋਈ ਸੀ। ਇਹ ਸਮਝੌਤੇ 'ਚ ਬਹੁਤ ਕਲੀਅਰ ਲਿਖਿਆ ਵਾ ਵੀ ਮੰਤਰੀ ਵੀ ਜਾ ਸਕਦੇ ਆ, ਅਫਸਰ ਵੀ ਜਾ ਸਕਦੇ ਆ। ਇੱਕ ਵਾਰਨਿੰਗ ਬੈਲ ਹੈ ਜਿਹੜੀ ਉਹਨਾਂ ਨੇ ਪਬਲਿਕ ਦੇ ਵਿੱਚ ਸਾਡੀ ਸਾਰੀ ਕਿਸਾਨੀ ਦੀ ਜਾਂ ਪੰਜਾਬ ਨੂੰ ਇੱਕ ਕਿਸਮ ਦਾ ਉਹਨਾਂ ਨੇ ਇਨਸਲਟ ਕੀਤਾ ਹੈ। ਪ੍ਰਸ਼ਾਂਤ ਕਿਸ਼ੋਰ ਫ੍ਰੀ ਬਰਡ ਹੈ। ਬੀਜੇਪੀ ਦੀ ਕਾਮਯਾਬੀ ਉਹਦੇ ਪਿੱਛੇ ਸੰਘਦਾ ਤੇ ਉਹਨਾਂ ਦਾ ਜਿਹੜਾ ਥਿੰਕ ਟੈਂਕ ਆ ਉਹਦੇ ਲਗਾਤਾਰ ਐਫਰਟਸ, ਲਗਾਤਾਰ ਕੋਸ਼ਿਸ਼ ਨੂੰ ਦੇਖਦਾ ਹੈ। ਸਟੱਡੀ ਇਲੈਕਸ਼ਨ ਦੇ ਵਿੱਚ ਵੀ ਆਈ ਆ ਕਿ ਬੀਜੇਪੀ ਨੂੰ ਹਿੰਦੂ ਵੋਟ ਭਾਈਚਾਰੇ ਨੇ ਰਿਜੈਕਟ ਕਰਕੇ ਰੱਖ ਦਿੱਤਾ। ਬਹੁਤ ਇੰਟਰਸਟਿੰਗ ਆ ਪੰਜਾਬ। ਪਹਿਲੀ ਗੱਲ ਤਾਂ ਪੰਜਾਬ ਦੀ ਰਾਜਨੀਤੀ ਨੂੰ, ਪੰਜਾਬ ਦੇ ਸਮਾਜ ਨੂੰ ਆਪਾਂ ਹਿੰਦੂ ਸਿੱਖ ਤੋਂ ਲਾਂਭੇ ਜਾ ਕੇ ਵੇਖੀ ਨਹੀਂ, ਪਰ ਇਹ ਲਿਆਂਦਾ ਤੇ ਇਹਨਾਂ ਨਹੀਂ, ਮੈਂ ਇਹਨਾਂ ਲਿਆਂਦਾ। ਕਾਂਗਰਸ ਨੇ ਆਪਣੇ ਪੈਰਾਂ ਤੇ ਬਹੁਤ ਵੱਡੀ ਕੁਹਾੜੀ ਮਾਰੀ। ਇੱਕ ਵੱਡਾ ਲੀਡਰ ਸਿਆਸਤ ਵਿੱਚੋਂ ਪੰਜਾਬ ਨੇ ਪਿਛਾਂਹ ਸੁੱਟ ਦੁਖੀ ਹੋਣਗੇ, ਹਟ ਹੋਣਗੇ, ਇਹਦੇ ਨਾਲ ਡੀਮੋਰਲਾਈਜੇਸ਼ਨ ਵੱਧ। ਵਿਸ਼ਾਲ ਕੈਨਵਸ ਦੇ ਉੱਤੇ ਜੇ ਸਭ ਤੋਂ ਵੱਡੀ ਤਸਵੀਰ ਦਿਸਦੀ ਹੈ ਤੇ ਉਹ ਪੰਥਕ ਦਲ ਦੀ ਦਿਸਦੀ। ਇਮੇਜ ਲੋਕਾਂ ਦਾ ਅਕਾਲੀ ਦਲ ਦੇ ਵਿੱਚ ਉਹ ਬਾਬੇ, ਉਹ ਸਿਆਣੇ ਬੰਦੇ, ਉਹ ਜਿਹੜੇ ਹੁੰਦੇ ਸੀਗੇ ਮੈਚੁਰ ਬੰਦੇ ਜਿਨ੍ਹਾਂ ਦੇ ਲੋਕੀ ਲਾਗੇ ਹੁੰਦੇ ਤੁਰੇ ਜਾਂਦੇ ਸੀ। ਉਹ ਜਾਣ ਡਿਆ ਹੁੰਦਾ ਤੇ ਧੀ ਭੈਣ ਨੂੰ ਕਹਿੰਦੇ ਵੀ ਤੁਸੀਂ ਨਾ ਇਹ ਨਾਲ ਚੱਲ ਜਾ, ਉੱਥੇ ਟਾਂਗੇ ਤੇ ਬਹਿ ਜੂਗੀ ਜਾਂ ਅੱਡੇ ਤੇ ਬਹਿ ਜੂਗੀ। ਜਿਹੜੇ ਪਿਛਲੇ ਸਮੇਂ 2007 ਤੋਂ ਬਾਅਦ ਇਹਨਾਂ ਨੇ ਅਕਾਲੀ ਦਲ ਦੇ ਵਿੱਚ ਫੌਜ ਲਿਆਂਦੀ ਆ ਹੈ, ਜਿਸ ਕਿਸਮ ਦੀ ਭਰਤੀ ਕੀਤੀ ਉਹ ਕਿਹੜੀ ਸੀਗੀ? ਮੈਨੂੰ ਲੱਗਦਾ ਹੈ ਕਿ ਡੇ 1 ਦੇ ਉੱਤੋਂ ਇਹਨਾਂ ਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ ਸੀ, ਬਿਨਾਂ ਕਿਸੇ ਹਿਜਕ ਦੇ, ਬਿਨਾਂ ਕਿਸੇ ਝਿਜਕ ਦੇ। ਪਰ ਇਹਨਾਂ ਦਾ ਸਭ ਤੋਂ ਵੱਡਾ ਕ੍ਰਾਈਸਿਸ ਇਹ ਹੈ ਵੀ ਰਿਜ਼ਾਈਨ ਕਰਨ ਕਿਨੂੰ? ਅਗਲੇ ਪਾਸੇ ਕੌਣ ਬੈਠਾ? ਅਕਾਲੀ ਦਲ ਨੂੰ ਕੌਣ ਰੋਕਦਾ ਕਿ ਤੁਸੀਂ ਸ਼ੈਡੋ ਕੈਬਨਿਟ ਨਾ ਬਣਾਓ? ਹਾਂ, ਤੁਸੀਂ ਪੈਰਲਲ ਬਣਾਓ ਉਹਦੇ ਵਿੱਚੋਂ, ਪਰ ਕੰਸਟਰਕਟਿਵ ਜਿਹੜਾ ਉਹਦਾ ਕ੍ਰਿਟਿਸਿਜ਼ਮ ਕਰੋ। ਸਵਾਗਤ, ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ। ਸਵਾਗਤ ਹੈ ਸਰ। ਥੈਂਕ ਯੂ। ਅੱਜ ਅਸੀਂ ਜਿਹੜੇ ਮਾਮਲੇ ਲਵਾਂਗੇ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਕਿ ਸ਼ੋਰ ਬਹੁਤ ਆ। ਐਗਰੀਮੈਂਟ ਕੇਜਰੀਵਾਲ ਔਰ ਭਗਵੰਤ ਮਾਨ 'ਚ ਹੋਇਆ, 2 ਸਟੇਟਾਂ 'ਚ ਹੋਇਆ। ਆਖਰ ਇਹਦੇ ਵਿੱਚ ਐਡੀ ਪਰੇਸ਼ਾਨੀ ਕੀ ਹੈ ਕਿ ਸਾਰੀਆਂ ਪਾਰਟੀਆਂ ਪੱਬਾਂ ਭਾਰ ਹੋ ਕੇ ਇਹਨੂੰ ਕੰਡੈਮ ਕਰ ਰਹੀਆਂ ਕਿ ਭਗਵੰਤ ਮਾਨ ਨੇ ਪੈਰਾਂ 'ਚ ਰੱਖਤਾ ਕੇਜਰੀਵਾਲ ਦੇ ਪੰਜਾਬ। ਦੂਜੀ ਗੱਲ ਕਿ ਪ੍ਰਸ਼ਾਂਤ ਕਿਸ਼ੋਰ ਨਿਬੜ ਗਏ ਸਮੇਂ ਸਿਰ ਹੀ। ਪ੍ਰਸ਼ਾਂਤ ਕਿਸ਼ੋਰ ਆਖਿਰ ਕਾਂਗਰਸ ਨੂੰ ਨਾ ਕਿਉਂ ਕਰ ਗਏ? ਇਹਦੇ ਅੰਦਰ ਦੀਆਂ ਕੀ ਗੱਲਾਂ ਨੇ ਉਹਦੇ ਤੇ ਪ੍ਰੋਫੈਸਰ ਸਾਹਿਬ ਤੋਂ ਸਮਝਣ ਦਾ ਯਤਨ ਕਰਾਂਗੇ, ਕਿਉਂਕਿ ਇਹ ਵੀ ਬੜਾ ਰੌਲਾ ਸੀ ਕਿ ਹੁਣ ਇਹ ਬੇੜੀ ਪਾਰ ਪ੍ਰਸ਼ਾਂਤ ਕਿਸ਼ੋਰ ਨੇ ਲਾਉਣੀ ਹੈ। ਤੀਜਾ ਮਾਮਲਾ, ਸੁਨੀਲ ਜਾਖੜ ਨੂੰ ਬਾਹਰ ਦਾ ਰਸਤਾ ਵਿਖਾ ਕੇ ਆਖਿਰ ਕਾਂਗਰਸ ਫਾਇਦੇ 'ਚ ਹੈ ਜਾਂ ਹਿੰਦੂ ਵੋਟ ਦੇ ਨਜ਼ਰੀਏ ਤੋਂ ਜਿਹੜਾ ਨੁਕਸਾਨ ਉਹ ਪਹਿਲਾਂ ਝੱਲ ਚੁੱਕੇ ਆ ਦਲਤ ਪੱਤਾ ਖੇਡ ਕੇ, ਹੁਣ ਉਹ ਅਗਲਾ ਕਿਹੜਾ ਰਾਹ ਫੜਨਾ ਚਾਹੁੰਦੇ? ਤੇ ਚੌਥਾ ਮਾਮਲਾ, ਕੱਲ ਅਸੀਂ ਗੱਲ ਕੀਤੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਸਥਿਤੀ ਦੀ। ਅੱਜ ਭਾਵੇਂ ਸੁਖਬੀਰ ਸਿੰਘ ਬਾਦਲ ਹਮਲਾਵਰ ਸੀਗੇ ਭਗਵੰਤ ਮਾਨ ਤੇ ਮੌਜੂਦਾ ਸਰਕਾਰ ਦੇ ਖਿਲਾਫ, ਪਰ ਇੱਕ ਗਰਾਊਂਡ ਰਿਐਲਿਟੀ ਇਹ ਆ ਕਿ ਅਕਾਲੀ ਦਲ ਬਹੁਤ ਵੱਡੀ ਧਿਰ ਹੋਣ ਦੇ ਬਾਵਜੂਦ ਮਹੀਨਾ ਡੇਢ ਮਹੀਨਾ ਇੰਜ ਲੱਗਿਆ ਜਿਵੇਂ ਉਹ ਗੈਰ ਸਰਗਰਮ ਹੋ ਗਿਆ ਹੋਵੇ। ਉਦਾਸੀਨਤਾ ਵਰਗੀ ਸਥਿਤੀ ਦਾ ਜ਼ਿਕਰ ਬਾਰ-ਬਾਰ ਹੋਇਆ। ਸੋ ਪ੍ਰੋਫੈਸਰ ਸਾਹਿਬ, ਪੰਜਾਬ ਦੀ ਰਾਜਨੀਤੀ ਬੇਹੱਦ ਸਰਗਰਮ ਹੈ। ਵੱਡੇ ਬਦਲਾਅ ਤੋਂ ਬਾਅਦ ਜਿੰਨੀ ਆਲੋਚਨਾ ਇਸ ਸਰਕਾਰ ਦੀ ਹੋ ਰਹੀ ਆ, ਮੇਰਾ ਖਿਆਲ ਹੈ ਐਸਾ ਉਹਨਾਂ ਨੇ ਕੁਝ ਵੀ ਨਹੀਂ ਕੀਤਾ, ਮੈਨੂੰ ਲੱਗਦਾ ਹੈ ਜਿੱਥੇ ਉਹਨਾਂ ਨੂੰ ਕਟਹਿਰੇ 'ਚ ਖੜਾ ਕੀਤਾ ਜਾਵੇ। ਪਰ ਕੇਜਰੀਵਾਲ ਔਰ ਭਗਵੰਤ ਮਾਨ ਦੇ ਜਿਹੜੇ ਰਿਲੇਸ਼ਨਸ ਨੇ ਸਟੇਟ ਵਾਈਜ਼, ਮੈਂ ਨਿੱਜੀ ਨਾ ਇਹਨਾਂ ਨੂੰ ਕੋਈ ਸਮਝ ਲਵੇ, ਜਿਹੜੇ ਇਹ ਰਿਸ਼ਤੇ ਨੇ ਜਿਹਦੇ ਵਿੱਚ ਦਿੱਲੀ ਪੰਜਾਬ ਨੂੰ ਡਿਕਟੇਟ ਕਰਦੀ ਨਜ਼ਰ ਆਉਂਦੀ ਆ, ਇਹਦਾ ਪ੍ਰਚਾਰ ਬੜਾ ਜ਼ੋਰ ਤੇ ਹੈ। ਇਸ ਐਗਰੀਮੈਂਟ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਇਹਦਾ ਕੋਈ ਮਾੜਾ ਅਸਰ ਹੈ ਜਿੰਨਾ ਰੌਲਾ ਹੈ? ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਗਲਾਸ ਅੱਧਾ ਭਰਿਆ ਅੱਧਾ ਖਾਲੀ, ਉਹਨੂੰ ਕਿਸ ਨਜ਼ਰੀਏ ਨਾਲ ਵੇਖਣਾ। ਜਦੋਂ ਜੇ ਰਾਜਨੀਤੀ ਕਰਨੀ ਆ ਤਾਂ ਰਾਜਨੀਤੀ ਕਰਨ ਵਾਲਿਆਂ ਦੇ ਆਪਣਾ ਇੱਕ ਤਰਕ ਹੈਗਾ ਕਿ ਜਿੱਦਾਂ ਕਹਿੰਦੇ ਪੰਜਾਬ ਦਿੱਲੀ ਦੇ ਪੈਰਾਂ ਦੇ ਵਿੱਚ ਡਿੱਗ ਪਿਆ। ਮੈਨੂੰ ਇੱਦਾਂ ਲੱਗਦਾ ਨਹੀਂ ਹੈਗਾ। ਦੇਖੋ, ਪੰਜਾਬ ਦੇ ਲੋਕਾਂ ਦੀਆਂ ਭਗਵੰਤ ਮਾਨ ਸਰਕਾਰ ਤੋਂ ਬਹੁਤ ਵੱਡੀਆਂ ਆਸਾਂ ਹੈ। ਔਰ ਤੁਸੀਂ ਦੇਖਿਆ ਕਿ ਜਿਹੜੇ ਪਿਛਲੀ ਇਲੈਕਸ਼ਨ ਦੇ ਵਿੱਚ 2 ਵੱਡੇ ਮੁੱਦੇ ਜਿਹੜੇ ਉਹ ਸਾਹਮਣੇ ਸੀ, ਇੱਕ ਸੀ ਡਿਵੈਲਪਮੈਂਟ ਦਾ ਸੀ, ਇੱਕ ਬਦਲਾਵ ਦਾ ਸੀਗਾ। ਬਦਲਾਵ ਤਾਂ ਹੋ ਗਿਆ, ਜਿਹੜਾ ਟੈਕਨੀਕਲ ਬਦਲਾਵ ਹੋ ਗਿਆ। ਹੁਣ ਬਦਲਾਵ ਜਿਹੜਾ ਵਾ ਜ਼ਮੀਨ ਦੇ ਉੱਤੇ ਦਿਖਾਈ ਦੇਣਾ ਚਾਹੀਦਾ ਹੈ। ਔਰ ਉਸ ਬਦਲਾਵ ਦੀਆਂ ਜਿਹੜੀਆਂ 2 ਵੱਡੀਆਂ ਧਿਰਾਂ ਹੈਗੀਆਂ ਵਾ, ਉਹ ਇੱਕ ਹੈਗੀ ਆ ਸਿੱਖਿਆ ਵਾ, ਇੱਕ ਹੈਗੀ ਆ ਸਿਹਤ ਹੈਗੀ ਆ।
ਔਰ ਮੈਨੂੰ ਲੱਗਦਾ ਕਿ ਜਿਹੜਾ ਖਾਸ ਕਰਕੇ ਜਿਹੜਾ ਭਗਵੰਤ ਮਾਨ ਉਹਨਾਂ ਦਾ ਦਿੱਲੀ ਦੌਰਾ ਹੈ ਉਹਦੇ ਵਿੱਚ ਜਿਹੜਾ ਫੋਕਸ ਦੱਸਿਆ ਗਿਆ ਸੀਗਾ ਕਿ ਉਹ ਸਿੱਖਿਆ ਤੇ ਸਿਹਤ ਹੀ ਸੀਗਾ। ਔਰ ਇਹ ਠੀਕ ਆ ਕਿ ਪਿਛਲੇ ਲੰਮੇ ਸਮੇਂ ਦੇ ਵਿੱਚ ਜਿਹੜਾ ਇੱਕ ਇਮੇਜ ਦੇ ਕੇ ਦਿੱਲੀ ਦੇ ਵਿੱਚ ਇਹ ਠੀਕ ਵੀ ਗੱਲ ਹੈਗੀ ਆ ਵੀ ਉੱਥੇ ਸਿੱਖਿਆ ਖਾਸ ਕਰਕੇ ਜਿਹੜੇ ਪਬਲਿਕ ਸਕੂਲਸ ਹੈਗੇ ਆ ਉਹਨਾਂ ਦੇ ਵਿੱਚ ਉਹਨਾਂ ਦੀ ਲੋਕਾਂ ਦੀ ਗਿਣਤੀ ਵਧੀ ਆ, ਉਹਨਾਂ 'ਚ ਸੁਧਾਰ ਹੋਇਆ, ਉੱਥੇ ਇਨਫਰਾਸਟ੍ਰਕਚਰ ਬਣਿਆ ਵਾ, ਉੱਥੇ ਪਿਛਲੇ ਸਮੇਂ ਦੇ ਨਾਲੋਂ ਕਾਫੀ ਜ਼ਿਆਦਾ ਸੁਧਾਰ ਹੋਇਆ। ਪੰਜਾਬ ਦੇ ਵਿੱਚ ਸਿੱਖਿਆ ਜਿਹੜੀ ਹੈਗੀ ਖਾਸ ਕਰਕੇ ਆਪਾਂ ਜੇ ਖਾਸ ਕਰਕੇ ਪਬਲਿਕ ਸਿੱਖਿਆ ਦੀ ਗੱਲ ਕਰਦੇ ਹਾਂ, ਪਬਲਿਕ ਸਿੱਖਿਆ ਦੇ ਵਿੱਚ ਪਿਛਲੇ ਬਹੁਤ ਲੰਮੇ ਸਮੇਂ ਤੋਂ ਖਾਸ ਕਰਕੇ 40 ਸਾਲਾਂ ਤੋਂ ਨਿਗਾਰ ਹੀ ਨਿਗਾਰ ਹੈ। ਬਹੁਤਾ ਪਬਲਿਕ ਤੋਂ ਭਾਵ ਤੁਹਾਡਾ ਸਰਕਾਰੀ ਮੈਂ ਜਿਹੜੀ ਪ੍ਰਾਈਵੇਟ ਸਿੱਖਿਆ ਉਹ ਹੈਗੀ ਆ ਕਿ ਜਦੋਂ ਇਹ ਪ੍ਰਾਈਵੇਟ ਜਿਹੜਾ ਪੈਰਲਲ ਸਿਸਟਮ ਖੜਾ ਹੋਇਆ, ਜਦੋਂ ਸਰਕਾਰੀ ਤੰਤਰ, ਸਰਕਾਰੀ ਸਕੂਲ, ਸਰਕਾਰੀ ਐਜੂਕੇਸ਼ਨ ਇੰਸਟੀਟਿਊਸ਼ਨਸ ਜਾਂ ਸਰਕਾਰੀ ਹਸਪੀਟਲ ਨੂੰ ਨਗਲੈਕਟ ਕੀਤਾ ਜਾਂਦਾ, ਇਗਨੋਰ ਕੀਤਾ ਜਾਂਦਾ, ਤਾਂ ਨੈਚੁਰਲੀ ਉਹਦੇ ਪੈਰਲਲ ਦੇ ਵਿੱਚੋਂ ਜਿਹੜਾ ਵਾ ਉਹ ਪ੍ਰਾਈਵੇਟ ਸਕੂਲ ਜਿਹੜੇ ਨਿਕਲਦੇ ਆ। ਅਸੀਂ 70s ਦੇ ਵਿੱਚ ਸਕੂਲਿੰਗ ਹੋਈ ਸਾਡੀ, ਅਸੀਂ ਬੜੇ ਉਸ ਸਮੇਂ ਦੇ ਵਿੱਚ ਕਾਲਜ ਵੀ ਗਏ ਆ, ਉਦੋਂ ਸਾਨੂੰ ਕਿਤੇ ਪ੍ਰਾਈਵੇਟ ਸਕੂਲ ਹੁੰਦਾ ਨਹੀਂ ਸੀ। ਜਿਹੜੇ ਪ੍ਰਾਈਵੇਟ ਸਕੂਲ ਹੁੰਦੇ ਸੀ ਉਹ ਏਡਡ ਹੁੰਦੇ ਸੀਗੇ। 80s ਦੇ ਜਿਹੜਾ ਦਹਾਕੇ ਦੇ ਵਿੱਚ ਇਹ ਕੰਮ ਸ਼ੁਰੂ ਹੋਇਆ, 90s 'ਚ ਲਿਬਰਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ ਸਾਰੀਆਂ ਗੱਲਾਂ ਆ ਗਈਆਂ, ਇਹ ਪੈਰਲਲ ਸ਼ੁਰੂ ਹੋ ਗਿਆ। ਔਰ ਪੰਜਾਬ ਦੇ ਵਿੱਚ ਤਾਂ ਅਸੀਂ ਦੇਖਿਆ ਕਿ ਪਿਛਲੇ 30 ਸਾਲ ਦੇ ਉੱਤੋਂ ਇਹ ਚੀਜ਼ ਨਗਲੈਕਟਡ ਰਹੀ ਕਿ ਜਿਹਦੇ ਵਿੱਚ ਹਾਲਾਤ ਇੰਨੇ ਬੁਰੇ ਹੋ ਗਏ ਕਿ ਜਿਹੜੇ ਪ੍ਰਾਈਵੇਟ ਇੰਸਟੀਚਿਊਟ ਸੀ, ਖਾਸ ਕਰਕੇ ਮੈਨੂੰ PTU ਜਿਹੜਾ ਹੈਗਾ ਤੁਹਾਡੀ ਯੂਨੀਵਰਸਿਟੀ ਹੈਗੀ ਆ, ਜਾਂ ਕਿਸੇ ਸਮੇਂ ਜਿਹੜੇ BEd ਇੰਸਟੀਚਿਊਟਸ ਹੈਗੇ ਆ, ਉਹ ਇੱਕ ਸਮੇਂ ਦੇ ਵਿੱਚ ਸਰਕਾਰ ਨੂੰ ਨੀਤੀ ਬਣਾਉਣ ਲਈ ਡਿਕਟੇਟ ਵੀ ਕਰਦੇ ਨਜ਼ਰ ਆਏ। ਬਿਲਕੁਲ। ਔਰ ਜਿਸ ਤਰੀਕੇ ਦੇ ਨਾਲ ਜਿਹੜਾ ਹੁਣ ਵਰਡ ਯੂਜ਼ ਕੀਤਾ ਜਾਂਦਾ, ਮੈਂ ਉਹ ਆਪਣੀ ਅੱਖੀ ਵੇਖਿਆ ਕਿ ਕਿਸ ਤਰੀਕੇ ਦੇ ਨਾਲ ਸਰਕਾਰ ਦੇ ਹੁਕਮਾਂ ਦੇ ਬਾਵਜੂਦ, ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਵੀ ਉਹ ਦਾਖਲੇ ਕਰਦੇ ਸੀਗੇ ਜਾਂ ਕਿਸ ਤਰੀਕੇ ਨਾਲ ਉਹਨੂੰ ਸਾਰਾ ਮੈਨੇਜ ਕਰਦੇ ਸੀ। ਤਾਂ ਇਹਦੇ ਨਾਲ ਕੀ ਹੋਇਆ ਕਿ ਤਾਂ ਵਿਦਿਆ ਬਹੁਤ ਮਹਿੰਗੀ ਹੋ ਗਈ। ਦੂਸਰਾ ਇਹ ਹੋਇਆ ਕਿ ਦੋ ਕਿਸਮ ਦੀ ਵਿਦਿਆ ਹੋ ਗਈ, ਇੱਕ ਖਾਂਦੀ ਪੀਂਦੀ ਲੋਕਾਂ ਵਾਸਤੇ ਤੇ ਇੱਕ ਸਧਾਰਨ ਲੋਕਾਂ ਵਾਸਤੇ। ਵੱਡੀ ਗਿਣਤੀ ਜਿਹੜੀ ਸੀਗੀ ਉਹ ਜਿਹੜੀ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੀ ਹੈਗੀ ਹੈ ਉੱਥੋਂ ਤੱਕ ਹੀ ਰਹਿ ਗਈ, ਉਹਨਾਂ ਦੀ ਹਾਲਤ ਬਹੁਤ ਮਾੜੀ ਸੀਗੀ। ਤਾਂ ਖਾਸ ਕਰਕੇ ਇਸ ਸਰਕਾਰ ਨੂੰ ਜਿਹੜੀ ਹਮਾਇਤ ਮਿਲੀ ਆ ਉਹ ਥੱਲੜੇ ਸੈਕਸ਼ਨ ਦੀ, ਕਿਸਾਨਾਂ ਦੇ ਛੋਟਾ ਜਿਹੜਾ ਹੈਗਾ ਖਾਸ ਕਰਕੇ ਛੋਟਾ ਤੇ ਬੇਜ਼ਮੀਨਾ ਕਿਸਾਨ ਆ, ਉਹਦੇ ਵਿੱਚੋਂ ਖਾਸ ਮੋਰ ਦੈਨ ਚੌਥੇ ਮਤਲਬ 4/5 ਦੀ ਹਮਾਇਤ ਜਿਹੜੀ ਹੈ ਇਹਨੂੰ ਮਿਲੀ ਆ। ਤਾਂ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਜੇ ਉੱਥੋਂ ਕੋਈ ਗਾਈਡੈਂਸ ਲੈਂਦੇ ਆ, ਜੇ ਉੱਥੋਂ ਕੋਈ ਟੈਕਨੀਕਲ ਅਸਿਸਟੈਂਸ ਮਿਲਦੀ ਆ, ਹਾਂ ਇਹ ਗੱਲ ਸਵਾਲ ਜ਼ਰੂਰ ਬਣਦਾ ਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਵੀ ਬੁੱਧੀਜੀਵੀ ਸੀ ਕਿ ਉਹਨਾਂ ਨੂੰ ਆਪਣੇ ਕੌਨਫੀਡੈਂਸ ਦੇ ਵਿੱਚ ਲਿਆ, ਪੰਜਾਬ ਦੇ ਵਿੱਚ ਹੀ ਸਿੱਖਿਆ ਸ਼ਾਸਤਰੀ ਸੀ, ਉਹਨਾਂ ਨੂੰ ਆਪਣੇ ਕੌਨਫੀਡੈਂਸ ਲਿਆ, ਜਾਂ ਪੰਜਾਬ ਦੇ ਵਿੱਚ ਵੀ ਖਾਸ ਕਰਕੇ ਹੈਲਥ ਦੇ ਨਾਲ ਬਹੁਤ ਜਿਹੜੇ ਐਕਸਪਰਟ ਹੈਗੇ ਆ, ਜਿਹੜੇ ਪੰਜਾਬ ਦੇ ਪਬਲਿਕ ਸਿਸਟਮ ਨੂੰ ਸਟਰੈਂਥਨ ਕਰਨ ਵਾਸਤੇ ਮਦਦ ਕਰ ਸਕਦੇ ਆ। ਮੇਰਾ ਖਿਆਲ ਹੈ ਵੀ ਸਮਝੌਤਿਆਂ 'ਚ ਕੋਈ ਨੁਕਸਾਨ ਨਹੀਂ ਹੈ, ਅਸਿਸਟੈਂਸ ਲੈਣ ਦੀ ਕੋਈ ਨੁਕਸਾਨ ਨਹੀਂ ਹੈ। ਇਹ ਸਮਝੌਤੇ ਕੋਈ ਲੀਗਲ ਬਾਈਂਡਿੰਗ ਨਹੀਂ ਹੈ। ਤੁਸੀਂ ਵੇਖੋ ਨਾ, ਇੱਕ ਉਹਦੀ ਟਰਮ ਹੈਗੀ ਵੀ ਲੀਗਲ ਬਾਈਂਡਿੰਗ ਨਹੀਂ ਹੈਗੀ ਉਹਦੇ ਵਿੱਚੋਂ। ਇਹ ਮਿਊਚੁਅਲ ਜਿਹੜੀ ਇੱਕ ਦੂਜੇ ਦਾ ਜਿਹੜਾ ਹੈਗਾ ਕੀ ਉਹਨੂੰ ਕਹਿੰਦੇ ਆ ਵੀ ਇੱਕ ਦੂਜੇ ਦੀ ਹੈਲਪ ਕਰਨ ਵਾਲੀ ਗੱਲ। ਮੇਰਾ ਕਹਿਣ ਤੋਂ ਭਾਵ ਹੈ ਇਸ ਤਰੀਕੇ ਦੇ ਸਮਝੌਤੇ ਇਸ ਮੌਜੂਦਾ ਹਾਲਾਤ ਦੇ ਵਿੱਚ ਜਿਸ ਕਿਸਮ ਦੀ ਸਾਡੀ ਦੇਸ਼ ਦੀ ਰਾਜਨੀਤੀ ਆ, ਜੇ ਇੱਕ ਸਟੇਟ ਦੂਸਰੀ ਸਟੇਟ ਦੇ ਨਾਲ ਸਮਝੌਤੇ ਕਰਦਾ ਹੈ ਜਾਂ ਉਹਦੇ ਨਾਲ ਕੋਆਪਰੇਸ਼ਨ ਕਰਦਾ ਹੈ ਇਸ ਫੀਲਡ ਦੇ ਵਿੱਚ, ਤਾਂ ਮੇਰੇ ਖਿਆਲ ਹੈ ਵੀ ਇਹ ਦੋ ਸਟੇਟਾਂ ਤੋਂ ਵੱਧ ਕੇ ਹੋਰ ਜ਼ਿਆਦਾ ਸਟੇਟਾਂ ਦੇ ਵਿੱਚ ਜਾਣਾ ਚਾਹੁੰਦਾ, ਖਾਸ ਕਰਕੇ ਜਿੱਥੇ ਕੇਂਦਰ ਦੀ ਸਰਕਾਰ ਜਿਹੜੀ ਹੈਗੀ ਆ ਨੌਨ BJP ਸਰਕਾਰਾਂ ਨੂੰ ਜਿਹੜੀ ਆ ਉਸ ਤਰੀਕੇ ਦੇ ਨਾਲ ਮਦਦ ਨਹੀਂ ਦਿੰਦੀ, ਉਸ ਤਰੀਕੇ ਦੇ ਨਾਲ ਉਹਨਾਂ ਦੀ ਬਾਂਹ ਨਹੀਂ ਫੜਦੀ, ਤੇ ਉਹਨਾਂ ਨੂੰ ਜਿਹੜਾ ਇਸ ਤਰੀਕੇ ਨਾਲ ਆਪਸੀ ਮੇਲ ਜੋਲ ਦੇ ਨਾਲ ਹੀ, ਕਿਉਂਕਿ ਇਹਦੇ ਵਿੱਚ ਐਕਸਚੇਂਜ ਆਫ ਨੌਲੇਜ ਹੈ, ਨੌਲੇਜ ਦੀ ਕੋਈ ਬਾਉਂਡਰੀ ਨਹੀਂ ਹੈਗੀ। ਜੇ ਉਹ ਸਾਨੂੰ ਕੋਈ ਅਸਿਸਟੈਂਸ ਦਿੰਦੇ ਆ, ਕੋਈ ਸਾਨੂੰ ਗਾਈਡੈਂਸ ਦਿੰਦੇ ਆ, ਜਾਂ ਉਹ ਸਾਡੇ ਤੋਂ ਕੋਈ ਗਾਈਡੈਂਸ ਲੈਂਦੇ ਆ, ਤੇ ਮੈਨੂੰ ਨਹੀਂ ਲੱਗਦਾ ਵੀ ਇਹਦੇ ਵਿੱਚ ਕੋਈ ਬਹੁਤ ਵੱਡਾ ਜਿਹੜਾ ਹੈਗਾ ਹੱਲਾ ਗੋਲਾ ਕਰਨ ਦੀ ਲੋੜ ਹੈਗੀ ਆ। ਜਿਹੜਾ ਸ਼ੋਰ ਹੋ ਰਿਹਾ ਇਹ ਕੋਈ ਗਰਾਊਂਡ ਦੇ ਉੱਤੇ ਇਹ ਪ੍ਰਸੰਗਿਕ ਨਹੀਂ ਗਏ ਦੀ ਕੋਈ ਬਹੁਤੀ ਵੁਕਤ ਨਹੀਂ। ਮੈਂ ਕਹਿੰਦਾ ਵੀ ਇਹ ਜਿਹੜਾ ਪੋਲੀਟੀਕਲ ਜ਼ਰੂਰ ਹੋ ਸਕਦਾ, ਲੋਕਾਂ ਦੇ ਲੈਵਲ ਤੇ ਮੈਂ ਕਹਿ ਸਕਦਾ ਵੀ ਉਹਦਾ ਇੱਕ 0% ਅਸਰ ਨਹੀਂ ਹੈ। ਲੋਕਾਂ ਨੂੰ ਇਹ ਆ ਵੀ ਸਾਨੂੰ ਹੁਣ ਉਹ ਲੋਕੀ ਜਿੱਦਾਂ ਹੁੰਦੇ ਨਾ ਅੰਬ ਚਾਹੀਦੇ ਕਿ ਰੁੱਖ ਚਾਹੀਦੇ ਆ, ਲੋਕਾਂ ਨੂੰ ਫਲ ਚਾਹੀਦਾ। ਜੇ ਭਗਵੰਤ ਮਾਨ ਹੁਣੀ ਉੱਥੋਂ ਕੋਈ ਲਿਆ ਕੇ ਲੋਕਾਂ ਨੂੰ ਚੰਗੀ ਸਿੱਖਿਆ ਦੇ ਸਕਦੇ ਆ ਜਾਂ ਸਿੱਖਿਆ ਨੂੰ ਸੁਧਾਰ ਕਰ ਸਕਦੇ ਆ, ਤੇ ਮੈਨੂੰ ਤੁਸੀਂ ਇੱਕ ਚੀਜ਼ ਇਹ ਨਹੀਂ ਸਮਝਦੇ ਕਿ ਵੈਸੇ ਇਹ ਰੌਲੇ ਚੰਗੇ ਵੀ ਆ। ਮੰਨ ਲਓ ਕਿ ਇਸ ਵੇਲੇ ਸਭ ਠੀਕ ਹੈ, ਤੁਹਾਨੂੰ ਨਹੀਂ ਲੱਗਦਾ ਵੀ ਇਹਦੇ 'ਚ ਕੁਝ ਗਲਤ ਹੈ, ਪਰ ਜੇ ਕਿਤੇ ਇਰਾਦਨ ਜਾਂ ਨੀਅਤਨ ਕਿਤੇ ਮਨ 'ਚ ਇਹ ਭਾਵਨਾ ਪਨਪਦੀ ਵੀ ਹੋਵੇ ਕਿ ਡਿਕਟੇਟ ਕੀਤਾ ਜਾਵੇ ਜਾਂ ਬਾਂਹ ਮਰੋੜ ਲਈ ਜਾਵੇ, ਤਾਂ ਜਦੋਂ ਇਹ ਰੌਲੇ ਪੰਜਾਬ 'ਚ ਪੈ ਜਾਂਦੇ, ਵਿਰੋਧ ਦੀ ਸੁਰ ਉੱਠਦੀ ਆ, ਆਮ ਬੰਦੇ ਆਲੋਚਨਾ ਕਰਨ ਲੱਗੇ ਵੀ ਅੱਗਾ ਪਿੱਛਾ ਨਹੀਂ ਵਹਿੰਦੇ, ਮੇਰੇ ਵਰਗੇ ਬੰਦੇ ਵੀ ਬਿਨਾਂ ਮਤਲਬ ਸਮਾਨ ਸਿਰ ਤੇ ਚੁੱਕ ਲੈਂਦੇ ਆ। ਵੱਡੇ ਨੁਕਸਾਨ ਹੋਣ ਤੋਂ ਇਹ ਸਮੇਂ ਰਹਿੰਦੇ ਆ ਬਚਾਅ ਦਾ ਵੀ ਇੱਕ ਤਰੀਕਾ। ਅਗਲੇ ਸਮਝ ਜਾਂਦੇ ਆ ਵੀ ਯਾਰ ਇੱਥੇ ਚਚੁੰਡੀ ਵੱਡੀ ਤੇ ਰੌਲਾ ਬਹੁਤ ਪੈਣਾ, ਰਿਵੋਲਟ ਹੋ ਸਕਦਾ। ਇਹ ਨਾ ਹੋਵੇ ਜਿਹੜੀ ਸਟੇਟ ਦਿਖਾ ਕੇ ਅਸੀਂ ਦੂਜੀ ਸਟੇਟਾਂ ਸਰ ਕਰਨੀਆਂ, ਇੱਥੇ ਹੀ ਇੰਨਾ ਰੌਲਾ ਪੈ ਜੇ ਵੀ ਦੂਜੇ ਵਾਲੇ ਪਾਸੇ ਪਹਿਲਾਂ ਹੀ ਡਰ ਜਾਣ ਕਿ ਯਾਰ ਇਹ ਆ ਕੇ ਸਾਡੇ ਕਲਚਰ ਨੂੰ ਨਾ ਖਾ ਜਾਣ।
ਮੈਨੂੰ ਲੱਗਦਾ ਜੀ ਜਿਹੜਾ ਮਾਡਲ ਕੋਈ ਮਾਡਲ ਨਹੀਂ ਹੁੰਦਾ। ਜਿੱਦਾਂ ਹੁਣ ਦਿੱਲੀ ਦਾ ਮਾਡਲ ਇੱਕ ਆਪਾਂ ਉਹਦੇ ਨੂੰ ਗੱਲ ਕੀਤੀ ਵੀ ਇੱਕ ਸਟੇਟ ਦਾ ਮਾਡਲ ਦੂਸਰੀ ਸਟੇਟ ਤੇ ਲਾਗੂ ਨਹੀਂ ਹੁੰਦਾ। ਹਾਂ, ਹਰ ਸਟੇਟ ਦੀਆਂ ਕੁਝ ਚੰਗੀਆਂ ਗੱਲਾਂ ਉਸ ਮਾਡਲ ਦੇ ਵਿੱਚ ਚੰਗੀਆਂ ਗੱਲਾਂ ਹੁੰਦੀਆਂ, ਕੁਝ ਦੂਸਰੀਆਂ ਹੁੰਦੀਆਂ। ਭਗਵੰਤ ਮਾਨ ਨੇ ਪਹਿਲੇ ਦਿਨ ਹੀ ਇਹ ਸਟੇਟਮੈਂਟ ਦਿੱਤੀ ਸੀ ਕਿ ਸਾਨੂੰ ਕੁਝ ਦਿੱਲੀ ਤੋਂ ਸਿੱਖਣ ਦੀ ਲੋੜ ਆ, ਕੁਝ ਦਿੱਲੀ ਨੂੰ ਸਾਡੇ ਤੋਂ ਸਿੱਖਣ ਦੀ ਲੋੜ ਆ। ਅੱਜ ਸ਼ਾਇਦ ਇਹ ਗੱਲ ਕੇਜਰੀਵਾਲ ਨੇ ਵੀ ਇਹ ਗੱਲ ਕਹੀ ਹੈਗੀ ਆ, ਭਗਵੰਤ ਮਾਨ ਹੋਣਾ ਨੇ ਕਹੀ ਆ। ਮੈਂ ਕਹਿੰਦਾ ਵੀ ਇਹ ਤੁਸੀਂ ਮਾਈਂਡ ਆਪਣਾ ਅਪਲਾਈ ਕਰਨਾ। ਦਿੱਲੀ ਦੀ ਪਰਿਸਥਿਤੀ ਹੋਰ ਹੈਗੀ ਆ, ਦਿੱਲੀ ਦੇ ਵਿੱਚ ਜਿਹੜੀ ਲੋਕਾਂ ਦੀ ਜਿਹੜੀ ਡਿਮਾਂਡ ਹੋਰ ਕਿਸਮ ਦੀ ਹੋ ਸਕਦੀ ਆ। ਪੰਜਾਬ ਦੀਆਂ ਪਰਿਸਥਿਤੀਆਂ ਹੋਰ ਹੈਗੀਆਂ, ਪੰਜਾਬ ਦੇ ਲੋਕਾਂ ਦੀ ਕਲਚਰ ਦੀ ਤੁਸੀਂ ਗੱਲ ਕੀਤੀ ਆ, ਹਿਸਟਰੀ ਦੀ ਗੱਲ ਕੀਤੀ ਆ, ਜਾਂ ਜਿਹੜੀ ਹੋਰ ਸਾਡਾ ਜਿਹੜਾ ਹੈਗਾ ਇੱਥੋਂ ਦਾ ਆਪਣਾ ਐਗਰੀਕਲਚਰ ਸਟੇਟ ਹੈਗੀ ਆ। ਕਿਉਂਕਿ ਜਿਹੜੀ ਤੁਹਾਡੀ ਐਜੂਕੇਸ਼ਨ ਆ ਉਹ ਸਿਰਫ ਤੁਹਾਨੂੰ ਡਿਗਰੀ ਦੇਣ ਵਾਸਤੇ ਨਹੀਂ ਹੈ। ਐਜੂਕੇਸ਼ਨ ਨੇ ਤੁਹਾਨੂੰ ਜੀਣ ਦਾ ਰਾਹ ਵੀ ਦਿਖਾਉਣਾ ਵਾ। ਐਜੂਕੇਸ਼ਨ ਨੇ ਜਿਸ ਇਲਾਕੇ ਖਿੱਤੇ 'ਚ ਤੁਸੀਂ ਰਹਿ ਰਹੇ ਹੋ ਉਹਦੀ ਜਾਣਕਾਰੀ ਵੀ ਦੇਣੀ ਆ। ਪਰ ਮੈਂ ਕਹਿੰਦਾ ਕਿਉਂਕਿ ਜੋ ਤੁਹਾਨੂੰ ਚੀਜ਼ਾਂ ਲੱਗਦੀਆਂ ਕਿ ਕਿਤੇ ਟੈਕਨੀਕਲ ਸਾਨੂੰ ਹੈਲਪ ਕਰ ਸਕਦੀ ਆ ਜਾਂ ਕੋਈ ਨੌਲੇਜ ਹੋਰ ਦੇ ਸਕਦਾ ਹੈ ਜਾਂ ਗਾਈਡ ਕਰ ਸਕਦਾ, ਇਹ ਕੋਈ ਬਹੁਤੀ ਵੱਡੀ ਸਮੱਸਿਆ ਨਹੀਂ ਹੈਗੀ ਵੀ ਅਸੀਂ ਜੇ ਸਾਨੂੰ ਉੱਥੋਂ ਕੋਈ ਅਸਿਸਟੈਂਸ ਮਿਲਦੀ ਆ ਤੇ ਉਹ ਅਸੀਂ ਨਾ ਲਈਏ ਜਿਹਦੇ ਨਾਲ ਸਾਡੇ ਲੋਕਾਂ ਦਾ ਭਲਾ ਹੋ ਸਕਦਾ ਹੋਵੇ, ਜਾਂ ਜਿਹਦੇ ਨਾਲ ਸਾਨੂੰ ਕੋਈ ਗਾਈਡੈਂਸ ਮਿਲ ਸਕਦੀ ਹੋਵੇ। ਵਾਈਸ ਵਰਸਾ ਪੰਜਾਬ ਵੀ ਉਹਨਾਂ ਨੂੰ ਗਾਈਡ ਕਰ ਸਕਦਾ ਉਸ ਤਰੀਕੇ ਨਾਲ। ਪਰ ਇਹ ਜਿਹੜੀ ਤੁਸੀਂ ਗੱਲ ਕਹਿਣੀ ਚਾਹੁੰਦੀ ਹੋ ਉਹ ਤੋਂ ਥੋੜੀ ਹੋਰ ਅਗਲੇ ਪਾਸੇ ਆ ਲਓ। ਉਹ ਗੱਲ ਇਹ ਹੈਗੀ ਆ ਕਿ ਇਹ ਸਮਝੌਤਾ ਬੇਸਿਕਲੀ ਜਿਹੜੀ ਪਿਛਲੇ ਸਮੇਂ ਦੇ ਵਿੱਚ ਕੇਜਰੀਵਾਲ ਹੋਣਾ ਨੇ ਪੰਜਾਬ ਦੇ ਅਫਸਰਾਂ ਨੂੰ ਸੱਦਿਆ ਸੀਗਾ ਜਾਂ ਹੋਰ ਗੱਲ ਹੋਈ ਸੀ, ਉਹ ਤੇ ਕਿੰਤੂ ਪਰੰਤੂ ਹੋਈ ਸੀ। ਇਹ ਸਮਝੌਤੇ 'ਚ ਬਹੁਤ ਕਲੀਅਰ ਲਿਖਿਆ ਵਾ ਵੀ ਮੰਤਰੀ ਵੀ ਜਾ ਸਕਦੇ ਆ, ਅਫਸਰ ਵੀ ਜਾ ਸਕਦੇ ਆ। ਤੋ ਇੱਕ ਮੇਰੇ ਖਿਆਲ ਆ ਕਿ ਪੰਜਾਬ ਤੇ ਦਿੱਲੀ ਦੇ ਵਿੱਚ ਜਿਹੜੇ ਸਬੰਧ ਹੈਗੇ ਆ ਉਹਨੂੰ ਫਾਰਮਲਾਈਜ਼ ਕਰਨ ਵਾਸਤੇ, ਉਹਨੂੰ ਇੱਕ ਕਿਸਮ ਦਾ ਇੱਕ ਡੈਫੀਨਿਟ ਸ਼ੇਪ ਦੇਣ ਵਾਸਤੇ ਇਹ ਦੋਵਾਂ ਧਿਰਾਂ ਦੀ ਵੀ ਇੱਕ, ਕਿਉਂਕਿ ਇੱਕੇ ਪਾਰਟੀ ਨੂੰ ਬਿਲੋਂਗ ਕਰਦੇ ਆ, ਉਹਨਾਂ ਦਾ ਏਜੰਡਾ ਬਹੁਤ ਵੱਡਾ ਹੈਗਾ। ਦਿੱਲੀ ਵਾਲੇ ਦਾ ਏਜੰਡਾ ਜਿਹੜਾ ਹੈਗਾ ਦੇਸ਼ ਹੈਗਾ ਵਾ, ਪੰਜਾਬ ਨੂੰ ਇੱਕ ਕਿਸਮ ਦਾ ਉਹ ਜਿਹੜਾ ਹੈਗਾ ਕਿ ਐਗਜ਼ਾਮਪਲ ਦੇ ਤੌਰ ਦੇ ਉੱਤੇ, ਕੇਸ ਸਟੱਡੀ ਦੇ ਤੌਰ ਦੇ ਉੱਤੇ ਉਹ ਅੱਗੇ ਪੇਸ਼ ਕਰਨਾ ਚਾਹੁੰਦੀ ਆ। ਇਹ ਸਭ ਰਾਜਨੀਤੀਆਂ ਦੇ ਵਿੱਚ ਹੁੰਦਾ ਵਾ ਔਰ ਸਾਰੀਆਂ ਪਾਰਟੀਆਂ ਇਸ ਤਰੀਕੇ ਦੀਆਂ ਗੱਲਾਂ ਕਰਦੀਆਂ ਵਾ। ਤੇ ਮੈਨੂੰ ਲੱਗਦਾ ਵੀ ਜਿੱਥੋਂ ਤੱਕ ਪੰਜਾਬ ਦੇ ਇੰਟਰਸਟ ਦੀ ਗੱਲ ਤੁਸੀਂ ਕੀਤੀ ਆ ਵੀ ਉਹਨੂੰ ਲੋਕਾਂ ਦੇ ਵਿਊਜ਼ ਆਉਣੇ ਚਾਹੀਦੇ ਆ। ਕ੍ਰਿਟਿਸਿਜ਼ਮ ਬਹੁਤ ਜ਼ਰੂਰੀ ਆ, ਕ੍ਰਿਟਿਸਿਜ਼ਮ ਕੰਸਟਰਕਟਿਵ ਹੋਣਾ ਚਾਹੀਦਾ, ਫੈਕਟ ਬੇਸ ਹੋਣਾ ਚਾਹੀਦਾ। ਇਹ ਨਹੀਂ ਹੈਗਾ ਕਿ ਤੁਸੀਂ ਪਹਿਲਾਂ ਸੁੱਤੇ ਰਹੇ ਹੋ ਤੇ ਅੱਜ ਤੁਹਾਨੂੰ ਇੱਕਦਮ ਸਵੇਰੇ ਉੱਠ ਕੇ ਤੁਸੀਂ ਰੌਲਾ ਪਾਉਣਾ ਸ਼ੁਰੂ ਕਰ ਦਿਓ ਜੀ ਵੀ ਵੇਖੋ ਇਹ ਕੀ ਹੋ ਗਿਆ, ਮਾਰੇ ਗਏ, ਲੁੱਟੇ ਗਏ। ਕਿਉਂਕਿ ਇਹ ਤੋਂ ਜ਼ਿਆਦਾ ਪਹਿਲਾਂ ਦੂਸਰੀਆਂ ਪੋਲੀਟੀਕਲ ਪਾਰਟੀਆਂ ਨੇ ਦਿੱਲੀ ਦੇ ਕੋਲ ਸਰੈਂਡਰ ਕਰ ਚੁੱਕੇ ਆ। ਕਿਤੇ ਮੌਕਾ ਆਊਗਾ ਤੇ ਆਪਾਂ ਨੂੰ ਦੱਸਾਂਗੇ। ਇਹ ਤਾਂ ਸਿਰਫ ਇੱਕ ਕਿਸਮ ਦੀ ਮਿਊਚੁਅਲ ਕੋਆਪਰੇਸ਼ਨ ਹੈਗੀ ਆ, ਉਹ ਵੀ ਇੱਕ ਉਹ ਸਟੇਟ ਨੂੰ ਕਿ ਜਿਹੜੀ ਸਟੇਟ ਸਾਡੇ ਤੋਂ ਜ਼ਿਆਦਾ ਕਮਜ਼ੋਰ ਵਾ, ਬਹੁਤੀ ਵੱਡੀ ਨਹੀਂ ਹੈ। ਇੱਥੇ ਦੇ ਪੰਜਾਬ ਦੇ ਹਾਕਮਾਂ ਨੇ ਦਿੱਲੀ ਦਰਬਾਰ ਦੇ ਕੋਲ ਕੀ ਸਰੈਂਡਰ ਕੀਤਾ ਉਹ ਮੇਰੇ ਤੋਂ ਤੁਸੀਂ ਜ਼ਿਆਦਾ ਜਾਣਦੇ ਜੋ। ਤਾਂ ਮੇਰੇ ਖਿਆਲ ਇਸ ਵੇਲੇ ਆਲੋਚਨਾ ਉਹ ਕਰ ਰਹੇ ਜਿਹੜੇ ਹੁਣ ਗੱਲ ਪਤਾ ਕੀ ਹੈ, ਸਭ ਕੁਝ ਲੁਟਾ ਕੇ ਹੋਸ਼ ਮੇ ਆ ਗਏ, ਹੈ ਨਾ, ਗੱਲ ਤਾਂ ਉਹੀ ਹੈ। ਪਰ ਵੈਸੇ ਉਂਝ ਐਵੇਂ ਹੀ ਗੱਲ ਕਰ ਲਈਦੀ ਹੈ ਵੀ ਜੇ ਮੰਨ ਲਓ ਤੁਸੀਂ ਸ਼ੋਰ ਕਰਦੇ ਵੀ ਹੋ ਤਾਂ ਤੁਹਾਨੂੰ ਕਰਦੇ ਰਹਿਣਾ ਚਾਹੀਦਾ। ਤੁਹਾਡੇ ਸ਼ੋਰ ਨੇ ਬਹੁਤ ਵੱਡੇ ਘਰਾਣੇ ਤੇ ਬਹੁਤ ਸਥਾਪਤੀਆਂ ਮੋਦੀਆਂ ਕਰਤੀਆਂ ਤੇ ਤੁਹਾਨੂੰ ਰੁਕਣਾ ਨਹੀਂ ਚਾਹੀਦਾ। ਪੰਜਾਬ ਦੇ ਲੋਕਾਂ ਨੂੰ ਆਪਣੀ ਫਿਤਰਤ ਨਹੀਂ ਬਦਲਣੀ ਚਾਹੀਦੀ, ਕਿਉਂਕਿ ਸਾਡੇ ਕੋਲ ਕੁੱਲ ਮਿਲਾ ਕੇ ਬਚਦਾ ਹੁਣ ਇਹੀ ਕੁਝ ਹੈ। ਜਿੱਦਾਂ ਤੋਮਰ ਸਾਹਿਬ ਕਹਿੰਦੇ ਆ ਨਾ ਵੀ ਇਹ ਤਾਂ ਜੀ ਹੁਣ ਵੇਚਦੇ ਆ ਵੇਚਣ ਲਈ, ਖਾਣ ਲਈ ਨਹੀਂ ਹੈ। ਉਹ ਡੇਂਜਰਸ ਸਟੇਟਮੈਂਟ ਹੈਗੀ ਆ ਔਰ ਉਹਨੂੰ ਕੰਡੈਮ ਕਰਨਾ ਚਾਹੀਦਾ। ਅਜੇ ਉਹਨਾਂ ਨੂੰ ਲੱਗਦਾ ਕਿ ਉਹ ਜ਼ਖਮੀ ਆਪਣੇ ਆਪ ਨੂੰ ਮਹਿਸੂਸ ਕਰਦੇ ਆ। ਜੋ ਪੰਜਾਬ ਦੇ ਲੋਕਾਂ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਤੋਂ ਕਾਨੂੰਨ ਵਾਪਸ ਕਰਾਇਆ, ਉਹਨਾਂ ਨੇ ਰੀਕਨਸਾਈਲ ਨਹੀਂ ਕੀਤਾ। ਇਹ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਭਗਵੰਤ ਮਾਨ ਹੋਣਾ ਨੂੰ ਜਾਂ ਸਾਨੂੰ ਲੋਕਾਂ ਨੂੰ, ਕੱਲੀ ਸਰਕਾਰ ਦੀ ਜ਼ਿੰਮੇਵਾਰੀ ਨਹੀਂ, ਕਿਸਾਨਾਂ ਨੂੰ ਵੀ, ਮਜ਼ਦੂਰਾਂ ਨੂੰ ਵੀ, ਇੱਥੋਂ ਦੇ ਬਹੁਤ ਪੰਜਾਬ ਹਿਤੈਸ਼ੀਆਂ ਨੂੰ ਬਹੁਤ ਹੀ ਸੁਚੇਤ ਰਹਿਣ ਦੀ ਲੋੜ ਹੈ। ਇੱਕ ਵਾਰਨਿੰਗ ਬੈਲ ਹੈ ਜਿਹੜੀ ਉਹਨਾਂ ਨੇ ਪਬਲਿਕ ਦੇ ਵਿੱਚ ਸਾਡੀ ਸਾਰੀ ਕਿਸਾਨੀ ਦੀ ਜਾਂ ਪੰਜਾਬ ਨੂੰ ਇੱਕ ਕਿਸਮ ਦਾ ਉਹਨਾਂ ਨੇ ਇਨਸਲਟ ਕੀਤਾ ਹੈ ਕਿ ਇਹ ਕਣਕ ਜਿਹੜੀ ਅਸੀਂ ਕਣਕ ਕੋਈ ਪਾਕਿਸਤਾਨ ਤੋਂ ਨਹੀਂ ਮੰਗਾਉਂਦੇ, ਅਸੀਂ ਕੋਈ ਕਣਕ ਜਿਹੜੀ ਆ ਯੂਕਰੇਨ ਤੋਂ ਨਹੀਂ ਲੈ ਕੇ ਆਉਂਦੇ, ਕਿ ਉਹ ਇਹ ਆ ਜਿਹੜੀ ਕਣਕ ਆਪ ਤੇ ਖਾਂਦੇ ਨਹੀਂ, ਬਾਹਰ ਭੇਜ ਦਿੰਦੇ ਆ। ਮੈਨੂੰ ਲੱਗਦਾ ਵੀ ਉਹ ਦਰਦ ਜਿਹੜਾ ਸੀਗਾ ਉਸ ਨੂੰ ਅਨਸਰਟ ਦਾ, ਉਹ ਹਾਰ ਚੋਬਰੇ ਨਹੀਂ, ਉਹ ਹਾਰ ਨਹੀਂ, ਦਰਦ ਉਹਨਾਂ ਦੇ ਅੰਦਰ ਹੈਗਾ। ਤਾਂ ਕਿਸੇ ਵੇਲੇ ਵੀ ਦੁਬਾਰਾ ਇਸੇ ਕਰਕੇ ਜਦੋਂ ਹੁਣ DAP ਦੀਆਂ ਜਿਹੜੀਆਂ ਵੱਧਦੀਆਂ ਕੀਮਤਾਂ ਹੈਗੀਆਂ ਜਾਂ ਕੋਲੇ ਦੀ ਸਮੱਸਿਆ ਆ ਗਈ ਸੀ ਜਾਂ ਬਿਜਲੀ ਵਾਲੀ ਆ, ਉਹ ਸਾਡੀ ਬਾਂਹ ਮਰੋੜਦੇ ਰਹਿਣਗੇ, ਸਾਨੂੰ ਉਹ ਤੰਗ ਕਰਦੇ ਰਹਿਣਗੇ। ਔਰ ਹੁਣ ਤਾਂ ਇਸ ਵੇਲੇ ਲੱਗਦਾ ਵੀ ਪਾਰਟੀਆਂ ਬਹੁਤੀਆਂ ਉਹਨਾਂ ਦੀ ਝੋਲੀ 'ਚ ਹੀ ਡਿੱਗਣ ਦਾ। ਮੋਰ ਓਵਰ ਕਿਸਾਨੀ ਵੀ ਇੰਨੀ ਵੰਡੀ ਗਈ ਹੈ ਵੀ ਹੁਣ ਲੜਨ ਜੋਗੇ ਵੀ ਅਜੇ ਫਿਲਹਾਲ ਨਹੀਂ, ਜਿੰਨਾ ਚਿਰ ਮੁੜ ਕੇ ਯੂਨਾਈਟ ਨਹੀਂ ਹੁੰਦੇ, ਇਕੱਠੇ ਨਹੀਂ ਹੁੰਦੇ। ਉਗਰਾਹਾਂ ਸਾਹਿਬ ਅਜੇ ਸਾਂਭ ਸੁੰਭ ਕੇ ਬੈਠੇ ਆ, ਉਹਨਾਂ ਤੇ ਵੀ ਇਹ ਦੋਸ਼ ਆਉਂਦਾ ਵੀ ਉਹ ਇੱਕ ਖਾਸ ਵਿਚਾਰਧਾਰਾ ਦੇ ਤਰਜਮਾਨ ਨੇ। ਪਰ ਖੈਰ ਆਪਾਂ ਛੱਡ ਦਿੰਨੇ ਜੀ। ਤੋਮਰ ਸਾਹਿਬ ਵਾਲੀ ਗੱਲ ਆਪਾਂ ਸਵੇਰੇ ਵੀ ਡਿਸਕਸ ਕੀਤੀ ਸੀ। ਪ੍ਰੋਫੈਸਰ ਸਾਹਿਬ ਦਾ ਫੋਕਸ ਆਪਾਂ ਕਿਤੇ ਹੋਰ ਲੈ ਕੇ ਚੱਲਦੇ ਹਾਂ। ਕਾਂਗਰਸ ਨੂੰ ਕੀ ਸੋਝੀ? ਪਹਿਲਾਂ 10 ਕੁ ਦਿਨ ਰੌਲਾ ਪਿਆ,
ਪ੍ਰਸ਼ਾਂਤ ਕਿਸ਼ੋਰ ਆ ਗਏ ਸ਼੍ਰੀਮਤੀ ਸੋਨੀਆ ਗਾਂਧੀ ਨੂੰ ਵੱਡੀਆਂ ਜਿਹੜੀਆਂ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਨੇ, ਔਰ ਉਹ ਬੰਦੇ ਨੇ ਜਿੱਤ ਦੇ ਸਾਰੇ ਮੰਤਰ ਦੇ ਦਿੱਤੇ। ਫਿਰ ਕਮੇਟੀ ਬਣਾਤੀ, ਜਿਹੜੀ ਕਮੇਟੀ ਉਹਦੀਆਂ ਸਾਰੀਆਂ ਸੁਝਾਵਾਂ ਦੇ ਉੱਤੇ ਵਿਚਾਰ ਕਰਦੀ ਹੈ। ਜਦੋਂ ਕਾਂਗਰਸ ਸਮਝਦੀ ਵੀ ਹੁਣ ਇਹਨੂੰ ਕਲਾਵੇ 'ਚ ਲੈ ਲਓ, ਹੁਣ ਇਹ ਸਾਡਾ ਹੋ ਜਾਊਗਾ, ਹੁਣ ਇਹ ਅੱਗੇ ਸਾਡੇ ਲਈ ਕੰਮ ਕਰੂਗਾ, ਉਹ ਕਹਿੰਦਾ ਵੀ ਨਾ ਭਾਈ, ਇਹ ਅਜੇ ਬਹੁਤ ਕਰਨ ਦੀ ਲੋੜ ਆ। ਪ੍ਰਸ਼ਾਂਤ ਕਿਸ਼ੋਰ ਨੇ ਇਹਨਾਂ ਨੂੰ ਸ਼ੀਸ਼ਾ ਵਿਖਾਇਆ, ਛੱਡ ਕੇ ਜਾਣ ਵਾਲੀ ਗੱਲ ਕੀ ਕਹਿੰਦੇ ਹੋ? ਅਸਲ 'ਚ ਇਹ ਪ੍ਰਸ਼ਾਂਤ ਕਿਸ਼ੋਰ ਫ੍ਰੀ ਬਰਡ ਹੈ। ਤੁਸੀਂ ਦੇਖੋ ਵੀ ਉਹ ਹਰ ਪਾਰਟੀ ਦੇ ਨਾਲ ਜਾਂਦਾ, ਇੱਕ ਐਗਰੀਮੈਂਟ ਕਰਦਾ, ਉਹ ਐਗਰੀਮੈਂਟ ਦੇ ਵਿੱਚ ਉਹਨਾਂ ਨੂੰ ਉਹ ਕੁਝ ਨੁਕਤੇ ਦੱਸਦਾ। ਉਹਨਾਂ ਕੋਲ ਬਹੁਤ ਵੱਡੀ, ਮੈਨੂੰ ਜ਼ਿਆਦਾ ਤਾਂ ਨਹੀਂ ਮੈਂ ਕਹਿ ਸਕਦਾ, ਮੈਨੂੰ ਪਤਾ ਲੱਗਾ ਵੀ ਬਹੁਤ ਵੱਡੀ ਟੀਮ ਹੈ ਸ਼ਾਇਦ, ਜਿਹਦੇ ਵਿੱਚ ਸੈਂਕੜੇ ਲੋਕ ਇਨਵੋਲਵਡ ਹੈ। ਉਹ ਜਾ ਕੇ ਉੱਥੋਂ ਫੀਡਬੈਕ ਲੈਂਦੇ ਆ, ਪਿੰਡਾਂ ਦੇ ਵਿੱਚ ਜਾਂਦੇ ਆ, ਲੋਕਾਂ ਨੂੰ ਮਿਲਦੇ ਆ। ਇਹ ਤੁਸੀਂ ਗੇਜ ਕਰ ਸਕਦੇ ਹੋ ਜਾ ਕੇ। ਫਿਰ ਉਹਦੇ ਮੁਤਾਬਕ ਉਹ ਏਜੰਡਾ ਬਣਾਉਂਦੇ ਆ, ਔਰ ਉਹ ਇੱਕ ਸਟੇਟ ਨੂੰ ਪਿਕਅਪ ਕਰਦੇ ਆ, ਉਹ ਸਟੇਟ ਨੂੰ ਜਿਹਦੇ ਵਿੱਚ ਸੰਭਾਵਨਾएं ਹੁੰਦੀਆਂ ਕਿ ਉਸ ਪਾਰਟੀ ਨੇ ਜਿੱਤ ਜਾਣਾ। ਪ੍ਰਸ਼ਾਂਤ ਕਿਸ਼ੋਰ ਜੀ ਕਦੀ ਵੀ ਹਾਰਨ ਵਾਲੀ ਪਾਰਟੀ ਦੇ ਨਾਲ ਅਲਾਈਨ ਨਹੀਂ ਕਰਦੇ। ਛੱਡ ਹੀ ਗਏ ਅਮਰਿੰਦਰ ਸਿੰਘ ਨੂੰ ਛੱਡ ਕੇ ਚਲੇ ਗਏ ਸੀਗੇ, ਹੋਰ ਛੱਡ ਕੇ ਚਲੇ ਗਏ ਸੀਗੇ ਉਹਨੂੰ, ਆਪਣੇ ਨੂੰ ਜਿਹੜਾ ਉੱਥੋਂ ਨਤੀਸ਼ ਨੂੰ ਛੱਡਤਾ ਸੀਗਾ। ਉਹ ਨਤੀਸ਼ ਤੀਸਰੇ ਨੰਬਰ ਤੇ ਆਇਆ ਸੀ, ਨਤੀਸ਼ ਨੇ ਆਪਣੀ ਪਾਰਟੀ ਸ਼ਾਮਲ ਕਰ ਲਿਆ। ਨਤੀਸ਼ ਦੇ ਵਿੱਚ ਜਿਹੜੀ ਪਾਰਟੀ ਉਹ ਤੀਸਰੇ ਨੰਬਰ ਦੇ ਉੱਤੇ ਹੈਗੀ ਆ। ਅੱਛਾ, ਮਮਤਾ ਦੇ ਨਾਲ ਗਿਆ ਸੀ, ਮਮਤਾ ਜਿੱਤ ਗਈ ਸੀ, ਹੁਣ ਉਹ TRS ਦੇ ਨਾਲ ਚੱਲਣਗੇ। ਦਿਸ ਇਜ਼ ਵਨ। ਦੂਸਰੀ ਗੱਲ ਹੈ ਵੀ ਕਿੰਨੀ ਬਦਕਿਸਮਤੀ ਆ ਦੇਸ਼ ਦੀ ਸਭ ਤੋਂ ਪੁਰਾਣੀ ਤੇ ਵੱਡੀ ਪਾਰਟੀ ਲਈ ਕਿ ਉਹਨਾਂ ਨੂੰ ਇਹੋ ਜਿਹੇ ਲੋਕਾਂ ਦੇ ਉੱਤੇ ਨਿਰਭਰ ਹੋਣਾ ਪੈਂਦਾ, ਕਿਉਂਕਿ ਇਹਨਾਂ ਨੇ ਆਪਣਾ ਢਾਂਚਾ ਤਬਾਹ ਕਰ ਲਿਆ। ਨਹਿਰੂ ਸਾਹਿਬ ਤੋਂ ਬਾਅਦ ਜਿਹੜਾ ਖਾਸ ਕਰਕੇ ਕਾਂਗਰਸ ਦਾ ਰਜੀਮ ਸੀਗਾ, ਜਾਂ ਉਸ ਤੋਂ ਬਾਅਦ ਰਾਜੀਵ ਗਾਂਧੀ ਸਾਹਿਬ ਆਏ ਆ, ਪਰ ਉਸ ਤੋਂ ਬਾਅਦ ਕਾਂਗਰਸ ਦੇ ਲੋਕਾਂ ਦੀ ਵੀ ਜਿਹੜੀ ਇਹੀ ਰਹੀ ਆ ਕਿ ਤਾਕਤ ਦੇ ਵਿੱਚ ਕਿੱਦਾਂ ਆਉਣਾ। ਆ ਜਿਹੜੇ ਹੁਣ G23 ਸੀ, G24 ਸੀ, ਇਹ ਸਾਰੇ ਰਾਜ ਸਭਾ ਵਾਲੇ ਸੀ। ਰਾਜ ਸਭਾ ਦੀ ਸੀਟ ਇੱਕ ਪ੍ਰਸ਼ਾਦ ਹੁੰਦੀ ਆ, ਉਹ ਜਿਹਨੂੰ ਮਰਜ਼ੀ ਕੋਈ ਪਾਰਟੀ ਦਿੰਦੀ ਆ, ਔਰ ਇਹ ਆਪਣਾ ਢਾਂਚਾ ਗਵਾ ਚੁੱਕੀ ਆ। ਯੂਪੀ ਕੇ ਸਮੇਂ ਦੇ ਵਿੱਚ ਨੇ ਕਿੰਨੇ ਪ੍ਰਾਈਮ ਮਿਨਿਸਟਰ ਦਿੱਤੇ ਸਾਰੇ ਉੱਥੇ, ਉਹਦੇ ਵਿੱਚੋਂ 2-2.5% ਇਹਨਾਂ ਦਾ ਵੋਟ ਸ਼ੇਅਰ ਰਹਿ ਗਿਆ, 4 ਬੰਦੇ ਉੱਥੋਂ ਜਿੱਤ ਸਕੇ ਆ। ਰਾਜਸਥਾਨ ਦੇ ਵਿੱਚ ਇੱਕ ਵਾਰੀ ਪਾਵਰ 'ਚ ਆਉਂਦੇ, ਗੁਜਰਾਤ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਪਾਵਰ ਨਹੀਂ ਹੈ, ਵੈਸਟ ਬੰਗਾਲ ਦੇ ਵਿੱਚ 77 ਤੋਂ ਇਹ ਪਾਵਰ 'ਚ ਨਹੀਂ ਹੈ, ਬਿਹਾਰ ਦੇ ਵਿੱਚ 89 ਤੋਂ ਪਾਵਰ 'ਚ ਨਹੀਂ ਹੈ, ਯੂਪੀ 'ਚ 89 ਤੋਂ ਪਾਵਰ 'ਚ ਨਹੀਂ ਹੈਗਾ, ਮਹਾਰਾਸ਼ਟਰ ਦੇ ਵਿੱਚ ਵੀ ਦੂਸਰੇ ਤੀਸਰੇ ਚੌਥੇ ਨੰਬਰ 'ਤੇ ਆ ਗਈ, ਤਾਮਿਲਨਾਡੂ 'ਚ ਪਾਵਰ 'ਚ ਨਹੀਂ ਹੈ, ਮਤਲਬ ਕੇਰਲਾ ਦੇ ਵਿੱਚ 2 ਵਾਰੀ ਹਾਰ ਗਏ। ਮੇਰਾ ਕਹਿਣ ਤੋਂ ਭਾਵ ਹੈਗਾ ਵੀ ਇਹ ਕਰ ਕੀ ਰਹੇ ਆ, ਵੀ ਇੰਨਾ ਕੈਜੂਅਲ ਕਿਉਂ ਲੈ ਰਹੇ ਆ। ਕੋਈ ਇਹਦਾ ਆਰਗੇਨਾਈਜੇਸ਼ਨ ਸਟਰਕਚਰ ਦੀ ਗੱਲ ਨਹੀਂ ਕਰਦਾ, ਕੋਈ ਢਾਂਚੇ ਦੀ ਗੱਲ ਨਹੀਂ ਕਰਦਾ। ਅੱਜ ਕਿ ਕਾਂਗਰਸ ਪਾਰਟੀ ਦੇ ਇਸ ਸਮੇਂ ਦੇ ਵਿੱਚ ਸਾਨੂੰ ਸਭ ਤੋਂ ਵੱਡੀ ਲੋੜ ਇਸ ਕਰਕੇ ਆ ਕਿ ਜਿਸ ਕਿਸਮ ਦੀ ਰਾਜਨੀਤੀ ਇਸ ਵੇਲੇ ਕੇਂਦਰ ਦੇ ਵਿੱਚ ਹੈਗੀ ਆ, ਉਹ ਸਾਡੇ ਸਾਰਿਆਂ ਲਈ ਬਹੁਤ ਵੱਡਾ ਚੈਲੰਜ ਪੈਦਾ ਕਰਦੀ ਹੈ। ਮਜ਼ਬੂਤ ਵਿਰੋਧੀ ਧਿਰ ਦੀ ਅਣਹੋਂਦ ਹੈ, ਨਹੀਂ ਉਹ ਹੈ। ਲੋਕੀ ਇਹਨਾਂ ਦੇ ਨਾਲ ਜੁੜਨਾ ਚਾਹੁੰਦੇ ਆ, ਪਰ ਜਿਹੜੀ ਕਾਂਗਰਸ ਆਪਣੇ ਪੈਰਾਂ ਤੇ ਆਪ ਕੁਹਾੜੀ ਮਾਰ ਰਹੀ ਆ, ਉਹ ਸੈਂਟਰ ਦੇ ਵਿੱਚ ਇਧਰ ਆ, ਕੋਈ ਰੈਗੂਲਰ ਪ੍ਰੈਜ਼ੀਡੈਂਟ ਨਹੀਂ ਹੈਗਾ, ਇੱਕ ਫੈਮਿਲੀ ਤੱਕ ਹੀ ਕਨਫਾਈਨਡ ਹੈਗੀ ਆ, ਔਰ ਜਿਸ ਕਿਸਮ ਦੀ ਉੱਥੇ ਪਿਕਅਪ ਹੈਗੀ ਆ, ਜਾਂ ਜਿਸ ਕਿਸਮ ਦੀ ਸਾਈਕੋਫੈਂਸੀ ਕਹਿ ਲਓ ਉਹਦੇ ਵਿੱਚੋਂ, ਜਾਂ ਜਿਸ ਕਿਸਮ ਦਾ ਉਹਦਾ ਆਲਾ ਦੁਆਲਾ ਹੈ, ਕੋਈ ਉਹਦੀਆਂ ਰੈਗੂਲਰ ਜਿਹੜੀਆਂ ਇਲੈਕਸ਼ਨਸ ਨਹੀਂ ਹੋ ਰਹੀਆਂ, ਸ਼ਾਇਦ ਹੋਣੀਆਂ ਹੁਣ, ਕਹਿੰਦੇ ਇਸ ਸਮਝ ਕੰਪਲੀਟ ਕਰਾਂਗੇ। ਤਾਂ ਮੇਰਾ ਕਹਿਣ ਤੋਂ ਭਾਵ ਹੈਗਾ ਫਿਰ ਇਹਨਾਂ ਲੋਕਾਂ ਤੇ ਡਿਪੈਂਡ ਹੋ ਕੇ ਕਾਂਗਰਸ ਜਿਹੜੀ ਹੈਗੀ ਆ ਉਹ ਇਲੈਕਸ਼ਨ ਨਹੀਂ ਜਿੱਤ ਸਕਦੀ। ਨੰਬਰ 1, ਇਹ ਜਾਦੂਗਰ ਜਿਹੜੇ ਹੁੰਦੇ ਨਾ, ਪ੍ਰਸ਼ਾਂਤ ਜਿਹੜੇ ਕਿਸ਼ੋਰ ਜੀ ਹੈਗੇ ਆ ਨਾ, ਇੱਕ ਰਾਜਨੀਤਿਕ ਜਾਦੂਗਰ ਹੈਗੇ, ਔਰ ਉਹ ਜਾਦੂਗਰ ਦੇ ਵਿੱਚ ਉਹ ਜਿਹੜੇ ਦੱਸਦੇ, ਉਹ ਤੁਹਾਨੂੰ ਰਾਹ ਦੱਸਦੇ ਆ ਵੀ ਤੁਸੀਂ ਕਿਸ ਤਰੀਕੇ ਦੇ ਨਾਲ ਕਿੱਦਾਂ ਇਹਨੂੰ ਇਲੈਕਸ਼ਨ ਲੜਨੀ ਆ, ਕੀ ਤੁਹਾਡੀ ਕੰਪੇਨ ਹੋਊਗੀ, ਕੀ ਕੁਛ ਹੋਊਗਾ। ਦੂਸਰਾ ਇਹ ਹੈਗਾ ਕਿ ਉਹ ਕਦੀ ਵੀ ਕਿਸੇ ਪਾਰਟੀ ਦਾ ਹਿੱਸਾ ਨਹੀਂ ਬਣਨਗੇ। ਕਿਉਂ ਨਹੀਂ ਹਿੱਸਾ ਬਣਨਗੇ? ਜੋ ਪਾਰਟੀ ਦਾ ਪ੍ਰੈਜ਼ੀਡੈਂਟ ਤਾਂ ਬਣ ਨਹੀਂ ਰਿਹਾ। ਈਵਨ ਉਹ ਪ੍ਰੈਜ਼ੀਡੈਂਟ ਬਣ ਵੀ ਜਾਣ, ਉਹਨਾਂ ਨੂੰ ਪਤਾ ਖਿੱਚਾ ਤੋਂ ਹੀ ਬਹੁਤ ਆ। ਜੇ ਵੱਧ ਤੋਂ ਵੱਧ ਉਹਨੂੰ ਜਨਰਲ ਸੈਕਟਰੀ ਦੀ ਪੋਸਟ ਆਫਰ ਕੀਤੀ ਸੀਗੀ ਤੇ ਉਹਨਾਂ ਨੂੰ ਡਿਸਿਪਲਿਨ 'ਚ ਰਹਿਣਾ ਪੈਂਦਾ ਸੀਗਾ। ਇਹ ਬੰਦੇ ਡਿਸਿਪਲਿਨ ਵਾਲੇ ਨਹੀਂ ਹੈਗੇ, ਇਹ ਇੰਡੀਪੈਂਡੈਂਟ ਆ, ਇਹ ਆਟੋਨਮਸ ਆ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਪ੍ਰਸ਼ਾਂਤ ਕਿਸ਼ੋਰ ਨੇ ਕੋਸ਼ਿਸ਼ ਕੀਤੀ ਹੋ ਸਕਦੀ ਆ, ਕਿਉਂਕਿ ਪਹਿਲਾਂ ਉਹਨਾਂ ਨੇ ਉਹਨੂੰ ਕੀਤਾ ਸੀ, ਜਿਹੜੇ ਆਪਣੇ ਮਮਤਾ ਜੀ ਉਹਨਾਂ ਦੀ ਗੱਲ ਕੀਤੀ ਸੀ। ਅਜੇ ਵੀ ਨੈਸ਼ਨਲ ਲੈਵਲ ਤੇ ਜੋ ਕੋਈ ਵਾਇਬਲ ਆਲਟਰਨੇਟਿਵ ਅਮਰਜ ਹੋ ਸਕਦਾ, ਮੈਂ ਨਹੀਂ ਕਹਿੰਦਾ ਵੀ ਉਹ ਇੰਨੀਆਂ ਸੀਟਾਂ ਲੈ ਲੈਣਗੇ ਵੀ ਸਰਕਾਰ ਬਣਾ ਲੂਗੀ, ਪਰ ਵਾਇਬਲ ਆਲਟਰਨੇਟਿਵ ਜਿਹੜਾ ਹੈਗਾ ਘੱਟੋ ਘੱਟ ਅਪੋਜੀਸ਼ਨ ਦੀ ਸਪੇਸ ਲੈਣ ਵਾਸਤੇ ਕਾਂਗਰਸ ਦਾ ਪੋਟੈਂਸ਼ੀਅਲ ਹੈਗਾ ਵਾ। ਉਹਦੇ ਲਈ ਉਹ ਸ਼ਾਇਦ ਉਹਨਾਂ ਨੂੰ ਗਾਈਡ ਕਰ ਰਿਹਾ ਸੀ, ਪਰ ਕਾਂਗਰਸ ਦੇ ਅੰਦਰ ਇੰਨੀ ਖਾਨਾ ਜੰਗੀ ਹੈਗੀ ਆ ਕਿ ਸ਼ਾਇਦ ਉਹਨੇ ਵੇਖਿਆ ਹੋਣਾ ਉੱਥੇ ਰਹਿ ਕੇ ਥੋੜਾ ਸਮਾਂ ਕਿ ਕਿਸ ਤਰੀਕੇ ਦੇ ਨਾਲ ਕੋਈ ਅੰਦਰ ਜਾ ਰਿਹਾ, ਕੋਈ ਬਾਹਰ ਜਾ ਰਿਹਾ ਹੈ। ਇੱਥੇ ਕੋਈ ਕਿਸਮ ਦਾ ਡਿਸਿਪਲਿਨ ਨਹੀਂ ਹੈ, ਕੋਈ ਕਿਸੇ ਦੀ ਗੱਲ ਮੰਨਦਾ ਨਹੀਂ ਹੈ। ਲਗਾਤਾਰ ਹਾਰ ਜਿਹੜੀ ਹੈਗੀ ਕਾਂਗਰਸ ਪਾਰਟੀ ਦੀ ਨੂੰ ਹੋਰ ਵੀਕ ਕਰੀ ਜਾ ਰਹੀ ਆ। ਤਾਂ ਜਿੰਨਾ ਚਿਰ ਕਾਂਗਰਸ ਪਾਰਟੀ ਬੈਕ ਟੂ ਦਾ ਰੂਟਸ ਨਹੀਂ ਆਉਂਦੀ, ਇਹਨਾਂ ਕੋਲ ਕੇ ਕਾਮਰਾਜ ਪਲਾਨ ਸੀਗੇ। ਕੇ ਕਾਮਰਾਜ ਸਾਹਿਬ ਜਿਹੜੇ ਸੀਗੇ ਉਹ ਮਦਰਾਸ ਦੇ ਹੈਗੇ ਸੀ, ਆਪਣੇ ਚੀਫ ਮਿਨਿਸਟਰ ਸੀ। ਉਹਨੇ ਇਹਨਾਂ ਨੂੰ ਕਾਲ ਕੀਤੀ ਸੀ ਜਦੋਂ 57 ਦੇ ਵਿੱਚ ਆਣ ਕੇ 52 ਤੋਂ 57 'ਚ ਕਾਂਗਰਸ ਦੀ ਪਰਸੈਂਟੇਜ ਵੋਟ ਘੱਟ ਸੀ, 62 ਦੇ ਵਿੱਚ ਹੋਰ ਘੱਟ ਗਈ ਸੀਗੀ। ਉਹਨੇ ਫਿਰ ਸਾਰੇ ਵੱਡੇ ਲੀਡਰਾਂ ਨੂੰ ਕਾਲ ਕੀਤੀ ਵੀ ਭਾਈ ਗੱਦੀਆਂ ਛੱਡ ਕੇ ਪਾਰਟੀ ਨੂੰ ਸੰਭਾਲੋ, ਪਾਰਟੀ ਤਕੜੀ ਹੋਊਗੀ ਤਾਂ ਹੀ ਸਰਕਾਰਾਂ ਬਣਨਗੀਆਂ।
ਔਰ ਉਹ ਆਪ ਆਇਆ ਸੀ, ਉਹ ਪ੍ਰੈਜ਼ੀਡੈਂਟ ਵੀ ਬਣਿਆ ਸੀ, ਹੋਰ ਵੀ ਬਹੁਤ ਸਾਰੇ ਲੀਡਰ ਜਿਹੜੇ ਆਏ ਸੀ। ਪਰ ਹੁਣ ਇਸ ਵੇਲੇ ਅਦਰ ਵੇ ਰਾਉਂਡ ਆ, ਹਰ ਬੰਦਾ ਗੱਦੀ ਵਾਲੇ ਪਾਸੇ ਵਾਲਾ, ਪਾਰਟੀ ਲਈ ਕੋਈ ਕੰਮ ਨਹੀਂ ਕਰਨਾ ਚਾਹੁੰਦਾ। ਇਹ ਵੈਸੇ ਹਾਲਤ ਸਾਰੀਆਂ ਪਾਰਟੀਆਂ ਦਾ ਹੀ ਹੈਗਾ। ਜੇ ਤੁਹਾਡੀ ਸਰਕਾਰ ਬਣ ਜਾਂਦੀ ਹੈ ਤਾਂ ਲੋਕੀ ਪਾਰਟੀ ਜੁਆਇਨ ਕਰ ਜਾਂਦੇ ਆ। ਜਿੱਦਾਂ ਇਸ ਵੇਲੇ ਆਮ ਆਦਮੀ ਪਾਰਟੀ ਦੇ ਵਿੱਚ ਤੁਸੀਂ ਕਹਿੰਦੇ ਕਿਸੇ ਪਿੰਡ ਜਾ ਕੇ ਵੇਖ ਲਓ, ਸਾਰੇ ਝੰਡੀ ਚੁੱਕੀ ਫਿਰਦੇ ਆ। ਉਹਨਾਂ ਨੂੰ ਪਤਾ ਕਰੋ ਆਏ ਕਿੱਥੇ ਆ। ਤੁਹਾਨੂੰ ਲੱਗਦਾ ਵੀ ਇਹ ਕੁਝ ਅਕਾਲੀਏ ਆ, ਕੁਝ ਕਾਂਗਰਸੀ ਆ, ਕੁਝ ਉਸ ਪਾਸੇ ਨੂੰ ਆਏ ਆ। ਇਹ ਹੁਣ ਆਪ, ਕਿਉਂਕਿ ਆਪ ਪਾਵਰ ਦੇ ਵਿੱਚ ਆ। ਜਿੰਨਾ ਚਿਰ ਇਹ ਵਰਤਾਰਾ ਰਹੂਗਾ, ਇਹ ਸਾਡੇ ਲੋਕਤੰਤਰ ਲਈ ਬਹੁਤ ਖਤਰਨਾਕ ਹੈਗਾ। ਇਹ ਉਹ ਪਾਰਟੀ ਦੀ ਸਿਹਤ ਲਈ ਬਹੁਤ ਖਤਰਨਾਕ ਹੈ। ਔਰ ਖਾਸ ਕਰਕੇ ਇਸ ਵੇਲੇ ਕਾਂਗਰਸ ਪਾਰਟੀ ਲਈ ਤਾਂ ਇਹ ਬਹੁਤ ਵੱਡਾ ਚੈਲੰਜ ਆ ਕਿ ਆਪਣੇ ਆਰਗੇਨਾਈਜੇਸ਼ਨ ਸਟਰਕਚਰ ਨੂੰ ਜਾਂ ਪਾਰਟੀ ਢਾਂਚੇ ਨੂੰ ਕਿੱਦਾਂ ਮਜ਼ਬੂਤ ਕਰਕੇ ਆਪਣੇ ਪੈਰਾਂ ਤੇ ਖੜਾ ਹੋਣਾ। ਮੈਂ ਸਵੇਰੇ ਸਰਦਾਰ ਹਮੀਤ ਸਿੰਘ ਹੋਰਾਂ ਨਾਲ ਵੀ ਇਸ ਵਿਸ਼ੇ ਤੇ ਗੱਲ ਕਰ, ਤੁਸੀਂ ਵੀ ਗੱਲ ਉੱਥੇ ਹੀ ਲਾਏ ਕਿ ਵਿਚਾਰ ਪਿਛਾਂ ਚਲੇ ਗਏ ਤੇ ਕੁਰਸੀ ਸਾਹਮਣੇ ਆ ਗਈ, ਵਿਚਾਰਧਾਰਾ ਖਤਮ ਹੋ ਗਈ। ਇਹੀ ਸਾਡਾ ਨੁਕਤਾ ਦਰਮਿਆਨ ਜਾ ਕੇ ਅਸੀਂ ਫਸ ਗਏ ਸੀ। ਮੈਂ ਜਿਹੜੀ ਬੀਜੇਪੀ ਦੀ ਕਾਮਯਾਬੀ ਉਹਦੇ ਪਿੱਛੇ ਸੰਘਦਾ ਤੇ ਉਹਨਾਂ ਦਾ ਜਿਹੜਾ ਥਿੰਕ ਟੈਂਕ ਆ ਉਹਦੇ ਲਗਾਤਾਰ ਐਫਰਟਸ, ਲਗਾਤਾਰ ਕੋਸ਼ਿਸ਼ ਨੂੰ ਦੇਖਦਾ। ਇਹ 2 ਸੀਟਾਂ ਤੋਂ ਵੱਧਦੇ ਅੱਜ ਉਹਨਾਂ ਨੂੰ ਸੱਤਾ ਤੋਂ ਲਾਉਣਾ ਔਖਾ ਹੋ ਗਿਆ, ਇਹ ਕਿਹਾ ਜਾ ਰਿਹਾ। ਬਾਕੀ ਪਾਰਟੀਆਂ ਇਸ ਮਾਮਲੇ 'ਚ ਪਛੜ ਗਈਆਂ ਨੇ। ਹੁਣ ਇਹੀ ਗੱਲ ਆਮ ਆਦਮੀ ਪਾਰਟੀ ਤੇ ਵੀ ਢੁਕਦੀ ਹੈ ਵੀ ਕਿਸ ਵਿਚਾਰਧਾਰਾ ਨੂੰ ਲੈ ਕੇ ਆਉਣਗੇ ਜਾਂ ਇਹਨਾਂ ਦਾ ਮੇਨ ਥੀਮ ਕੀ ਰਹੂਗਾ। ਇਹਦੇ ਉੱਤੇ ਆਪਾਂ ਅਗਲੇ ਸੈਗਮੈਂਟ 'ਚ ਗੱਲ ਕਰਾਂਗੇ ਕਿ ਆਮ ਆਦਮੀ ਪਾਰਟੀ ਆਖਿਰ ਕਿਸ ਵਿਚਾਰ ਦੀ ਪ੍ਰਤੀਨਿਧ ਹੋਊਗੀ, ਜਾਂ ਜੇ ਇਹਨਾਂ ਨੇ ਕੋਈ ਵਿਧਾਨ ਬਣਾਉਣਾ ਵੀ ਹੋਵੇ, ਕਿਉਂਕਿ ਸਵਰਾਜ ਵਾਲੀ ਕਿਤਾਬ ਤਾਂ ਇਹਨਾਂ ਨੇ ਰੱਖ ਲਈ ਲੱਗਦੀ। ਆਪਾਂ ਇਹਦੇ ਤੇ ਅੱਗੇ ਜੇ ਚੱਲੀਏ ਤੇ ਅੱਜ ਕਾਂਗਰਸ ਪਾਰਟੀ ਨੇ, ਮੈਨੂੰ ਲੱਗਦਾ ਹੈ ਕਿ ਆਪਣੇ ਪੰਜਾਬ ਵਾਲੇ ਕਫਨ 'ਚ ਇੱਕ ਆਖਰੀ ਕਿੱਲ ਜ਼ੋਰ ਨਾਲ ਹੀ ਠੋਕਿਆ। ਸੁਨੀਲ ਜਾਖੜ ਕਾਫੀ ਸਿਆਣੇ ਆਗੂ ਮੰਨੇ ਜਾਂਦੇ ਆ। ਜਦੋਂ ਬੋਲਦੇ ਸੀ ਠੀਕ ਹੀ ਆ, 2-3 ਗਲਤੀਆਂ ਉਹਨਾਂ ਕੀਤੀਆਂ, ਪਤਾ ਨਹੀਂ ਕਿਹੜੀ ਹੜਬੜਾ 'ਚ ਕੀਤੀਆਂ। ਇੱਕ ਤਾਂ ਉਹਨਾਂ ਨੂੰ ਜਦੋਂ ਮੁੱਖ ਮੰਤਰੀ ਨਹੀਂ ਬਣਾਇਆ, ਅੰਬਿਕਾ ਸੋਨੀ ਨੇ ਕਿਹਾ ਵੀ ਪੰਜਾਬ ਦੇ ਵਿੱਚ ਤਾਂ ਸਿੱਖ ਹੀ ਬਣਨਾ ਚਾਹੀਦਾ। ਉਹ ਦਰਦੋ ਛੁਪਾ ਨਹੀਂ ਪਾਏ ਔਰ ਲਗਾਤਾਰ ਉਹ ਬੋਲਦੇ ਰਹੇ। ਹੁਣ ਜਦੋਂ ਜਿਹੜਾ ਉਹਨਾਂ ਨੇ G23 ਦੇ ਮਾਮਲੇ 'ਚ ਇੱਕ ਸਟੇਟਮੈਂਟ ਦਿੱਤੀ ਆ, ਜਿਹਨੂੰ ਚੰਨੀ ਨਾਲ ਜੋੜ ਲਿਆ ਗਿਆ, ਔਰ ਉਹ ਮੈਂ ਵੀਡੀਓ ਕਈ ਵਾਰ ਦੇਖੀ ਆ। ਉਹ ਮੈਂ ਜਾਖੜ ਸਾਹਿਬ ਨਾਲ ਮੇਰੇ ਖਿਆਲ ਅੱਧੇ ਦਰਜਨ ਵਾਂਗ ਗੱਲ ਵੀ ਕੀਤੀ ਹੈ। ਅੱਜ ਉਸ ਬੰਦੇ ਨੂੰ ਤੁਸੀਂ ਪਾਰਟੀ 'ਚੋਂ ਕੱਢ ਕੇ, ਜਿਹੜਾ ਪਹਿਲਾਂ ਹੀ ਕਹਿ ਰਿਹਾ ਮੈਂ ਸਰਗਰਮ ਸਿਆਸਤ 'ਚ ਰਹਿਣਾ ਹੀ ਨਹੀਂ, ਤੁਸੀਂ ਇੱਕ ਪੂਰੀ ਹਿੰਦੂ ਕਮਿਊਨਿਟੀ ਨੂੰ ਮੈਸੇਜ ਦਿੱਤਾ ਕਿ ਤੁਹਾਡੇ ਲਈ, ਤੁਹਾਡੇ ਬਿਹਤਰ ਲੀਡਰ ਸਾਡੇ ਲਈ ਕੋਈ ਅਰਥ ਨਹੀਂ ਰੱਖਦੇ। ਇਹਦਾ ਕਾਂਗਰਸ ਪਾਰਟੀ ਨੂੰ ਪੰਜਾਬ 'ਚ ਕਿੰਨਾ ਕੁ ਨੁਕਸਾਨ ਵੇਖਦੇ ਹੋ? ਇਹਦੇ ਬਹੁਤ ਸਾਰੇ ਪਹਿਲੂ ਆ, ਮੈਂ ਇਹਦੇ ਉੱਤੇ ਲਿਖਿਆ ਵੀ ਸੀਗਾ। ਬਹੁਤ ਇੰਟਰਸਟਿੰਗ ਆ ਪੰਜਾਬ। ਪਹਿਲੀ ਗੱਲ ਤਾਂ ਪੰਜਾਬ ਦੀ ਰਾਜਨੀਤੀ ਨੂੰ, ਪੰਜਾਬ ਦੇ ਸਮਾਜ ਨੂੰ ਆਪਾਂ ਹਿੰਦੂ ਸਿੱਖ ਤੋਂ ਲਾਂਭੇ ਜਾ ਕੇ ਵੇਖੀਏ। ਨਹੀਂ, ਪਰ ਇਹ ਲਿਆਂਦਾ ਤੇ ਇਹਨਾਂ ਨਹੀਂ ਹੈ। ਮੈਂ ਇਹਨਾਂ ਲਿਆਂਦਾ, ਕਾਂਗਰਸ ਨੇ ਆਪਣੇ ਪੈਰਾਂ ਤੇ ਬਹੁਤ ਵੱਡੀ ਕੁਹਾੜੀ ਮਾਰੀ ਜਦੋਂ ਇਹਨਾਂ ਨੇ ਇਹ ਸੋਚ ਕੇ, ਕਿਉਂਕਿ ਅੰਬਿਕਾ ਸੋਨੀ ਜੀ ਨੇ ਮੇਰੇ ਖਿਆਲ ਕੋਈ ਇਲੈਕਸ਼ਨ ਪੰਜਾਬ ਦੇ ਵਿੱਚੋਂ ਲੜ ਕੇ ਜਿਹੜੀ ਹੈਗੀ ਆ ਉਹ ਗਏ। ਹੁਣ ਮੈਨੂੰ ਉਹਦੇ ਬਾਰੇ ਬਹੁਤਾ ਪਤਾ ਨਹੀਂ ਹੈ। ਲੰਬਾ ਸਮਾਂ ਜੇ ਲੜੀ ਆ ਤੇ ਜਿੱਤੀ ਨਹੀਂ। ਹਾਂ ਉਹ ਤੇ ਜੇ ਲੰਬਾ ਸਮਾਂ ਉਹ ਗਾਂਧੀ ਪਰਿਵਾਰ ਦੇ ਨੇੜੇ ਰਹੇ ਆ ਔਰ ਬਹੁਤ ਨਜ਼ਦੀਕ ਰਹੇ ਆ, ਤੇ ਉਹਨਾਂ ਨੂੰ ਇਹੋ ਜਿਹੀਆਂ ਸਟੇਟਾਂ 'ਚ ਪ੍ਰਭਾਰੀ ਬਣਾਉਣਾ ਤੇ ਉਹਨਾਂ ਦੀ ਸਲਾਹ ਤੇ ਚੱਲਣਾ, ਉਹ ਤਾਂ ਮੇਰੇ ਖਿਆਲ ਪਾਰਟੀ ਲਈ ਵੀ ਸੁਸਾਈਡਲ ਹੈ ਜੀ। ਬਹੁਤ ਕਲੀਅਰ ਸੀਗਾ ਕਿ ਪੰਜਾਬ ਦੇ ਵਿੱਚ ਜਦੋਂ ਇਹ ਸਾਰੀ ਚੇਂਜ ਹੋਣੀ ਸੀਗੀ, ਇਹ ਜਿਹੜਾ ਹੈਗਾ ਸੁਨੀਲ ਜਾਖੜ ਹੋਣਾ ਦਾ ਜਿਹੜਾ ਉਹ ਕਹਿੰਦੇ ਨਾ ਆਇਆ। ਪਰ ਸੁਨੀਲ ਜਾਖੜ ਹੋਣਾ ਦੀ ਸਭ ਤੋਂ ਵੱਡੀ ਜਿਹੜੀ ਸਮੱਸਿਆ ਆ ਗਈ ਵੀ ਉਹ 2 ਇਲੈਕਸ਼ਨ ਹਾਰ ਚੁੱਕੇ ਸੀਗੇ। 19 ਦੇ ਵਿੱਚ ਉਹਨਾਂ ਨੇ ਹਾਰੀ ਸੀ ਆਪਣੀ ਜਿਹੜੀ ਆਪਣੀ ਗੁਰਦਾਸਪੁਰ ਵਾਲੀ ਹਾਰੀ ਸੀਗੀ, ਤੇ 17 ਦੇ ਵਿੱਚ ਜਿਹੜੀ ਅਬੋਹਰ ਵਾਲੀ ਸੀਟ ਉਹ ਹਾਰ ਗਈ। ਪਰ ਜ਼ਰੂਰੀ ਨਹੀਂ ਹੁੰਦਾ ਕਿ ਲੀਡਰ ਹਰ ਵਾਰੀ ਸੀਟਾਂ ਜਿੱਤੇ ਹੀ। ਚੰਗਾ ਲੀਡਰ ਬਹੁਤ ਵਾਰੀ ਹਾਰ ਜਾਂਦਾ। ਮਨਮੋਹਨ ਸਿੰਘ ਹੁਣੀ ਵੀ ਹਾਰ ਗਏ ਸੀ। ਇੱਥੇ ਕਾਂਗਰਸ ਦੀ ਵਿਜ਼ਡਮ ਨੂੰ ਟੈਸਟ ਕਰਨ ਦਾ ਸਵਾਲ ਸੀਗਾ ਵੀ ਉਹ ਤੁਸੀਂ ਉਹਨਾਂ ਨੂੰ, ਜੇ ਜੋ ਲੋਕੀ ਕਹਿੰਦੇ ਆ, ਕਿਉਂਕਿ ਬਹੁਤ ਸਟੇਟ ਫਾਰਵਰਡ ਸੀ ਮਸਲਾ ਸੀ ਉਸ ਸਮੇਂ, ਇਮਾਨਦਾਰੀ ਦਾ ਮਸਲਾ ਸੀ, ਸੱਚ ਬੋਲਣ ਦਾ ਮਸਲਾ ਸੀਗਾ, ਲੋਕਾਂ ਦੇ ਨਾਲ, ਪੰਜਾਬ ਦੇ ਲੋਕਾਂ ਨਾਲ ਖੜਾ ਹੋਣ ਲਈ, ਜਿਹਦੇ ਲਈ ਮੇਰੇ ਖਿਆਲ ਸੁਨੀਲ ਜਾਖੜ ਜੀ ਜਾਣੇ ਜਾਂਦੇ ਆ। ਔਰ ਰੰਧਾਵਾ ਸਾਹਿਬ ਬਹੁਤ ਇੰਟਰਸਟਿੰਗ ਗੱਲ ਬਹੁਤ ਹੈਗੀ ਆ, ਸਟੱਡੀ ਇਲੈਕਸ਼ਨ ਦੇ ਵਿੱਚ ਵੀ ਆਈ ਆ ਕਿ ਬੀਜੇਪੀ ਨੂੰ ਹਿੰਦੂ ਵੋਟ ਭਾਈਚਾਰੇ ਨੇ ਰਿਜੈਕਟ ਕਰਕੇ ਰੱਖ ਦਿੱਤਾ। ਬਿਲਕੁਲ। ਔਰ ਨਾ ਇਹਦੇ ਨੇ ਆਪ ਤੇ ਟੇਕ ਰੱਖੀ ਆ। ਪੰਜਾਬ ਦਾ ਹਿੰਦੂ ਭਾਈਚਾਰੇ ਨੇ ਅਜੇ ਵੀ ਕਾਂਗਰਸ ਤੇ ਸਭ ਤੋਂ ਜ਼ਿਆਦਾ ਵਿਸ਼ਵਾਸ ਕੀਤਾ। 31% ਵੋਟਾਂ ਟੋਟਲ ਜਿਹੜੀਆਂ ਹੈਗੀਆਂ ਇਸ ਭਾਈਚਾਰੇ ਦੀਆਂ ਉਹ ਕਾਂਗਰਸ ਪਾਰਟੀ ਨੂੰ ਗਈਆਂ। ਬੜਾ ਵੱਡਾ ਅੰਕੜਾ, ਵੱਡਾ ਬਹੁਤ ਵੱਡਾ ਅੰਕੜਾ ਹੈ। ਆਪ ਇਹ ਤੋਂ ਪਿੱਛੇ ਆ ਜਾਂਦੀ ਆ, ਤੇ ਜਿਹੜੀ ਅਕਾਲੀ ਦਲ ਤੇ ਦੂਸਰੇ ਬੀਜੇਪੀ ਸਭ ਤੋਂ ਥੱਲੇ ਆਉਂਦੀ ਆ, ਅਕਾਲੀ ਦਲ ਤੋਂ ਥੱਲੇ ਆ, 30ਵੇਂ ਨੰਬਰ ਤੇ ਬੀਜੇਪੀ ਆ। ਸੋ ਮੇਰਾ ਕਹਿਣ ਤੋਂ ਭਾਵ ਆ ਉਹਨਾਂ ਦਾ ਦਰਦ ਵੀ ਸਹੀ ਆ, ਉਹਨਾਂ ਦੀ ਐਂਟੀਸਪੇਸ਼ਨ ਵੀ ਠੀਕ ਸੀਗੀ, ਔਰ ਜੋ ਉਹਨਾਂ ਨੇ ਉਸ ਸਮੇਂ ਗੱਲ ਕਹੀ ਸੀ ਉਹ ਵੀ ਠੀਕ ਸੀਗੀ। ਜੇ ਕਾਂਗਰਸ ਪਾਰਟੀ ਅੱਜ ਉਹਨਾਂ ਨੂੰ ਲਾਂਭੇ ਕਰਦੀ ਆ, ਉਹ ਸਿਰਫ ਹਿੰਦੂ ਭਾਈਚਾਰਾ ਨਹੀਂ, ਉਹ ਜਾਟ
ਲੈਫਟ ਜਿਹੜੇ ਹੈਗੇ ਆ ਬਹੁਤ ਵੱਡੀ ਇੱਕ ਫੈਮਿਲੀ ਨੂੰ ਬਿਲੋਂਗ ਕਰਦੇ ਆ। ਬਲਰਾਮ ਜਾਖੜ ਜੀ ਬਹੁਤ ਰਿਸਪੈਕਟਫੁਲ ਲੀਡਰ ਸੀਗੇ। ਅਜੇ ਵੀਰ ਜਾਖੜ ਸਿੰਘ ਜਿਹੜੇ ਜਿਨ੍ਹਾਂ ਦੇ ਭਤੀਜੇ ਆ ਉਹ ਬਹੁਤ ਪ੍ਰੋਮੀਨੈਂਟ ਪੰਜਾਬ ਦੇ ਕਿਸਾਨ ਹੈਗੇ। ਹੁਣ ਇੱਕ ਹੋਰ ਜਿਹੜਾ ਭਤੀਜਾ ਵਾ ਉਹ ਬਣਿਆ MLA ਬਣਿਆ ਅਜੇ ਵੀਰ ਜਾਖੜ ਫਾਰਮਰ ਕਮਿਸ਼ਨ ਦੇ ਚੇਅਰਮੈਨ। ਹਾਂ, ਉਹ ਬਹੁਤ ਵੱਡੇ ਥਾਂ ਦੇ ਉੱਤੇ ਆ। ਇਹਨਾਂ ਦਾ ਰਾਜਸਥਾਨ ਦੇ ਵਿੱਚ ਵੀ ਇਹਨਾਂ ਦਾ ਹੈਗਾ ਵਾ ਅਸਰ ਹੈਗਾ ਵਾ, ਹਰਿਆਣੇ ਦੇ ਵਿੱਚ ਵੀ ਹੈਗਾ। ਸੋ ਮੇਰਾ ਖਿਆਲ ਹੈ ਵੀ ਜੇ ਤੁਸੀਂ ਉਹਨੇ ਕੀ ਸਟੇਟਮੈਂਟ ਦਿੱਤੀ, ਜੇ ਉਹਦੇ ਬੇਸਿਸ ਦੇ ਉੱਤੇ ਤੁਸੀਂ ਉਹਨਾਂ ਨੂੰ 2 ਸਾਲ ਲਈ ਸਸਪੈਂਡ ਕਰਨਾ ਚਾਹੁੰਦੇ ਹੋ ਤਾਂ ਮੇਰਾ ਖਿਆਲ ਆ ਵੀ ਇਹ ਹੋਰ ਸੁਇਸਾਈਡਲ ਹੋਊਗਾ। ਇਹ ਗੱਲ ਠੀਕ ਹੁੰਦੀ ਆ ਕਿ ਜਦੋਂ ਪਾਰਟੀਆਂ ਹਾਰ ਜਾਂਦੀਆਂ ਉਹ 'ਚ ਬੁਖਲਾਹਟ ਬਹੁਤ ਆਉਂਦੀ ਆ, ਪਰ ਚੰਗੀ ਲੀਡਰਸ਼ਿਪ ਉਹ ਹੁੰਦੀ ਆ ਕਿ ਬੁਖਲਾਹਟ ਨੂੰ ਲਾਂਭੇ ਰੱਖ ਕੇ ਸਾਰਿਆਂ ਨੂੰ ਨਾਲ ਲੈ ਕੇ ਇੱਕ ਮੰਚ ਤੇ ਬਿਠਾ ਕੇ ਉੱਥੇ ਇਹਨਾਂ ਨੂੰ ਜਿਹੜਾ ਇਕੱਠਿਆਂ ਕਰਕੇ ਵੀ ਠੀਕ ਹੈ ਇਹਨੇ ਗੱਲ ਕਹੀ ਆ, ਹਰ ਇੱਕ ਨੂੰ ਰਾਈਟ ਆ ਗੱਲ ਕਹਿਣ ਦਿੱਤਾ। ਜੇ ਉਹਨੇ ਉਸ ਸਮੇਂ ਤੇ ਆਪਣੇ ਦੁੱਖ ਨੂੰ ਦਰਦ ਨੂੰ ਜ਼ਾਹਰ ਕਰ ਦਿੱਤਾ ਵਾ ਜੋ ਸੱਚਾ ਵੀ ਸੀਗਾ। ਜੇ ਮੈਂ ਹੁਣ ਇਹ ਗੱਲ ਬੜਾ ਜ਼ਿੰਮੇਵਾਰੀ ਨਾਲ ਵੀ ਕਹਿ ਸਕਦਾ ਪਰ ਕੌਸ਼ੀਅਸਲੀ ਕਹਿ ਸਕਦਾ, ਜੇ ਚੰਨੀ ਸਾਹਿਬ ਦੀ ਥਾਂ ਦੇ ਉੱਤੇ ਜਾਖੜ ਸਾਹਿਬ ਨੂੰ ਕੈਂਡੀਡੇਟ ਇਹਨਾਂ ਨੇ ਪ੍ਰੈਜ਼ੈਂਟ ਕੀਤਾ ਹੁੰਦਾ ਤੇ ਸ਼ਾਇਦ ਕਾਂਗਰਸ ਦੀ ਹਾਲਤ ਜਿਹੜੀ ਆ ਇਹਦੇ ਨੂੰ ਹੋਰ ਜ਼ਿਆਦਾ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਵੀ ਛੱਡ ਕੇ ਨਾ ਜਾਂਦੇ। ਨੰਬਰ 1 ਸ਼ਾਇਦ ਮੈਨੂੰ ਲੱਗਦਾ ਕਿ ਇੰਨੀ ਟੁੱਟ ਭੱਜ ਬਾਅਦ ਚ ਦੇਖਣ ਚ ਨਾ ਮਿਲਦੀ। ਨਵਜੋਤ ਸਿੰਘ ਸਿੱਧੂ ਨੂੰ ਵੀ ਉਹ ਜੋ ਸਭ ਕੁਝ ਵਾਪਰਿਆ ਉਹ ਤੋਂ ਬਚਾਓ। ਖੈਰ ਇਹ ਤਾਂ ਉਹ ਪਹਿਲੂ ਨੇ ਜਿਨ੍ਹਾਂ ਨੂੰ ਜੇ ਨਾਲ ਜੋੜ ਸਕਦੇ, ਪਰ ਉਂਝ ਜਾਖੜ ਸਾਹਿਬ ਨੇ ਇੱਕ ਤੋਂ ਵੱਧ ਵਾਰੀ ਇਹ ਗੱਲ ਕਹੀ ਹੈ ਬੇਅਦਬੀ ਮਾਮਲਿਆਂ 'ਚ ਉਹਨੇ ਬੜਾ ਜ਼ੋਰ ਲਾਇਆ। ਬਾਦਲਕਿਆਂ ਦੇ ਖਿਲਾਫ ਉਹ ਇਹਨਾਂ ਦਾ ਬੋਲ ਸਭ ਤੋਂ ਵੋਕਲ ਬੁਲਾਰਾ ਸੀ, ਪਰ ਉਹ ਕਹਿੰਦਾ ਸੀ ਮੇਰੇ ਸਿਰ ਤੇ ਪੱਗ ਹੈ ਨਹੀਂ, ਉਂਝ ਮੈਂ ਪੂਰਾ ਸਿੱਖ ਹੈ, ਮੈਂ ਗੁਰੂ ਘਰ ਲਈ ਓਨਾ ਹੀ ਸਮਰਪਿਤ ਹਾਂ, ਮੈਨੂੰ ਤੁਸੀਂ ਐਵੇਂ ਨਾ ਦੇਖੋ। ਕਾਂਗਰਸ ਪਾਰਟੀ ਨੇ ਅੱਜ ਇੱਕ ਆਪਣਾ ਪੜੋਸ ਕੇ ਏਡਾ ਵੱਡਾ ਕੱਦ ਕਰਕੇ ਬੰਦਾ ਗਵਾ ਲਿਆ। ਮੈਨੂੰ ਇਹ ਵੀ ਸ਼ੱਕ ਪੈ ਰਿਹਾ ਵੀ ਸ਼ਾਇਦ ਉਹਨਾਂ ਦਾ MLA ਭਤੀਜਾ ਵੀ ਛੱਡ ਜਾਵੇ। ਤੁਹਾਨੂੰ ਕਿਤੇ 0.% ਗੱਲ ਲੱਗਦੀ ਹੈ ਕਿ ਇੰਨਾ ਹਰਟ ਹੋਇਆ ਬੰਦਾ, ਇੰਨਾ ਤਕਲੀਫ 'ਚ ਆਇਆ ਬੰਦਾ BJP ਵਰਗੀ ਪਾਰਟੀ ਨੂੰ ਸਭ ਤੋਂ ਵੱਧ ਸੂਟ ਕਰੂਗਾ? ਨਹੀਂ, ਮੇਰਾ ਖਿਆਲ ਇਹ ਖਾਨਦਾਨੀ ਲੋਕ ਆ, ਖਾਨਦਾਨੀ ਉਹ ਨਹੀਂ, ਭਲੇ ਲੋਕ ਆ। ਮਤਲਬ ਇਦਾਂ ਦੇ ਉਹ ਨਹੀਂ ਹੈਗਾ ਇਹਨਾਂ ਦੇ ਜਿੱਦਾਂ ਦੇ ਆਮ ਲੀਡਰਾਂ ਦੇ ਬਾਰੇ ਚੱਲਦੇ ਜਿਹੜਾ ਮੇਰਾ ਪਰਸਨਲੀ ਮੈਨੂੰ ਮਨਾ ਵੀ ਕੀਤਾ ਸੀ ਉਹਨਾਂ ਨੇ ਕਿ ਮੈਂ ਨਹੀਂ ਜਾ ਰਿਹਾ ਜਿਹੜਾ ਹੈਗਾ ਸੀਗਾ। ਮੈਨੂੰ ਨਹੀਂ ਲੱਗਦਾ ਕਿ ਇਹੋ ਜਿਹੇ ਬੰਦੇ ਵਿਡਰਾਅ ਕਰ ਜਾਂਦੇ ਹੁੰਦੇ ਆ ਔਰ ਇਹੋ ਜਿਹੇ ਬੰਦੇ ਪਿਛਾਂਹ ਹੋ ਕੇ ਬੈਠ ਜਾਂਦੇ ਆ, ਕਿਉਂਕਿ ਇਹ ਬਹੁਤ ਵੱਡੇ ਜ਼ਿਮੀਂਦਾਰ ਵੀ ਹੈਗੇ ਆ, ਇਹਨਾਂ ਦੀ ਬਹੁਤ ਵੱਡੇ ਹੋਰ ਸੋਸ਼ਲ ਐਕਟੀਵਿਟੀ ਵੀ ਹੋ ਸਕਦੀਆਂ, ਪੜ੍ਹੇ ਲਿਖੇ ਵੀ ਲੋਕ ਹੈਗੇ ਆ, ਇਹ ਫਿਲਾਸਫਰ ਵੀ ਬਣ ਉਸ ਕਿਸਮ ਦੇ ਵੀ ਹੋ ਸਕਦੇ ਆ। ਮੈਨੂੰ ਨਹੀਂ ਲੱਗਦਾ ਕਿਉਂਕਿ ਇਹਨਾਂ ਦੇ ਫਾਦਰ ਸਾਹਿਬ ਸੀਗੇ, ਇਹ ਸੀਗੇ, ਸਾਰੀ ਉਮਰ ਇਹਨਾਂ ਨੇ ਲਾਈ ਹੋਈ। ਜੇ ਕਿਤੇ ਇਹ ਭਾਣਾ ਵਾਪਰਦਾ, ਕਿਉਂਕਿ ਉਹਨਾਂ ਨੂੰ ਬਿਲਕੁਲ ਪਤਾ ਹੈ ਕਿ ਪੰਜਾਬ ਦੇ ਵਿੱਚ BJP ਦਾ ਉਸ ਕਿਸਮ ਦੀ ਜਿਹੜੀ ਐਕਸੈਪਟੇਬਿਲਿਟੀ ਨਹੀਂ ਹੈ। ਹਾਂ, ਉਹ ਠੀਕ ਆ ਕਿ ਉਹਨਾਂ ਨੂੰ ਰਾਜ ਸਭਾ ਦਾ ਮੈਂਬਰ ਬਣਾ ਸਕਦੇ ਆ, ਰਾਜਸਥਾਨ ਤੋਂ ਲੜਾ ਕੇ ਉਹ ਚੱਲ ਜਾਂਦੇ, ਪਰ ਉੱਥੇ ਲੈਣਗੇ ਕੀ ਜਾ ਕੇ? ਇਹੋ ਜਿਹੇ ਬੰਦੇ ਜਿਹੜੇ ਓਪਨ ਵਿਚਾਰਾਂ ਵਾਲੇ ਹੈਗੇ, ਜਿਹੜੀ ਕਹਿੰਦੇ ਵੀ ਸਿੱਖੀ ਸਾਡਾ ਵਿਸ਼ਵਾਸ ਹੈਗਾ ਜਾਂ ਸੈਕੂਲਰ ਵਿਚਾਰਧਾਰਾ ਹੈ, ਜਾਂ ਇਹੋ ਜਿਹੇ ਪੈਰੋਕੀਅਲ ਜਾਂ ਇਹੋ ਜਿਹੀਆਂ ਜਿਹੜੀਆਂ ਵੰਡ ਪਾਊ ਤਾਕਤਾਂ ਦੇ ਖਿਲਾਫ ਡਟ ਕੇ ਲੜਨ ਵਾਲੇ ਬੰਦੇ ਆ, ਉਹਨਾਂ ਦਾ ਉੱਥੇ ਰੁਕਣਾ ਜਿਹੜਾ ਹੈਗਾ ਵਾ, ਮਤਲਬ ਉੱਥੇ ਰਹਿਣਾ ਜਿਹੜਾ ਇਹਨਾਂ ਦੀ ਮਜਬੂਰੀ ਨਹੀਂ ਹੈ। ਵੈਸੇ ਹਾਂ, ਇਹ ਮਜਬੂਰੀ ਇਸ ਕਰਕੇ ਨਹੀਂ ਹੈ ਵੀ ਇਹਨਾਂ ਨੂੰ, ਮੈਨੂੰ ਨਹੀਂ ਲੱਗਦਾ ਵੀ ਮੰਤਰੀ ਬਣਨਾ ਇਹਨਾਂ ਲਈ ਕੋਈ ਬਹੁਤ ਵੱਡੀ ਗੱਲ ਹੋਊਗੀ ਜਾਂ BJP ਜਾ ਕੇ ਕੋਈ ਸੈਕਟਰੀ ਬਣਨਾ ਬਹੁਤ ਵੱਡੀ ਗੱਲ ਹੋਊਗੀ। ਹਾਂ, ਇਹ ਜ਼ਰੂਰ ਹੈਗਾ ਕਿ ਦੁਖੀ ਹੋਣਗੇ, ਹਟ ਹੋਣਗੇ, ਇਹਦੇ ਨਾਲ ਡੀਮੋਰਲਾਈਜੇਸ਼ਨ ਵਧੂਗੀ। ਨਹੀਂ, ਪਰ ਇੱਕ ਚੀਜ਼ ਹੋਰ ਹੈ, ਇੰਨੇ ਅਰਸੇ ਤੱਕ ਕਿਸੇ ਕਲਚਰ 'ਚ ਰਹਿ ਕੇ ਬੇਗਾਨਗੀ ਦੀ ਭਾਵਨਾ ਤੇ ਆ ਜਾਂਦੀ ਹੈ, ਇੱਕ ਨਿਰਾਸ਼ਾ ਬੰਦੇ ਦੇ ਅੰਦਰ ਘਰ ਕਰ ਜਾਂਦੀ ਹੈ। ਇੱਕ ਪੂਰੇ ਦੇ ਪੂਰੇ ਮੈਂ ਕਈ ਬੰਦੇ ਦੇਖੇ ਆ ਜਿਹੜੇ ਪਾਰਟੀਆਂ ਬਦਲਣ ਤੋਂ ਬਾਅਦ ਬਿਲਕੁਲ ਨਿਰਾਸ਼ ਹੋ ਜਾਂਦੇ ਕਿਉਂਕਿ ਉਹ ਨਵੀਂ ਥਾਂ ਜਾ ਕੇ ਐਡਜਸਟ ਹੀ ਨਹੀਂ ਹੋ ਪਾਉਂਦੇ। ਸੋ ਤੁਹਾਨੂੰ ਲੱਗਦਾ ਹੈ ਕਿ ਅੱਜ ਦੇ ਇਸ ਫੈਸਲੇ ਤੋਂ ਬਾਅਦ ਜਿਹੜਾ ਕਿ ਸੁਨੀਲ ਜਾਖੜ ਆਸ ਹੀ ਕਰ ਰਹੇ ਸੀਗੇ ਵੀ ਇੰਝ ਹੀ ਹੋਣਾ, ਉਸ ਤੋਂ ਬਾਅਦ ਇੱਕ ਵੱਡਾ ਲੀਡਰ ਸਿਆਸਤ ਵਿੱਚੋਂ ਪੰਜਾਬ ਨੇ ਪਿਛਾਂਹ ਸੁੱਟਤਾ। ਹਾਲਾਂਕਿ ਲੋਕ ਕਹਿਣਗੇ ਕਿ ਇਹ ਦਹਾਕਿਆਂ ਤੋਂ ਵੱਡੇ ਕਿੱਦਾਂ ਸੀਗੇ ਜੇ ਪੰਜਾਬ ਲਈ ਕੀਤਾ ਹੀ ਕੱਖ ਨਹੀਂ। ਜਦੋਂ ਅਸੀਂ ਗੱਲ ਕਿਸੇ ਸਥਾਪਤੀ ਦੀ ਕਰਦੇ ਹਾਂ ਤੇ ਤੁਸੀਂ ਸਾਨੂੰ ਸਾਹਮਣੇ ਉਹ ਟੱਕਰ ਦਿਓ ਵੀ ਇਹ ਕਾਹਦੇ ਆ ਜੀ, ਇਹਨਾਂ ਨੂੰ ਹੁਣ ਰਿਟਾਇਰ ਸਾਰਿਆਂ ਨੂੰ ਹੋ ਜਾਣਾ ਚਾਹੀਦਾ। ਹੁਣ ਮੇਰੇ ਖਿਆਲ ਆਪਾਂ ਅਕਾਲੀ ਦਲ ਵਾਲੀ ਗੱਲ ਕਰੀਏ, ਲੰਬਾ ਆ ਗਿਆ। ਕੱਲ ਅਸੀਂ ਛੱਡ ਗਏ ਸੀ, ਹਾਂ ਕੱਲ ਲਈ ਇੱਕ ਨਵਾਂ ਮੁੱਦਾ ਅਸੀਂ ਛੱਡ ਕੇ ਜਾ ਰਹੇ ਹਾਂ ਕਿ ਆਖਰ ਜੇ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਹੋਵੇ, ਆਈਡੀਓਲੋਜੀ ਹੋਵੇ ਤਾਂ ਉਹ ਕੀ ਹੋਵੇ ਜਾਂ ਕੀ ਹੋ ਸਕਦੀ ਹੈ, ਇਹਦੇ ਉੱਤੇ ਖੁੱਲੀ ਗੱਲ ਕਰਾਂਗੇ। ਤੁਸੀਂ ਆਪਣਾ ਰਾਏ ਵੀ ਜ਼ਰੂਰ ਦਿੰਦੇ ਰਹੋ, ਸਾਨੂੰ ਤੁਸੀਂ ਕਿਸੇ ਵੀ ਮਾਧਿਅਮ ਰਾਹੀਂ ਲਿਖ ਕੇ ਭੇਜ ਸਕਦੇ ਹੋ। ਪਰ ਮੈਂ ਪ੍ਰੋਫੈਸਰ ਸਾਹਿਬ ਜਿਹੜਾ ਅਸੀਂ ਕੱਲ ਪ੍ਰੋਮਿਸ ਕੀਤਾ ਸੀ ਕਿ ਅਕਾਲੀ ਦਲ ਜਿਹੜਾ ਇਸ ਖਿੱਤੇ ਦਾ ਚਿਹਰਾ ਸੀਗਾ, ਵਿਸ਼ਾਲ ਕੈਨਵਸ ਦੇ ਉੱਤੇ ਜੇ ਸਭ ਤੋਂ ਵੱਡੀ ਤਸਵੀਰ ਦਿਸਦੀ ਹੈ ਤੇ ਉਹ ਪੰਥਕ ਦਲ ਦੀ ਦਿਸਦੀ, ਜਿਹੜਾ ਹੌਲੀ ਹੌਲੀ ਨਿੱਘਰਦਾ ਗਿਆ, ਨਿੱਘਰਦਾ ਰਿਹਾ, ਅੱਜ ਦੇ ਸਰੂਪ 'ਚ ਹੈ। ਮਹੀਨੇ ਡੇਢ ਦੀ ਸਰਗਰਮੀ ਨੂੰ ਧਿਆਨ 'ਚ ਰੱਖਿਆ ਤੇ ਇਹਦੇ ਨਾਲ ਹੀ ਪਿੱਛੇ ਦੂਰ ਤੱਕ ਝਾਤੀ ਪਾਇਆ, ਤੁਹਾਡੇ ਅੰਦਰ ਸਾਕਾਰ ਕੀ ਹੁੰਦਾ, ਖਿਆਲ ਕੀ ਉਪਜਦੇ ਆ,
ਤੁਸੀਂ ਇਸ ਤਰਾਸਦੀ ਨੂੰ ਬਿਆਨ ਕਿਵੇਂ ਕਰਦੇ ਹੋ, ਚਿੱਤਰਨ ਕਿਵੇਂ ਕਰਦੇ ਹੋ? ਇਹ ਗੱਲ ਬਿਲਕੁਲ ਠੀਕ ਹੈਗੀ ਆ ਕਿ ਇੱਕ ਉਹ ਪਾਰਟੀ ਜਿਹੜੀ ਪਾਰਟੀ ਸਿਰਫ ਪੰਜਾਬ 'ਚ ਨਹੀਂ ਦੇਸ਼ ਦੇ ਵਿੱਚ ਵੀ ਇੱਕ ਵਿਚਾਰਧਾਰਾ ਲਈ ਇੱਕ ਪ੍ਰੋ ਪੀਪਲ ਜਾਂ ਇੱਕ ਜਿਹਨਾਂ ਦਾ ਇੱਕ ਕਿਸਮ ਦਾ ਸ਼ਾਨਾ ਮਤਾ ਇਤਿਹਾਸ ਸੀ ਉਹਦੇ ਬਾਰੇ ਜਾਣੀ ਜਾਂਦੀ ਸੀ, ਸੰਘਰਸ਼ੀ ਪਾਰਟੀ ਸੀਗੀ, ਮਰਜੀਵੜਿਆਂ ਦੀ ਪਾਰਟੀ ਸੀਗੀ। ਜੇ ਬਹੁਤਾ ਪਿੱਛੇ ਨਹੀਂ ਜਾਂਦੇ ਆਪਾਂ ਤੇ ਜੇ ਹੁਣ ਤੋਂ ਇਹਨਾਂ ਦਾ ਡਿਕਲਾਈਨ 2012 ਦੇ ਵਿੱਚ ਸ਼ੁਰੂ ਹੋ ਗਿਆ। ਵੈਸੇ ਉਹ ਤੋਂ ਪਹਿਲਾਂ ਵੀ ਚੱਲ ਜੀਏ 2007 ਤੋਂ ਬਾਅਦ ਵੀ ਜਦੋਂ ਇਹ ਲੀਡਰਸ਼ਿਪ ਜਿਹੜੀ ਚੇਂਜ ਹੋਈ ਆ 97 ਦੇ ਵਿੱਚ ਵੀ ਗਵਰਨਮੈਂਟ ਬਣਨ ਤੋਂ ਬਾਅਦ ਕੁਝ ਠੀਕ ਠਾਕ ਰਿਹਾ। 2007 ਤੋਂ ਬਾਅਦ ਜਦੋਂ ਵੱਡੇ ਲੀਡਰਾਂ ਨੂੰ ਛੱਡ ਕੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣ ਗਿਆ ਉਦੋਂ ਜਿਹੜੀ ਹੈਗੀ ਸੀ ਸਮੱਸਿਆ ਸ਼ੁਰੂ ਹੋ ਗਈ ਸੀ। 12 ਦੇ ਵਿੱਚ ਮੈਨੇਜ ਹੋ ਗਈ ਇਲੈਕਸ਼ਨ, ਜਿੱਦਾਂ ਆਪਾਂ ਦੱਸਿਆ ਕਿ ਕੁਝ ਫ੍ਰੀ ਵੀ ਸੀਗੀਆਂ ਹੋਰ ਗੱਲਾਂ ਕਰਕੇ ਇਹਦੇ ਲਾਰਜਰ ਦੈਨ ਸਾਈਜ਼ ਹੋ ਗਿਆ। ਇਹ ਸਭ ਨੇ ਦੇਖਣਾ ਸ਼ੁਰੂ ਕਰਤਾ ਵੀ ਬਹੁਤ ਵੱਡੀ ਮੰਜੀਰੀਅਲ ਕੈਪੈਸਿਟੀ ਹੈਗੀ ਆ ਜੀ, ਇਹ ਸੋਸ਼ਲ ਇੰਜੀਨੀਅਰਿੰਗ ਹੈ, ਸਾਰਾ ਕੁਝ ਚੱਲਦਾ ਰਿਹਾ। ਪਰ 7 ਤੋਂ ਆਣ ਕੇ 12 ਤੱਕ ਇਹਨਾਂ ਦੀ 3% ਵੋਟ ਸ਼ੇਅਰ ਘਟ ਗਿਆ ਸੀਗਾ। 37 ਤੋਂ 34% ਆ ਗਿਆ ਸੀ, ਪਰ ਵੋਟਾਂ ਦੇ ਨਾਲ ਬਹੁਤਾ ਫਰਕ ਨਹੀਂ ਪਿਆ। ਵੋਟ ਸ਼ੇਅਰ ਕਈ ਵਾਰੀ ਸੀਟਾਂ ਵਧ ਗਈਆਂ ਸੀ 12, ਪਰ ਵੋਟ ਸ਼ੇਅਰ ਥੱਲੇ ਆ ਗਿਆ ਸੀ ਕਿਉਂਕਿ ਕਾਂਗਰਸ ਦਾ ਜਿਹੜਾ ਹੈਗਾ ਸੀ ਉਹ ਕਨਫਾਈਨ ਹੋ ਗਈ ਸੀਗੀ। ਤੇ ਇਸ ਤੋਂ ਬਾਅਦ ਫਿਰ ਮੁੜ ਕੇ ਜਿਹੜਾ ਇਹਦਾ ਵਰਤਾਰਾ ਰਿਹਾ ਵਾ, ਮੈਨੂੰ ਅਜੇ ਵੀ ਮੈਂ ਅੱਜ ਦੇਖਣ ਡਿਆ ਯਾਦ ਕਰਦਾ ਸੀਗਾ ਵੀ ਬਾਦਲ ਪਿੰਡ ਸ਼ਾਇਦ ਬਾਦਲ ਸਾਹਿਬ ਹੋਣਾ ਦੇ ਮਜੀਠੀਆ ਸਾਹਿਬ ਨੇ ਪਿੰਡ ਦੇ ਵਿੱਚ ਖੁੱਲੀ ਜੀਵ ਦੇ ਉੱਤੇ ਉਸ ਸਮੇਂ ਦੇ ਵਿੱਚ ਜਿਹੜਾ ਹੈਗਾ ਸੀ ਉਹ ਜਲੂਸ ਕੱਢਿਆ ਸੀਗਾ ਤੇ ਉਦੋਂ ਹੀ 25 ਸਾਲ ਹੋਰ ਤਾਕਤ ਦੇ ਵਿੱਚ ਰਹਿਣ ਦੀਆਂ ਗੱਲਾਂ ਕੀਤੀਆਂ ਸੀਗੀਆਂ। ਪਰ ਨਾਲ ਨਾਲ ਜਿਹੜਾ ਅੰਦਰਲਾ ਢਾਂਚਾ ਸੀਗਾ, ਜਿਹੜੀ ਖਾਸ ਕਰਕੇ ਆਰਗੇਨਾਈਜ਼ ਸਟਰਕਚਰ ਸੀ, ਮੈਂ ਬਾਰ-ਬਾਰ ਇਹ ਗੱਲ ਕਹਿਣਾ ਕਿ ਸਾਡਾ ਪਾਰਲੀਮੈਂਟਰੀ ਸਿਸਟਮ ਹੈਗਾ। ਪਾਰਲੀਮੈਂਟ ਸਿਸਟਮ ਦੇ ਵਿੱਚ ਉਹੀ ਪਾਰਟੀਆਂ ਲੰਮਾ ਸਮਾਂ ਡਟੀਆਂ ਰਹਿਣਗੀਆਂ ਜਿਨ੍ਹਾਂ ਦੀਆਂ ਪਾਰਟੀ ਦੇ ਜਾਂ ਜੜ੍ਹਾਂ ਮਜ਼ਬੂਤ ਹੋਣਗੀਆਂ। ਪਾਰਟੀਆਂ ਦੀ ਜੜ੍ਹਾਂ ਦਾ ਮਤਲਬ ਹੈਗਾ ਜਿਨ੍ਹਾਂ ਨਾਲ ਆਮ ਲੋਕ, ਸਧਾਰਨ ਲੋਕ ਜਿਹੜੇ ਅਦਰਵਾਈਜ਼ ਤੇ ਇਹਨਾਂ ਵੱਡੇ ਪੋਲੀਟੀਕਲ ਲੀਡਰਾਂ ਨੂੰ ਦਿਖਦੇ ਨਹੀਂ ਗੇ, ਵੋਟਾਂ ਵੇਲੇ ਹੀ ਦਿਖਦੇ ਆ। ਪਰ ਵੋਟਾਂ ਵੇਲੇ ਕਈ ਵਾਰੀ ਹੁੰਦਾ ਸੀ ਪੈਸੇ ਲੈ ਕੇ ਮੈਨੇਜ ਕਰਨ ਦੀ ਗੱਲ ਕਰਦੇ ਸੀ, ਡਰਾ ਕੇ ਕਰਦੇ ਸੀ, ਸ਼ਰਾਬ ਕਰਦੇ। ਹੁਣ ਉਹ ਸਮਾਂ ਬਦਲ ਗਿਆ ਜੀ। ਸੋ ਹੌਲੀ ਹੌਲੀ ਜਿਹੜਾ ਉਹ 5 ਸਾਲ ਦਾ ਸਮਾਂ ਸੀਗਾ ਉਹਦੇ ਵਿੱਚ ਇਹਨਾਂ ਨੂੰ ਬਹੁਤ ਵੱਡੀ ਸੱਟ ਲੱਗੀ। ਪਹਿਲਾ ਝਟਕਾ ਇਹਨਾਂ ਨੂੰ 2014 ਦੇ ਵਿੱਚ ਲੱਗਾ ਜਦੋਂ ਇਹੀ ਆਮ ਆਦਮੀ ਪਾਰਟੀ ਇਹਨਾਂ ਦੀ ਬਰਾਬਰ ਦੀ ਜਿਹੜੀ ਵੋਟ ਸ਼ੇਅਰ ਲੈ ਕੇ 4 ਸੀਟਾਂ ਲੈ ਕੇ ਚਲੀ ਗਈ। 17 ਦੇ ਵਿੱਚ ਆਣ ਕੇ ਆਪਾਂ ਦੇਖਿਆ ਵੀ ਇਹ ਆਪੋਜੀਸ਼ਨ ਪਾਰਟੀ ਵੀ ਨਹੀਂ ਬਣ ਸਕੀ ਤੇ 17 ਤੋਂ ਬਾਅਦ 22 ਤੱਕ ਆਉਂਦਿਆਂ ਹੌਲੀ ਹੌਲੀ ਜਿਹੜਾ ਸੀ ਇੱਥੋਂ ਤੱਕ ਪਹੁੰਚ ਗਏ। ਕਾਰਨ ਇਹ ਹੈਗਾ ਕਿ ਇਹ ਉਹ ਸਮਾਂ ਹੈਗਾ ਕਿ ਜਦੋਂ ਪੰਜਾਬ ਦੀ ਜਿਹੜੀ ਤਰਾਸਦੀ ਆ ਹੋਰ ਬਹੁਤ ਵਧੀ। ਰੰਧਾਵਾ ਸਾਹਿਬ 2015-16 ਦੇ ਵਿੱਚ ਪੰਜਾਬ ਦੇ ਸਿਰ ਕਰਜ਼ਾ ਸ਼ਾਇਦ 1.25 ਲੱਖ 1.5 ਲੱਖ ਕਰੋੜ ਸੀਗਾ, ਜਿਹੜਾ ਇਸ ਵੇਲੇ 3 ਲੱਖ ਕਰੋੜ ਦੇ ਕਰੀਬ ਜਿਹਨੂੰ ਕਹਿੰਦੇ ਆ ਵੀ ਉਹ ਹੋ ਗਿਆ। ਤਾਂ ਜਿਹੜੀ ਸਾਰੀ ਤਰਾਸਦੀ ਹੈਗੀ ਆ, ਚਾਹੇ ਉਹ ਖੇਤੀਬਾੜੀ ਸੈਕਟਰ ਦੇ ਵਿੱਚ ਆ, ਚਾਹੇ ਐਜੂਕੇਸ਼ਨ ਦੇ ਵਿੱਚ ਹੈਗਾ, ਜਾਂ ਜਿਹੜਾ ਤੁਹਾਡਾ ਬੱਸਾਂ ਵਾਲਾ ਕੰਮ ਸੀ, ਜੋ ਕੁਝ ਵੀ ਆਪਾਂ ਅੱਜ ਕੱਲ੍ਹ ਆਪਾਂ ਨੂੰ ਬੁਰਾ ਲੱਗਦਾ ਹੈ, ਉਹ ਸਾਰਾ ਬੇਸਿਕਲੀ ਇਹਨਾਂ ਦੇ ਸਮੇਂ ਦੇ ਵਿੱਚ ਹੀ ਜ਼ਿਆਦਾਤਰ ਉਹਨੇ ਵੱਡੀ ਰਫ਼ਤਾਰ ਫੜੀ। ਹੁੰਦਾ ਤਾਂ ਪਹਿਲਾਂ ਵੀ ਸੀਗਾ ਪਰ ਬੜੇ ਕਰੂੜ ਸਮੇਂ ਨਾਲ ਹੋਇਆ, ਬੜੇ ਧੱਕੇ ਵਾਲੇ ਪਾਸੇ ਨਾਲ ਹੋਇਆ। 2022 ਦੀ ਇਲੈਕਸ਼ਨ ਤੋਂ ਪਹਿਲਾਂ ਇਹ ਬਹੁਤ ਆਸਵੰਦ ਸੀਗੇ ਇਹਨਾਂ ਨੇ, ਕਿਉਂਕਿ ਬੀਜੇਪੀ ਨੂੰ ਵੀ ਛੱਡ ਕੇ ਆਏ, ਕਾਨੂੰਨਾਂ ਦਾ ਪਹਿਲਾਂ ਸਾਥ ਦਿੱਤਾ, ਆਪਾਂ ਨੂੰ ਪਤਾ ਸੀ, ਮੁੜ ਕੇ ਬਾਹਰ ਆ ਗਏ। BSP ਦੇ ਨਾਲ ਇਹਨਾਂ ਨੇ ਸਮਝੌਤਾ ਕਰ ਲਿਆ, ਜਿਹੜਾ ਇੱਕ ਵਾਰੀ 96 ਦੇ ਵਿੱਚ ਇਹਨਾਂ ਦਾ ਬਹੁਤ ਵਧੀਆ ਐਕਸਪੈਰੀਮੈਂਟ ਰਿਹਾ ਸੀ, ਉਹਨੂੰ ਛੱਡ ਕੇ ਮੁੜ ਕੇ BJP ਨਾਲ ਆ ਗਏ ਸੀ। BJP ਨੂੰ ਇਹਨੇ ਛੱਡ ਦਿੱਤਾ। ਇਹ ਕੈਲਕੂਲੇਸ਼ਨ ਕਰਨ ਦਾ ਵੀ ਇੰਨੇ % ਦਲਿਤ ਹੈਗੇ ਆ ਵਾ। ਇਹਨਾਂ ਦੀ ਸਭ ਤੋਂ ਵੱਡੀ ਸਪੋਰਟ ਬੇਸ ਜਿਹੜਾ ਸੀ ਪੰਜਾਬ ਦੀ ਪੀਜ਼ੈਂਟਰੀ ਹੁੰਦੀ ਸੀ, ਕਿਸਾਨੀ ਇਹਨਾਂ ਦੀ ਰੀੜ ਦੀ ਹੱਡੀ ਹੁੰਦੀ ਸੀਗੀ। ਔਰ ਇਹਨਾਂ ਨੇ ਉਸ ਆਪਣੇ 5 ਸਾਲ ਦੇ ਸਮੇਂ ਦੇ ਵਿੱਚ ਕਿਸਾਨੀ ਨੂੰ ਹੀ ਬਹੁਤ ਬੁਰੀ ਤਰ੍ਹਾਂ ਜਿਹੜਾ ਧਿਆਨ ਨਹੀਂ ਦਿੱਤਾ, ਜਾਂ ਕਈ ਉਹਨੂੰ ਰੋਲਿਆ। ਜਦੋਂ ਉਹਨਾਂ ਦਾ ਝੋਨਾ ਵੇਚਣ ਵਾਸਤੇ ਜਾਂ ਹੋਰ ਕਣਕ ਵੇਚਣ ਵਾਸਤੇ ਜਾਂ ਜਿਸ ਕਿਸਮ ਦਾ ਸਾਰਾ ਇਹਦੇ 'ਚ ਇੱਕ ਸਵਾਲ ਲੈ ਲਓ ਨਾਲ, ਜਦੋਂ ਤੁਸੀਂ ਸਾਰੀ ਗੱਲ ਕਰ ਰਹੇ ਹੋ ਤੇ ਮੈਨੂੰ ਲੱਗਿਆ ਕਿ ਇਸ ਪੀਰੀਅਡ ਦੇ ਵਿੱਚ ਇਹ ਸਿਰਫ ਇੱਕ ਹੀ ਇੰਤਜ਼ਾਮ ਕਰਦੇ ਰਹੇ 2012 ਵਾਲੀ ਇਲੈਕਸ਼ਨ ਨੂੰ ਧਿਆਨ 'ਚ ਰੱਖ ਕੇ ਵੀ ਸਭ ਕੁਝ ਮੈਨੇਜ ਹੋ ਜਾਂਦਾ, ਤੇ ਸਭ ਤੋਂ ਅਹਿਮ ਲੋੜ ਪੈਸੇ ਦੀ ਹੈ। ਸਭ ਤੋਂ ਜ਼ਿਆਦਾ ਕਾਰੋਬਾਰ ਤੇ ਫੋਕਸ ਰੱਖਿਆ, ਸਭ ਤੋਂ ਜ਼ਿਆਦਾ ਇਸ ਗੱਲ ਤੇ ਰਿਹਾ ਕਿ ਆਪਾਂ, ਕਿਉਂਕਿ ਉਸ 12 ਦੀ ਇਲੈਕਸ਼ਨ 'ਚ ਕਾਂਗਰਸ ਦੇ ਬਹੁਤ ਸਾਰੇ ਕੈਂਡੀਡੇਟ ਜਿਹੜੇ ਬਾਗੀ ਸੀਗੇ, ਉਹਨਾਂ ਨੂੰ ਵੀ ਅਸੀਂ ਸਾਰੇ ਸਾਧਨ ਮੁਹੱਈਆ ਕਰਾਏ ਸੀ। ਸੋ ਇੱਕ ਵਾਰੀ ਦੀ ਜਿੱਤ ਲੱਗਿਆ ਸਦਾ ਦੀ ਜਿੱਤ ਆ। ਅਸੀਂ ਖਿਆਲ ਤੇ ਸਾਡਾ ਜਿਹੜਾ ਮੇਨ ਥੀਮ ਸੀ ਉਹ ਛੱਡਤਾ ਅਕਾਲੀ ਹੋਣ ਦਾ। ਤੁਹਾਨੂੰ ਲੱਗਦਾ ਹੈ ਕਿ ਇਸ ਪੀਰੀਅਡ 'ਚ ਉਹ ਸਭ ਕੁਝ ਤੇ ਕੀਤਾ ਗਿਆ, ਸਾਰੇ ਐਕਸਪੈਰੀਮੈਂਟ ਕਰ ਲਏ ਗਏ, ਵੀ ਬਸਪਾ ਨੂੰ ਵੀ ਵਾਪਸ ਲਿਆ ਕੇ ਵੇਖ ਲਓ, BJP ਦੀ ਜਗ੍ਹਾ ਤੇ ਹਿੰਦੂ ਚਿਹਰੇ ਵੀ ਅਨਿਲ ਜੋਸ਼ੀ ਵਰਗੇ ਅੱਗੇ ਵਧਾ ਕੇ ਦੇਖ ਲਓ, ਵੀ BJP ਘਰੋਂ ਹੀ ਪੈਦਾ ਕਰ ਲੈਣੀ ਆ। ਆਪਾਂ ਸਭ ਕੁਝ ਕਰ ਲਿਆ, ਈਵਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਪੰਥਕ ਲਾ ਕੇ ਦੇਖ ਲਏ। ਜੇ ਨਹੀਂ ਕੁਝ ਕੀਤਾ ਤਾਂ ਅਸੀਂ ਆਪ ਨਹੀਂ ਬਦਲੇ, ਅੰਦਰ ਝਾਤੀ ਨਹੀਂ ਮਾਰੀ। ਇਹਨੂੰ ਕਿਵੇਂ ਤੁਸੀਂ ਦੇਖਦੇ? ਮੇਰੇ ਖਿਆਲ ਉਹੀ ਨਾ, ਇਹ ਉਹੀ ਰਿਹਾ, ਇਹ ਉਸੇ ਮਾਡਲ ਦੇ ਵਿੱਚ ਹੀ ਚੱਲਦੇ ਰਹੇ। ਲੋਕ ਬਦਲਦੇ ਗਏ, ਇਹ ਬਦਲੇ ਨਹੀਂ ਗਏ। ਹਾਲਾਤ ਬਦਲਣ ਦੇ ਨਾਲ ਇਹਨਾਂ ਨੂੰ ਬਦਲਣ ਦੀ ਬਹੁਤ ਲੋੜ ਸੀਗੀ ਜੀ, ਜਿਹੜਾ ਕਿ ਇਹਨਾਂ ਨੇ ਕੋਈ ਚੇਂਜ, ਸਾਰੀ ਚੀਜ਼ ਨੂੰ ਕਨਸੈਂਟਰੇਟ ਕਰਦੇ ਰਹੇ। ਕਿਉਂਕਿ ਇਹਨਾਂ ਨੇ ਜਿਹੜਾ ਖਾਸ ਕਰਕੇ ਵੇਖੋ, ਜੋ ਵੀ ਹੁਣ ਜਿੱਦਾਂ ਅੱਜ ਕੱਲ੍ਹ ਬਾਦਲ ਪਰਿਵਾਰ ਦੀ ਗੱਲ ਆਉਂਦੀ ਆ, ਬੜੀਆਂ ਕਈ ਵਾਰੀ ਦੁੱਖ ਹੁੰਦਾ ਕਿ ਉਹਨਾਂ ਬਾਰੇ ਬਹੁਤ ਗਲਤ
ਲੋਕੀ ਬੋਲਦੇ ਆ, ਟਿੱਪਣੀਆਂ ਜਿਹੜਾ ਬਹੁਤ ਬਹੁਤ ਨੇ ਉਹ ਨਹੀਂ ਬੋਲਣਾ ਚਾਹੀਦਾ। ਤੁਹਾਡੀ ਪੋਲੀਟੀਕਲ ਉਹਨਾਂ ਦੇ ਨਾਲ ਹੋ ਸਕਦੀ ਕੋਈ ਇਸ ਕਿਸਮ ਦੀ ਹੋ ਗਈ ਆ। ਅਸਲ ਦੇ ਵਿੱਚ ਇਹਨਾਂ ਦੇ ਵਿਵਹਾਰ ਹੀ ਇਹਨਾਂ ਦਾ ਸਭ ਤੋਂ ਵੱਡਾ ਦੁਸ਼ਮਣ ਹੈ, ਜਿਹੜਾ ਇਹਨਾਂ ਦਾ ਲੋਕਾਂ ਪ੍ਰਤੀ ਵਿਵਹਾਰ ਸੀਗਾ, ਜਾਂ ਜਿਸ ਤਰੀਕੇ ਨਾਲ ਲੋਕਾਂ ਨੂੰ ਇਹ ਪੇਸ਼ ਆਏ ਆ, ਜਾਂ ਜਿਸ ਤਰੀਕੇ ਦਾ ਨਾਲ ਲੋਕਾਂ ਦੇ ਮਸਲੇ ਜਾਂ ਪੰਜਾਬ ਦੇ ਮਸਲੇ ਨੇ ਇਹਨਾਂ ਨੂੰ ਕੈਜੂਅਲ ਤਰੀਕੇ ਨਾਲ ਲਿਆ। ਤੁਹਾਡੀ ਗੱਲ ਠੀਕ ਹੈ, ਇਹਨਾਂ ਕੇ ਪੈਸੇ ਨਾ ਕਰ ਲਵਾਂਗੇ, ਸਮਾਂ ਬਦਲ ਗਿਆ। ਕੋਈ ਸਮਾਂ ਸੀਗਾ, ਜਾਤ ਸੀਗੀ, ਧਰਮ ਸੀਗਾ, ਪੈਸਾ ਸੀਗਾ, ਪਰ ਹੁਣ ਪੰਜਾਬ ਦੇ ਵਿੱਚ ਖਾਸ ਕਰਕੇ ਇਸ ਵੇਲੇ ਇਹਨਾਂ ਪੈਸੇ ਵੀ ਵੰਡੇ ਆ, ਲੋਕਾਂ ਨੇ ਪੈਸੇ ਵੀ ਇਹਨਾਂ ਕੋਲ ਲਏ ਆ, ਪਰ ਵੋਟ ਨਹੀਂ ਪਾਏ ਜੀ। ਹੁਣ ਸਮਾਂ ਬਦਲ ਗਿਆ। ਇਹ ਪਾਰਟੀਆਂ ਖਾਸ ਕਰਕੇ ਰਵਾਇਤੀ ਪਾਰਟੀਆਂ ਨਹੀਂ ਬਦਲੀਆਂ। ਜਿਹੜੀ ਤੁਸੀਂ ਗੱਲ ਕੀਤੀ ਵੀ ਆਮ ਆਦਮੀ ਪਾਰਟੀ ਤਾਂ ਬਹੁਤ ਓਪਨ ਆ, ਬਹੁਤ ਫਲੈਕਸੀਬਲ ਆ, ਇਹਨਾਂ ਦੀ ਫਲੈਕਸੀਬਿਲਿਟੀ ਨਹੀਂ ਹੈ। ਤਾਂ ਅਜੇ ਵੀ ਪਹਿਲੀ ਗੱਲ ਤਾਂ ਇਹ ਲੀਡਰਸ਼ਿਪ ਇਸ ਗੱਲ 'ਚ ਅਜੇ ਵੀ ਫੇਲ ਹੋਈ ਆ ਜਾਂ ਫੇਲ ਹੋ ਰਹੀ ਆ ਕਿ ਲੋਕਾਂ ਦੇ ਮਨਾਂ ਦੇ ਵਿੱਚੋਂ ਇਹ ਗੱਲ ਨੂੰ ਕੱਢਣ ਦੇ ਵਿੱਚ ਵੀ ਭਾਈ ਸਾਰੀਆਂ ਪੰਜਾਬ ਦੀਆਂ ਸਮੱਸਿਆਵਾਂ ਦੇ ਅਸੀਂ ਜਿਹੜੇ ਦੋਸ਼ੀ ਨਹੀਂ ਆ। ਉਹ ਤਾਂ ਹੀ ਪੋਸੀਬਲ ਹੋ ਸਕਦਾ ਜੇ ਇਹਨਾਂ ਦਾ ਪਾਰਟੀ ਢਾਂਚਾ ਜਾ ਕੇ ਲੋਕਾਂ ਦੇ ਵਿੱਚ ਬੈਠੇ, ਉਹਨਾਂ ਨਾਲ ਗੱਲਬਾਤ ਕਰੇ, ਲੋਕਾਂ ਨਾਲ ਸੰਵਾਦ ਕਰੇ। ਇਸ ਇਲੈਕਸ਼ਨ ਤੋਂ ਬਾਅਦ ਤੁਸੀਂ ਦੇਖਿਆ ਵੀ ਬਿਲਕੁਲ ਹੀ ਚੁੱਪ ਕਰਕੇ ਬੈਠ ਕੇ ਬਾਹਰ ਨਿਕਲੇ ਨਹੀਂ, ਇੰਨਾ ਡੀਮੋਰਲਾਈਜ਼ ਹੋ ਗਏ ਜਾਂ ਉਹਦੇ ਵਿੱਚੋਂ ਆਣ ਕੇ, ਜਾਂ ਇਹਨਾਂ ਨੂੰ ਕੌਨਫੀਡੈਂਸ ਨਹੀਂ ਰਿਹਾ, ਜਾਂ ਇਹ ਜ਼ਿਆਦਾ ਓਵਰ ਕੌਨਫੀਡੈਂਸ ਸੀਗੇ। ਜਿਹੜੇ ਇਹਨਾਂ ਦੇ ਬੰਦੇ ਲੋਕਾਂ 'ਚ ਜਾ ਰਹੇ ਆ, ਇਹਨਾਂ ਨੇ ਇੱਕ ਝੁੰਦਾ ਸਾਹਿਬ ਦੀ ਅਗਵਾਈ 'ਚ ਕਮੇਟੀ ਬਣਾਈ ਆ ਜਿਹੜੀ ਹਰ ਹਲਕੇ 'ਚ ਜਾ ਰਹੀ ਆ, ਔਰ ਮੇਰੇ ਕੋਲ ਇਹ ਫਸਟ ਹੈਂਡ ਰਿਪੋਰਟ ਹੈ ਕਿ ਉੱਥੇ ਇਹਨਾਂ ਨੂੰ ਬਹੁਤ ਰਿਵੋਲਟ ਦਾ ਸਾਹਮਣਾ ਕਰਨਾ ਪੈ ਰਿਹਾ। ਲੋਕ ਕਹਿੰਦੇ ਆ ਕਿ ਅਸੀਂ ਲੋਕਾਂ ਨੂੰ ਮੂੰਹ ਕੀ ਦਿਖਾਈਏ, ਅਸੀਂ ਜਦੋਂ ਅਕਾਲੀ ਆਪਣੇ ਆਪ ਨੂੰ ਕਹਿੰਦੇ ਆ ਤੇ ਸਾਨੂੰ ਅੱਗੋਂ ਵਿਰੋਧਤਾ ਦਾ ਸਾਹਮਣਾ ਕਰਨਾ ਪੈਂਦਾ, ਤੁਸੀਂ ਆਪਣੇ ਆਪ ਨੂੰ ਬਦਲਦੇ ਕਿਉਂ ਨਹੀਂ? ਅੱਛਾ, ਮੈਂ ਹੁਣ ਇੱਕ ਮੇਰਾ ਜਵਾਬ ਦੇ ਦਾਂ। ਇਮੇਜ ਲੋਕਾਂ ਦਾ ਅਕਾਲੀ ਦਲ ਦੇ ਵਿੱਚ ਉਹ ਬਾਬੇ, ਉਹ ਸਿਆਣੇ ਬੰਦੇ, ਉਹ ਜਿਹੜੇ ਹੁੰਦੇ ਸੀਗੇ ਮੈਚਿਓਰ ਬੰਦੇ, ਜਿਨ੍ਹਾਂ ਦੇ ਲੋਕੀ ਲਾਗੇ ਹੁੰਦੇ ਤੁਰੇ ਜਾਂਦੇ ਸੀ, ਉਹ ਜਾਣ ਡਿਆ ਹੁੰਦਾ ਸੀ ਤੇ ਧੀ ਭੈਣ ਨੂੰ ਕਹਿੰਦੇ ਵੀ ਤੁਸੀਂ ਨਾ ਇਹ ਨਾਲ ਚੱਲ ਜਾ, ਉੱਥੇ ਟਾਂਗੇ ਤੇ ਬਹਿ ਜੂਗੀ ਜਾਂ ਅੱਡੇ ਤੇ ਬਹਿ ਜੂਗੀ। ਜਿਹੜੇ ਪਿਛਲੇ ਸਮੇਂ 2007 ਤੋਂ ਬਾਅਦ ਇਹਨਾਂ ਨੇ ਅਕਾਲੀ ਦਲ ਦੇ ਵਿੱਚ ਫੌਜ ਲਿਆਂਦੀ ਆ ਹੈ, ਜਿਸ ਕਿਸਮ ਦੀ ਭਰਤੀ ਕੀਤੀ ਉਹ ਕਿਹੜੀ ਸੀਗੀ? ਇਹਨਾਂ ਨੂੰ ਲੋਕੀ ਤਾਂ ਨਹੀਂ ਵੜਨ ਦੇਣ ਡਿਆ ਵੀ ਇਹਨਾਂ ਨੇ ਉਹ ਨਰੇਟਿਵ ਹੀ ਜਿਹੜਾ ਪਾਰਟੀ ਦਾ ਜਿਹੜਾ ਹੁੰਦਾ ਵਾ ਸੰਗਠਨ ਦੇ ਵਿੱਚ ਉਹ ਚੇਂਜ ਕਰ ਦਿੱਤਾ। ਅਕਾਲੀ ਦਲ 'ਚ ਉਹ ਬੰਦੇ ਕਿਹੜੇ ਬੰਦੇ ਆਏ ਹੈ ਜਿਨ੍ਹਾਂ ਨੂੰ ਨਾ ਵਿਚਾਰਧਾਰਾ ਦਾ ਸੰਬੰਧ ਹੈਗਾ। ਇਹ ਵੀ ਕਹਿਣ 'ਚ ਕੋਈ ਹਰਜ ਨਹੀਂ ਗਾ, ਮਾਰਧਾੜ ਵਾਲਾ ਕੰਮ ਸ਼ੁਰੂ ਹੋਇਆ ਜਿਨ੍ਹਾਂ ਪਿੰਡਾਂ ਦੇ ਵਿੱਚ ਜਿਸ ਕਿਸਮ ਦਾ ਇਹਨਾਂ ਨੇ ਪੈਟਰੋਨੇਜ ਡਿਵੈਲਪ ਕੀਤਾ, ਹਲਕੇ ਜਿਹੜੀ ਬੰਦੀ ਇਸ ਤਰੀਕੇ ਨਾਲ ਕਰਾਈ, ਹਲਕਾ ਇੰਚਾਰਜ ਲਵਾਏ, ਪਿੰਡਾਂ ਦੇ ਸਰਪੰਚਾਂ ਤੱਕ ਇਹਨਾਂ ਨੇ ਉਹਨਾਂ ਬੰਦਿਆਂ ਨੂੰ ਪੈਟਰੋਨੇਜ ਕੀਤਾ, ਜਾਂ ਜਿਸ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚ ਕੁਰੀਤੀਆਂ ਵਧੀਆਂ, ਚਾਹੇ ਉਹ ਨਸ਼ੇ ਵਾਲੀ ਗੱਲ ਸੀਗੀ, ਚਾਹੇ ਉਹ ਪੁਲਿਸ ਦੇ ਨਾਲ ਜਿਹੜਾ ਹੈਗਾ ਸੀ ਨੈਟਵਰਕਿੰਗ ਸੀਗੀ। ਮੇਰਾ ਕਹਿਣ ਤੋਂ ਭਾਵ ਹੈ ਕਿ ਜਿਹੜੇ ਉਹ ਲੀਡਰਸ਼ਿਪ ਲੋਕਾਂ ਦੇ ਮਨਾਂ 'ਚ ਇਸੇ ਕਰਕੇ ਅਜੇ ਨਹੀਂ ਬੈਠਦੇ ਕਿ ਅਕਾਲੀ ਇਹ ਨਹੀਂ ਹੈ। ਇਹ ਜਿਹੜੇ ਸਾਡੇ ਕੋਲ ਆਉਂਦੇ ਆ ਨਾ, ਇਹ ਤਾਂ ਅਕਾਲੀ ਹੈ ਨਹੀਂ, ਇਹ ਕੱਲ ਕੀ ਕਰਦੇ ਰਹੇ, ਇਹ ਪਰਸੋਂ ਕੀ ਕਰਦੇ ਰਹੇ। ਇਹਨਾਂ ਦੀ ਸਭ ਤੋਂ ਵੱਡੀ ਸਮੱਸਿਆ ਇਹਨਾਂ ਦੀ ਵੀ ਹੈਗੀ ਆ, ਹਰ ਪਾਰਟੀ ਦੀ ਹੈਗੀ ਵੀ ਹੁਣੇ ਚੰਗੇ ਬੰਦੇ ਲਿਆਉਣ ਕਿੱਥੋਂ। ਇਹਨਾਂ ਨੇ ਪਿਛਲੇ ਜਿਹੜਾ 15-20 ਸਾਲ ਦਾ ਵਰਤਾਰਾ ਰਿਹਾ ਸੀਗਾ, ਉਹਦੇ ਵਿੱਚ ਇਹਨਾਂ ਨੇ ਹਰ ਬੰਦੇ ਨੂੰ ਲਾਂਭੇ ਕੱਢ ਕੇ ਕੁਝ ਬੰਦਿਆਂ ਦੇ ਹੱਥ ਹੀ ਜਿਹੜੀ ਸੀ ਨਾ ਉਹ ਸਾਰੀ ਲੀਡਰਸ਼ਿਪ, ਚਾਹੇ ਉਹ ਕੁਝ ਪਰਿਵਾਰ ਸੀਗੇ, ਚਾਹੇ ਇਹਨਾਂ ਦੇ ਚਹੇਤੇ ਸੀਗੇ, ਚਾਹੇ ਪੈਸੇ ਵਾਲੇ ਸੀਗੇ। ਖੁੱਲ ਕੇ ਗੱਲ ਕਰਨੀ ਬਣਦੀ ਹੈ ਕਿ ਬਾਦਲ ਪਰਿਵਾਰ ਨੇ ਆਪਣੇ ਪਰਿਵਾਰ ਚੋਂ ਹੀ ਕੁਝ ਲੋਕ ਐਸੇ ਅੱਗੇ ਰੱਖੇ ਸੀ ਜਿਨ੍ਹਾਂ ਦੀ ਇਮੇਜ ਹੌਲੀ ਹੌਲੀ ਖੁਰ ਚੁੱਕੀ ਸੀ, ਪਰ ਉਹ ਪਾਵਰਫੁਲ ਅੱਗੇ ਨਾਲੋਂ ਜ਼ਿਆਦਾ ਹੁੰਦੇ ਗਏ, ਹਲਕਿਆਂ ਤੱਕ, ਟਿਕਟਾਂ ਦੇਣ ਤੱਕ, ਔਰ ਹੁਣ ਉਹ ਸੰਕਟਾਂ ਦੇ ਵਿੱਚ ਵੀ ਨੇ। ਮੈਂ ਇੱਕ ਆਖਰੀ ਗੱਲ ਤੁਹਾਨੂੰ ਪੁੱਛਣੀ ਹੈ ਵੀ ਮੈਂ ਮੰਨ ਲਓ ਸੁਖਬੀਰ ਸਿੰਘ ਬਾਦਲ ਹਾਂ, ਵੈਸੇ ਤਾਂ ਇਹ ਬਹੁਤ ਹੀ ਵਾਹਿਯਾਤ ਖਿਆਲ ਆ ਕਿ ਮੈਂ ਦੂਜੇ ਦੀ ਜਗ੍ਹਾ ਕਿਵੇਂ ਲੈ ਸਕਦਾ, ਪਰ ਮੈਂ ਸੁਖਬੀਰ ਸਿੰਘ ਬਾਦਲ ਇਸ ਵੇਲੇ ਤੁਹਾਡੇ ਨਾਲ ਬੈਠਾ ਹੋਇਆ ਤੇ ਮੈਂ ਸਭ ਕੁਝ ਕਰ ਲਿਆ। ਮੈਂ ਦਰਬਾਰ ਸਾਹਿਬ ਜਾ ਕੇ ਮਾਫੀ ਵੀ ਮੰਗੀ, ਜੇ ਸਾਡੇ ਕੋਲ ਗਲਤੀ ਹੋਈ ਤੇ ਅਸੀਂ ਸਾਹਮਣੇ ਪੇਸ਼ ਵੀ ਹੋਏ। ਅਸੀਂ ਇਹ ਵੀ ਕਿਹਾ ਕਿ ਬੰਦਾ ਤੇ ਗਲਤ ਹੋ ਸਕਦਾ, ਅਕਾਲੀ ਦਲ ਗਲਤ ਨਹੀਂ। ਅਸੀਂ ਹਰ ਤਰ੍ਹਾਂ ਦੀ, ਕਿਉਂਕਿ ਸਾਫ਼ ਸੀ ਕਿ ਜੇ ਕਿਸੇ ਨੇ ਬੇਅਦਬੀ ਦਾ ਕੋਈ ਗੱਲ ਹੈ ਤੇ ਉਹਦਾ ਕੱਖ ਨਾ ਰਵੇ। ਜ਼ਿੰਦਗੀ ਦੇ ਵਿੱਚ ਅਸੀਂ ਹਰ ਚੀਜ਼ ਲਈ ਪੇਸ਼ ਹੋਏ। ਮੈਂ ਜਿਹੜੀਆਂ ਜਲੇਬੀਆਂ ਸੀ ਵੀ ਕੱਢੀਆਂ ਜਾ ਕੇ, ਮੈਂ ਗੋਲ ਗੱਪੇ ਵੀ ਖਾਦੇ, ਮੈਂ ਲੋਕਾਂ ਨਾਲ ਸੈਲਫੀਆਂ ਵੀ ਕਰਾਈਆਂ, ਮੈਂ ਅਵੇਲੇਬਲ ਰਿਹਾ। ਮੈਂ ਆਪਣੀ ਲੀਡਰਸ਼ਿਪ ਦੇ ਨਾਲ ਨਾਲ ਮੈਂ ਪੁਰਾਣੇ ਸਾਰਿਆਂ ਨੂੰ ਮਿਲਿਆ ਗਿਲਿਆ, ਹਰ ਚੀਜ਼ ਕੀਤੀ। ਫਿਰ ਵੀ ਲੋਕਾਂ ਦੇ ਮਨਾਂ ਦੇ ਵਿੱਚ ਸਾਨੂੰ ਲੈ ਕੇ ਬਹੁਤ ਚੰਗੀ ਫੀਲ ਕਿਉਂ ਨਹੀਂ ਆ ਰਹੀ? ਮੈਂ ਹੁਣ ਕੀ ਕਰਾਂ? ਜੇ ਮੈਂ ਮੰਨ ਲਓ ਮੁੜ ਕੇ ਉਸ ਅਕਾਲੀ ਦਲ ਨੂੰ ਜਿਹਦੀ ਜ਼ਿੰਮੇਵਾਰੀ ਮੇਰੇ ਮੋਢਿਆਂ ਤੇ, ਉਹਦਾ ਇਤਿਹਾਸ ਵੱਡਾ ਹੈ, ਮੇਰੇ ਤੇ ਬੋਝ ਬੜਾ ਹੈ ਕਿ ਮੈਂ ਇਹਨੂੰ ਠੀਕ ਕਰਕੇ ਭਾਵੇਂ ਛੱਡ ਦਿਆਂ, ਮੈਂ ਇਦਾਂ ਕਿਉਂ ਛੱਡਾਂ? ਮੈਂ ਇਹਨੂੰ ਮੰਝ ਧਾਰ 'ਚ ਛੱਡ ਕੇ ਇਹ ਤਾਂ ਭੱਜਣਾ ਹੋਊਗਾ, ਭਗੌੜਾ ਬਿਰਤੀ ਹੋਊਗੀ, ਇਹ ਤਾਂ ਗਿਵ ਅਪ ਕਰਨ ਵਾਲੀ ਗੱਲ ਹੈ। ਮੈਂ ਚਾਹੁੰਦਾ ਹਾਂ ਕਿ ਮੈਂ ਇਹਨੂੰ ਦਰੁਸਤ ਕਰਕੇ ਪਾਸੇ ਹੋਵਾਂ। ਤੇ ਮੈਂ ਪ੍ਰੋਫੈਸਰ ਜਗਰੂਪ ਸੇਖਾ ਤੋਂ ਇਹ ਪੁੱਛਣਾ ਚਾਹੁੰਦਾ ਕਿ ਮੈਂ ਪ੍ਰੋਫੈਸਰ ਸਾਹਿਬ ਬਤੌਰ ਸੁਖਬੀਰ ਬਾਦਲ ਕੀ ਕਰਾਂ
ਕਿ ਅਕਾਲੀ ਦਲ ਨੂੰ ਮੈਂ ਇੱਕ ਇੱਜ਼ਤ ਮਾਣ ਵਾਲੇ ਸਥਾਨ ਤੇ ਦੇ ਕੇ ਤੇ ਫਿਰ ਕਹਾਂ ਜਿੰਨੇ ਸਾਂਭਣਾ ਸਾਂਭ ਲਓ? ਮੈਨੂੰ ਲੱਗਦਾ ਹੈ ਕਿ ਡੇ 1 ਦੇ ਉੱਤੋਂ ਇਹਨਾਂ ਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ ਸੀਗਾ, ਬਿਨਾਂ ਕਿਸੇ ਹਿਜਕ ਦੇ, ਬਿਨਾਂ ਕਿਸੇ ਝਿਜਕ ਦੇ। ਪਰ ਇਹਨਾਂ ਦਾ ਸਭ ਤੋਂ ਵੱਡਾ ਕ੍ਰਾਈਸਿਸ ਇਹ ਹੈ ਵੀ ਰਿਜ਼ਾਈਨ ਕਰਨ ਕਿਹਨੂੰ, ਅਗਲੇ ਪਾਸੇ ਕੌਣ ਬੈਠਾ। ਤੁਸੀਂ ਇਹਨਾਂ ਦੇ ਲੀਡਰਾਂ ਵਾਲੇ ਪਾਸੇ ਨਿਗਾਹ ਮਾਰ ਕੇ ਵੇਖੋ ਕਿ ਇਹਨਾਂ ਦੀ ਜਗ੍ਹਾ ਤੇ ਕੋਈ ਜੇ ਇਹਨਾਂ ਨੂੰ ਰਿਪਲੇਸ ਕਰਦਾ ਹੈ ਉਹ ਅਕਾਲੀ ਦਲ ਨੂੰ ਰਿਵਾਈਵ ਕਰ ਸਕੂਗਾ। ਐਟਲੀਸਟ ਮੈਨੂੰ ਦਿਖਾਈ ਨਹੀਂ ਦਿੰਦਾ ਇਸ ਵੇਲੇ, ਕਿਉਂਕਿ ਪਿਛਲੇ 10 15 20 ਸਾਲ ਦੇ ਵਿੱਚ ਇਹਨਾਂ ਨੇ ਜਿਹੜੇ ਉੱਭਰਦੀ ਲੀਡਰਸ਼ਿਪ ਸੀਗੀ, ਸਿਆਣੇ ਬੰਦਿਆਂ ਨੂੰ ਉਹਨਾਂ ਨੇ ਸਾਈਡ ਲਾਈਨ ਕੀਤਾ, ਸਿਰਫ ਯੈਸਮੈਨ ਹੀ ਆਪਣੇ ਰੱਖੇ ਆ। ਔਰ ਜੇ ਇੱਕ ਤਾਂ ਉਹਦੇ ਨਾਲ ਜੇ ਰਿਜ਼ਾਈਨ ਕਰ ਦਿੰਦੇ ਤੇ ਮੋਰਲੀ ਅਪ ਹੋ ਜਾਂਦੇ, ਔਰ 6 ਮਹੀਨੇ ਤੱਕ ਜੇ ਥੋੜਾ ਆਰਾਮ ਵੀ ਕਰ ਲੈਂਦੇ ਤੇ ਕੋਈ ਬਹੁਤਾ ਹਰਜ ਨਹੀਂ। ਪਾਰਟੀ ਲਈ ਕੰਮ, ਵਰਕਰ ਦੇ ਤੌਰ ਤੇ ਕੰਮ ਕਰਦੇ ਰਹੋ, ਵਰਕਰ ਦੇ ਤੌਰ ਤੇ ਕੋਈ ਨਹੀਂ ਰੋਕਦਾ। ਪਰ ਸਮੱਸਿਆ ਹੈਗੀ ਆ ਕਿ ਇਹਦਾ ਵੀ ਢਾਂਚਾ ਉਦਾਂ ਹੀ ਬਣ ਗਿਆ ਕਿ ਉਹਦੇ ਵਿੱਚ ਜਿਹੜਾ ਆਲੇ ਦੁਆਲੇ ਜਿਹੜੇ ਲੋਕ ਬੈਠੇ ਆ ਉਹ ਵੈਸਟ ਇੰਟਰਸਟ ਵਾਲੇ ਆ। ਮੈਨੂੰ ਕਿਉਂਕਿ ਪੁਰਾਣੇ ਲੋਕ ਛੱਡ ਕੇ ਚਲੇ ਗਏ, ਪੁਰਾਣਾ ਕੋਈ ਬਜ਼ੁਰਗ ਲੀਡਰ ਹੈ ਨਹੀਂਗਾ ਜਿਹੜਾ ਇਸ ਮੰਝ ਧਾਰ ਦੇ ਵਿੱਚੋਂ ਇਹਨਾਂ ਨੂੰ ਕੱਢ ਸਕੇ। ਤੇ ਹੁਣ ਇਹੀ ਹੋ ਸਕਦਾ ਵਾ ਕਿ ਇਹਨਾਂ ਭਾਣਾ ਤੇ ਮੰਨ ਨਹੀਂ ਰਹੇ ਆ, ਮੰਨਣਾ ਹੀ ਪੈਣਾ ਵਾ, ਤੇ ਇਹਨੂੰ ਰਿਵਾਈਵ ਕਰਨਾ ਇਹਨਾਂ ਲਈ ਬਹੁਤ ਵੱਡੀ ਡਾਂਟਿੰਗ ਟਾਸਕ ਆ। ਜੋ ਇਹ ਸੋਚਦੇ ਆ ਲੋਕ ਉਹ ਤੋਂ ਬਹੁਤ ਅੱਗੇ ਸੋਚਦੇ ਆ, ਕਿਉਂਕਿ ਲੋਕਾਂ ਦੇ ਮਸਲੇ ਹੋਰ ਵਾ, ਇਹਨਾਂ ਦੇ ਕੋਈ ਮਸਲੇ ਤਾਂ ਸਿਰਫ ਰਾਜਨੀਤੀ ਦੇ ਵਿੱਚ ਪਾਵਰ ਵਾਲੇ ਹੀ ਹੋਣਗੇ। ਤਾਂ ਮੈਨੂੰ ਵੀ ਖੁਦ ਇਸ ਗੱਲ ਦੀ, ਜੇ ਮੈਂ ਇਹਨੂੰ ਤੇ ਮਤਲਬ ਤੁਹਾਨੂੰ ਜਵਾਬ ਦੇਣਾ ਹੋਵੇ, ਤੇ ਇੱਕ ਤਾਂ ਬੜੀ ਸਿੱਧੀ ਗੱਲ ਹੈ ਕਿ ਲੋਕ ਆਉਂਦੇ ਰਹਿੰਦੇ ਆ, ਪ੍ਰਧਾਨ ਆਉਂਦੇ ਰਹਿੰਦੇ ਆ, ਪ੍ਰਧਾਨ ਜਾਂਦੇ। ਪਹਿਲਾਂ ਵੀ ਪ੍ਰਧਾਨ ਹੈਗੇ ਸੀ, ਮੋਹਨ ਸਿੰਘ ਤੋੜ ਹੋਣਾ ਨੇ ਜਦੋਂ ਪ੍ਰਧਾਨਗੀ ਛੱਡੀ ਸੀ, ਆਪਾਂ ਸਭ ਨੂੰ ਪਤਾ ਵੀ ਆ ਚੁੱਕੋ ਜਿਹਨੇ ਲੈਣਾ ਲਓ, ਇੰਨੀ ਲਿਆਉਣ ਦੀ ਕੀ ਲੋੜ ਸੀਗੀ। ਇਹਨਾਂ ਨੂੰ ਦਿੰਦੇ, ਹੋ ਸਕਦਾ 6 ਮਹੀਨਿਆਂ ਬਾਅਦ ਇਹਨਾਂ ਨੂੰ ਫੇਰ ਬਣਾ ਦਿੰਦੇ, ਸਾਲ ਬਾਅਦ ਫੇਰ ਬਣਾ ਦਿੰਦੇ, ਜਾਂ ਕੋਈ ਇੱਕ ਕਮੇਟੀ ਬਣਾ ਦਿੰਦੇ। ਉਹ ਕਮੇਟੀ ਦੇ ਵਿੱਚ ਉਹ ਬੰਦੇ ਲੈ ਕੇ ਆਉਂਦੇ ਨੇ, ਕੋਈ ਸਿਆਣੇ ਬੰਦੇ ਹੈਗੇ ਆ ਜਿਹੜੇ ਇਹਨਾਂ ਨੂੰ ਗਾਈਡ ਕਰ ਸਕਦੇ ਆ। ਪਰ ਮੈਨੂੰ ਲੱਗਦਾ ਵੀ ਇਹ ਕਿਉਂਕਿ ਅਜੇ ਵੀ ਮਾਈਂਡ ਸਟਰਕ ਹੋਏ ਪਏ ਆ, ਤਾਕਤ ਜਿਹੜੀ ਹੈਗੀ ਆ ਉਹਨੂੰ ਛੱਡਣਾ ਨਹੀਂ ਚਾਹੁੰਦੇ, ਜਾਂ ਇੰਨੇ ਇਨਸਿਕਿਉਰ ਆ। ਮੈਨੂੰ ਲੱਗਦਾ ਵੀ ਇਹ ਜਿਹੜੇ ਖਾਸ ਕਰਕੇ ਇਹੋ ਜਿਹੇ ਲੀਡਰ ਜਿਹੜੇ ਹੁੰਦੇ ਪੋਲੀਟੀਕਲ ਪਾਰਟੀਆਂ ਦੇ ਜਾਂ ਵੱਡੇ ਜਿਹੜੇ ਹੁੰਦੇ ਆ, ਇਹ ਬਾਅਦ ਚ ਇਨਸਿਕਿਉਰ ਬਹੁਤ ਹੋ ਜਾਂਦੇ ਆ। ਇਹਨਾਂ ਨੂੰ ਡਰ ਬਹੁਤ ਲੱਗਣਾ ਸ਼ੁਰੂ ਹੋ ਜਾਂਦਾ ਵੀ ਸਾਡਾ ਆ ਵੀ ਖੁਸ਼ ਜਾਣਾ, ਆਪਣੇ ਆਪ ਤੋਂ ਡਰ ਲੱਗਣਾ ਸ਼ੁਰੂ ਹੋ ਜਾਂਦਾ। ਉਹ ਇਸ ਕਰਕੇ ਹੁੰਦਾ ਕਿ ਤੁਹਾਡੇ ਰਿਸੋਰਸਿਸ ਬਹੁਤ ਜ਼ਿਆਦਾ ਹੁੰਦੇ, ਤਾਂ ਹੀ ਬੰਦਾ ਡਰਦਾ ਹੈ। ਤਾਂ ਇਹੀ ਇਹਨਾਂ ਨੂੰ ਮੈਨੂੰ ਤਾਂ ਲੱਗਦਾ, ਨਹੀਂ ਤੇ ਇਹਨਾਂ ਲਈ ਸਮੱਸਿਆ ਬਹੁਤ ਹੋਰ ਆਉਣ ਵਾਲੀ ਆ। ਅਗਲੀ ਕੋਈ ਵੀ ਰੀਜਨਲ ਪਾਰਟੀ ਜਦੋਂ ਪਾਵਰ ਤੋਂ 10 ਸਾਲ ਬਾਹਰ ਰਹਿ ਜਾਂਦੀ ਆ, ਉਹਦੇ ਲਈ ਵਾਪਸ ਮੁੜਨਾ ਬਹੁਤ ਔਖਾ ਹੋ ਜਾਂਦਾ। ਮੇਰੇ ਕੋਲ ਬਹੁਤ ਸਾਰੀ ਐਸੀ ਜਾਣਕਾਰੀ ਹੈ ਕਿ ਇਹਨਾਂ ਦੇ ਵੱਖ-ਵੱਖ ਹਲਕਿਆਂ ਚੋਂ ਦਰਜਨਾਂ ਦੀ ਤਾਦਾਦ ਵਿੱਚ ਸਰਪੰਚ, ਸਾਬਕਾ ਸਰਪੰਚ ਜਿਹੜੇ ਨੇ ਉਹ ਸਮੂਹਿਕ ਤੌਰ ਤੇ ਆਮ ਆਦਮੀ ਪਾਰਟੀ ਦੇ ਐਮਐਲਏਸ ਨਾਲ ਤੇ ਹਲਕਾ ਇੰਚਾਰਜਾਂ ਨਾਲ ਮਿਲਣ ਵਾਲੇ ਨੇ, ਔਰ ਜਾਂ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਆਪਣੀ ਪਾਰਟੀ ਪੂਰੀ ਦੀ ਪੂਰੀ ਲੈ ਕੇ ਤੁਹਾਡੇ ਵੱਲ ਆਉਣ ਲਈ ਤਿਆਰ ਆ। ਮੈਂ ਇਹ ਵੀ ਸਮਝਦਾ ਹੈ, ਤੁਸੀਂ ਮੈਨੂੰ ਜ਼ਰੂਰ ਕਰੈਕਟ ਕਰਿਓ, ਕਿ ਜਿਹੜੀ ਵਿਹਾਰਕਤਾ ਦੇ ਪੱਧਰ ਤੇ ਕੁਝ ਚੀਜ਼ਾਂ ਸੀ ਉਹਨਾਂ ਦੀ ਕਮੀ ਰਹਿ ਗਈ। ਮੰਨ ਲਓ ਜਿਵੇਂ ਕਿਸਾਨੀ ਸੰਘਰਸ਼ ਸੀ, ਤੇ ਉਹਦੇ ਵਿੱਚ ਸੰਘਰਸ਼ ਤਾਂ ਉਹ ਕਰ ਰਹੇ ਸੀ ਜਿਹੜੇ ਉੱਥੇ ਦਿਨ ਰਾਤ ਬੈਠੇ ਸੀ, ਪਰ ਆਪਾਂ ਮਾਰਚ ਕੱਢਣਾ ਸ਼ੁਰੂ ਕੀਤਾ। ਮਾਰਚ ਅਸੀਂ 3 ਪਾਸਿਆਂ ਤੋਂ ਲਿਆਏ ਤੇ ਉਹਦੇ ਚ ਕਾਫਲੇ ਵੱਡੇ, ਵੱਡੀਆਂ ਗੱਡੀਆਂ, ਸਭ ਕੁਝ ਸੀ, ਤੇ ਅਸੀਂ ਸ਼ਾਮ ਨੂੰ ਉੱਥੇ ਜੁਗਾੜਬੰਦੀ ਕਰਕੇ ਤੇ ਉਹ ਅੰਦੋਲਨ ਸ਼ਾਮ ਨੂੰ ਖਤਮ ਕਰਾਏ। ਅੰਦੋਲਨ ਲੋਕ ਸਮਝਦੇ ਐ ਵਿਖਾਵਿਆਂ ਦੇ ਨਹੀਂ ਹੁੰਦੇ, ਜੇ ਲੜਨਾ ਹੈ ਤਾਂ ਭਾਈ ਉਦਾਂ ਹੀ ਆਓ, ਜਿੱਦਾਂ ਬਾਬਾ ਨਾਨਕ ਕਹਿੰਦੇ ਸੀ ਕਿ ਜੋ ਤੋ ਹੈ ਪ੍ਰੇਮ ਖਿਲਨ ਕਾ ਚਾਓ। ਮੈਂ ਇਹ ਕਹਿਣਾ ਕਿ ਅਸੀਂ ਜਦੋਂ ਐਫਰਟਸ ਲਾਏ, ਉਹ ਯਤਨ ਸਾਡੇ ਸਿਰਫ ਮਹਿਜ ਖਾਨਾ ਪੂਰਤੀ ਲੱਗੇ, ਰਸਮ ਤੱਕ ਸੀਮਤ ਹੋ ਗਏ। ਉਹਦੇ ਨਾਲ ਸਾਡੀ ਇਮੇਜ ਬਣਨ ਦੀ ਬਜਾਏ ਹੋਰ ਵਿਗੜੀ। ਅਸੀਂ ਠੀਕ ਤਰੀਕੇ ਨਾਲ ਇੱਥੋਂ ਦਿਲ ਤੋਂ ਵਧੇ ਨਹੀਂ ਅੱਗੇ, ਅਸੀਂ ਦਿਲ ਤੋਂ ਤੁਰੇ ਨਹੀਂ। ਅਸੀਂ ਪੂਰੀ ਤਰ੍ਹਾਂ ਜੁਗਾੜਬੰਦੀ ਕਰ ਲੈਂਦੇ ਆ, ਲੇਕਿਨ ਉਹਦਾ ਮੈਸੇਜ ਉਹਨਾਂ ਚਿਰ ਨਹੀਂ ਜਾਂਦਾ ਜਿੰਨਾ ਚਿਰ ਇੱਥੇ ਅੱਖ ਦੇ ਵਿੱਚ ਅਥਰੂ ਨਾ ਆਵੇ, ਗਲਾ ਭਰੇ ਨਾ ਤੁਹਾਡਾ ਕਿਸੇ ਦੇ ਦੁੱਖ ਦੇ ਵਿੱਚ, ਤੇ ਤੁਹਾਡਾ ਜੀ ਨਾ ਮਚਲਾਵੇ, ਜਿੰਨਾ ਚਿਰ ਤੁਸੀਂ ਨਿੱਠ ਕੇ ਨਹੀਂ ਬਹਿੰਦੇ। ਉਹ ਜਿਹੜੇ ਮੋਢੇ ਤੇ ਪਰਨਾ ਤੇ ਝੋਲੇ 'ਚ ਕਸ਼ਹਿਰਾ ਪਾ ਕੇ ਤੁਰ ਪੈਂਦੇ ਸੀ, ਉਹਨਾਂ ਦੀ ਇੱਕ ਖਾਸੀਅਤ ਸੀ। ਮੈਂ ਜੇ ਕਹਿੰਦਾ ਵੀ ਡੁੱਲਿਆ ਵੇਰਾ ਦਾ ਕੁਝ ਨਹੀਂ ਵਿਗੜਿਆ। ਇਹ 3 ਸੀਟਾਂ ਜਿੱਤੇ ਆ, 47 ਸੀਟਾਂ ਦੇ ਵਿੱਚ ਇਹ ਰਨਰ ਅਪ ਦੂਜੇ ਨੰਬਰ ਤੇ ਆ। ਔਰ ਜੇ ਇਹ ਤੁਸੀਂ ਇਹਦੇ ਵੱਲ ਗੇਮ ਦੇ ਵਿੱਚ ਹੈਗੇ ਜੋ, ਤੁਸੀਂ ਗੇਮ ਤੋਂ ਬਾਹਰ ਨਹੀਂ ਹੋਏ, ਤਾਂ ਇਸ ਕਰਕੇ ਇਹਨਾਂ ਦੀ ਜਿਹੜੀ ਰੀੜ ਦੀ ਹੱਡੀ ਆ, ਜਿਹੜੀ ਇਹਦੀ ਸਪੋਰਟ ਬੇਸ ਹੈਗੀ ਆ, ਉਹ ਕਿਸਾਨੀ, ਛੋਟੇ ਲੋਕ, ਮਜ਼ਦੂਰ, ਏਸੀ। ਅਕਾਲੀ ਦਲ ਤਾਂ ਹੈ ਹੀ ਇਹ ਸੀਗਾ, ਇਹਨਾਂ ਨੂੰ ਉਹਨੂੰ ਰੀਵਿਜ਼ਿਟ ਕਰਨਾ ਪਊਗਾ, ਇਹਨਾਂ ਨੂੰ ਆਪਣੀ ਸਟ੍ਰੈਟਜੀ ਉੱਥੇ ਲਿਆਉਣੀ ਪਊਗੀ, ਲੋਕਾਂ 'ਚ ਜਾਣਾ ਪਊਗਾ। ਜਾਓ ਲੋਕਾਂ ਕੋਲ ਸੁਣੋ, ਮੌਜਾਂ ਵੀ ਤੁਸੀਂ ਮਾਰੀਆਂ। ਜਿਹੜੇ ਲੀਡਰ ਹੁਣ ਕਹਿੰਦੇ ਵੀ ਸਾਈਂ ਗੱਲਾਂ ਨਹੀਂ ਸੁਣਦੇ, ਤੁਸੀਂ ਬੈਠੋ ਜਾ ਕੇ, ਉਹਨਾਂ ਨੂੰ ਕੁਰਸੀਆਂ 'ਤੇ ਬਿਠਾ ਲਓ, ਆਪ ਥੱਲੇ ਬੈਠ ਜਾਓ ਵੀ ਭਾਈ ਸਾਡੇ ਕੋਲ ਗਲਤੀ ਕੀ ਹੋ ਗਈ ਆ। ਕਿਉਂਕਿ ਇਹ ਸਰਕਾਰ ਲਈ ਵੀ 6 ਮਹੀਨਿਆਂ ਤੱਕ ਲੋਕਾਂ ਦੇ ਸਵਾਲ ਕਰਨੇ ਆ। ਪੋਲਿਟਿਕਸ ਇੱਕ ਕੰਟੀਨਿਊਇੰਗ ਪ੍ਰੋਸੈਸ ਹੈ, ਅੱਜ ਇੱਕ ਉੱਤੇ ਹੁੰਦਾ, ਅੱਜ ਦੂਸਰਾ ਉੱਤੇ ਹੁੰਦਾ ਵਾ। ਤੁਸੀਂ ਇਹਨਾਂ ਦਾ ਪੋਜ਼ਿਟਿਵ ਕੰਸਟਰਕਟਿਵ ਕ੍ਰਿਟਿਸਿਜ਼ਮ ਫਾਰ ਦਾ ਸੇਕ ਆਫ ਕ੍ਰਿਟਿਸਿਜ਼ਮ ਨਹੀਂ ਹੈ ਕਿ ਤੁਸੀਂ ਉੱਥੋਂ ਆ ਜਾਓ ਜੀ, ਆਹ ਬਹੁਤ ਮਾੜਾ ਕੀਤਾ, ਬਿਜਲੀ ਨਹੀਂ ਹੋਈ, ਜਾਂ ਤੁਸੀਂ ਇਹ ਸਮਝੌਤੇ ਕਰ ਲਵੇ, ਜਾਂ ਤੁਸੀਂ ਪਾਣੀ ਨਹੀਂ ਹੋ ਰਿਹਾ ਜੀ, ਦਿੱਲੀ ਪਾਣੀ ਲੈ ਜਾਊਗਾ, ਫਲਾਨਾ ਹੋ ਜੂ। ਇਹ ਕੋਈ ਮਕਸਦ ਨਹੀਂ ਹੈਗਾ। ਤੁਹਾਨੂੰ ਸੱਥਾਂ ਜਾਣਾ ਪਊਗਾ,
ਤੁਹਾਨੂੰ ਉਹ ਬੰਦੇ ਲੱਭਣੇ ਪੈਣਗੇ ਜਿਹੜੇ ਲੋਕਾਂ ਨਾਲ ਡਾਇਲੋਗ ਕਰਨਗੇ। ਬੈਠੋ ਜਾ ਕੇ ਉਹਨਾਂ ਦੀ ਸੁਣੋ। ਅਜੇ ਵੀ ਅਕਾਲੀ ਦਲ ਦਾ ਪੋਟੈਂਸ਼ੀਅਲ ਹੈਗਾ ਜੇ ਇਹਨਾਂ ਦੀ ਲੀਡਰਸ਼ਿਪ, ਇਸ ਲੀਡਰਸ਼ਿਪ ਤੋਂ ਤਾਂ ਮੈਂ ਆਸ ਨਹੀਂ ਰੱਖਦਾ। ਜੇ ਕੋਈ ਨਵੀਂ ਲੀਡਰਸ਼ਿਪ ਇਹ ਪੈਦਾ ਕਰ ਦਿੰਦੇ ਆ, ਉਹ ਲੀਡਰਸ਼ਿਪ ਜਿਹੜੀ ਸੰਜੀਦਾ ਹੋਵੇ, ਉਹ ਲੀਡਰਸ਼ਿਪ ਜਿਹੜੀ ਹੈਗੀ ਆ ਜਿਹਦੇ 'ਚ ਇਹ ਦਮ ਹੋਵੇ ਵੀ ਮੈਂ ਕੰਮ ਕਰ ਸਕਦਾ ਵਾਂ, ਔਰ ਉਹਨਾਂ ਨੂੰ ਰੈਕਗਨਾਈਜ਼ ਕਰਨ, ਉਹਨਾਂ ਨੂੰ ਪੈਟਰੋਨਾਈਜ਼ ਕਰਨ, ਆਪ ਪਿੱਛੇ ਚੱਲ ਜਾਓ। ਜਿਹੜੀ ਲੀਡਰਸ਼ਿਪ ਦੇ ਉੱਤੇ ਲੋਕਾਂ ਨੂੰ ਨਫ਼ਰਤ ਹੈਗੀ ਆ ਉਹ ਪਿਛਲੇ ਪਾਸੇ ਚੱਲ ਜਾਓ। ਬਿਲਕੁਲ ਇਹਨਾਂ ਕੋਲ ਐਡਾ ਵੱਡਾ ਨੈਟਵਰਕ ਹੈਗਾ, ਮਤਲਬ ਅਕਾਲੀ ਦਲ ਨੂੰ ਕੋਈ ਦੁਨੀਆ 'ਚ ਡਿਫੀਟ ਕਰਨ ਵਾਲਾ ਨਹੀਂ ਹੈ। ਹਰ ਪਿੰਡ ਦੇ ਵਿੱਚ ਗੁਰਦੁਆਰਾ ਹੈਗੇ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੇ ਕੋਲ ਹੈਗੀ ਭਾਈ ਹੈ, ਉਹਦੇ ਵਿੱਚ ਉਹ ਵੀ ਤੁਹਾਡੇ ਨਾਰਾਜ਼ ਵਾ। ਮੈਨੂੰ ਲੱਗਦਾ ਵੀ 80-90% ਸ਼੍ਰੋਮਣੀ ਕਮੇਟੀ ਵਾਲਿਆਂ ਨੇ ਵੀ ਇਹਨਾਂ ਨੂੰ ਵੋਟਾਂ ਨਹੀਂ ਪਾਈਆਂ। ਉਹਨਾਂ ਨੇ ਵੀ ਜਿੱਦਣ ਇਹਨੂੰ ਘੱਟ ਸੀਟਾਂ ਆਈਆਂ ਉਹ ਭੰਗੜੇ ਪਾਏ ਉਹਨਾਂ ਨੇ। ਨਹੀਂ ਮੈਂ ਪ੍ਰੋਫੈਸਰ ਸਾਹਿਬ ਅਤ ਅਹਿਮ ਗੱਲ ਇਹ ਆ ਕਿ ਜਦੋਂ ਤੁਸੀਂ ਸ਼੍ਰੋਮਣੀ ਕਮੇਟੀ ਦੇ EMPLOYEES ਨੂੰ ਸੱਦ ਕੇ ਡਿਕਟੇਟ ਕਰੋਗੇ, ਉਹਨਾਂ ਨੂੰ ਸਾਹਮਣੇ ਬਿਠਾ ਕੇ ਕਹੋਗੇ ਕਿ ਤੇਰਾ ਬੰਦਾ ਫਲਾਣਾ ਸਾਡੇ ਨਾਲ ਨਹੀਂ ਤੁਰਦਾ, ਦੇਖ ਲਾ ਮੁਸ਼ਕਲ ਆਊਗੀ ਤੈਨੂੰ। ਤੁਸੀਂ ਆਏ ਬੰਦੇ ਨੂੰ ਮੁਹੱਬਤ ਨਾਲ ਤੇ ਤੋਰਿਆ ਹੀ ਨਹੀਂ, ਤੁਸੀਂ ਤਾਂ ਫਾਰ ਗ੍ਰਾਂਟਡ ਲਿਆ ਵੀ ਤੇਰੀ ਡਿਊਟੀ ਮੇਰੇ ਲਈ ਕੰਮ ਕਰਨਾ। ਤੇ ਬੰਦਿਆਂ ਨੇ ਫਿਰ ਕਿਹਾ ਵੀ ਚੰਗਾ ਸਤਿ ਸ੍ਰੀ ਅਕਾਲ, ਤੇਰੇ ਮੂੰਹ ਤੇ ਤਾਂ ਨਹੀਂ ਬੋਲਦੇ ਪਰ ਤੈਨੂੰ ਦੱਸਾਂਗੇ ਪਤਾ, ਤੇ ਦੱਸਤਾ। ਪਰ ਇੱਕ ਚੀਜ਼ ਜਿਹੜੀ ਮੈਨੂੰ ਲੱਗਦੀ ਹੈ ਕਿ ਇਸ ਵੇਲੇ ਜੇ ਨਿਸ਼ਕਾਮ ਤੌਰ ਤੇ ਇਹ ਲੋਕ ਜਿੱਥੇ ਵੀ ਤਕਲੀਫ ਪੈਦਾ ਹੁੰਦੀ ਹੈ ਕਿਸੇ ਨੂੰ ਵੀ, ਉੱਥੇ ਜਾ ਕੇ ਸੈਲਫਲੈਸਲੀ ਖੜੇ ਹੋ ਜਾਣ। ਉਹਨਾਂ ਲੋਕਾਂ ਲਈ ਇਹ ਨਹੀਂ ਵੀ ਕਿਸੇ ਦਾ ਮਰ ਗਿਆ ਐਮ ਬੰਦੇ ਦਾ ਤੇ ਉਹਦੇ ਭੋਗ ਤੇ ਜਾਏ, ਜਾਂ ਕਿਸੇ ਦੇ ਜਾ ਕੇ ਲਿਫਾਫਾ ਸ਼ਗਨ ਦਾ 200 ਰੁਪਏ 500 ਫੜਾਏ। ਜਿਸ ਬੰਦੇ ਨੂੰ ਸੱਚੀਓ ਲੋੜ ਆ, ਜਿਹੜਾ ਨੀਡੀ ਆ, ਉਹਦੇ ਕੋਲ ਇੰਡੀਵਿਜੂਅਲੀ ਵੀ ਜਾਣ। ਜੇ ਕਿਸੇ ਨਾਲ ਧੱਕਾ ਹੋ ਰਿਹਾ, ਜ਼ਿਆਦਤੀ ਹੋ ਰਹੀ, ਉਹਦੇ ਨਾਲ ਖਲੋਣ। ਤੇ ਦੂਜੇ ਬੰਨੇ ਸਟੇਟ ਲਈ ਜਿੱਥੇ ਲੜਨ ਦੀ ਲੋੜ ਆ, ਜਿੱਥੇ ਸਟੇਟ ਨਹੀਂ ਲੜ ਸਕਦੀ, ਸਟੇਟ ਦਾ ਮਤਲਬ ਸਰਕਾਰ ਨਹੀਂ ਲੜ ਸਕਦੀ, ਕੇਂਦਰ ਨਾਲ ਪੰਗਾ ਨਹੀਂ ਲੈ ਸਕਦੀ, ਇਹ ਆਪਣੇ ਆਪ ਨੂੰ ਸਾਬਤ ਕਰਨ ਕਿ ਅਸੀਂ ਕੇਂਦਰ ਦੇ ਸਾਹਮਣੇ ਵੀ ਖਲੋਵਾਂਗੇ। ਹੁਣ ਲੋੜ ਆ ਆਪਣੇ ਆਪ ਨੂੰ ਸਾਬਤ ਕਰਨ ਦੀ। ਪਰ ਮੈਨੂੰ ਲੱਗਦਾ ਹੈ ਕਿ ਜਿੰਨੇ ਵੱਡੇ ਕਾਰੋਬਾਰ ਹੁੰਦੇ ਆ ਉਹਨਾਂ ਜ਼ਿਆਦਾ ਡਰ ਵੀ ਪੈਦਾ ਹੁੰਦਾ। ਤੁਸੀਂ ਪਹਿਲਾਂ ਕਹਿਤਾ, ਮੇਰੇ ਖਿਆਲ ਦੇਖੋ ਬੜੀ ਸਿੱਧੀ ਗੱਲ ਆ। ਮੈਂ ਤੇ ਕੋਈ ਸਲਾਹ ਦਿੱਤੀ ਵੀ ਜਦੋਂ ਇਹ ਲਿਖਿਆ ਸੀ ਵੀ ਕਿਸਾਨਾਂ ਨੂੰ ਇਲੈਕਸ਼ਨ ਨਹੀਂ ਲੜਨੀ ਚਾਹੀਦੀ, ਕਿਸਾਨਾਂ ਨੂੰ ਸ਼ੈਡੋ ਕੈਬਨਿਟ ਤੇ ਸ਼ੈਡੋ ਲੈਜਿਸਲੇਟਿਵ ਅਸੈਂਬਲੀ ਦੇ ਮੈਂਬਰ ਬਣਾਉਣੇ ਚਾਹੀਦੇ ਆ। ਅਕਾਲੀ ਦਲ ਨੂੰ ਕੌਣ ਰੋਕਦਾ ਕਿ ਤੁਸੀਂ ਸ਼ੈਡੋ ਕੈਬਨਿਟ ਨਾ ਬਣਾਓ? ਹਾਂ, ਤੁਸੀਂ ਪੈਰਲਲ ਬਣਾਓ ਉਹਦੇ ਵਿੱਚੋਂ, ਪਰ ਕੰਸਟਰਕਟਿਵ ਜਿਹੜਾ ਉਹਦਾ ਕ੍ਰਿਟਿਸਿਜ਼ਮ ਕਰੋ, ਪੁਆਇੰਟ ਕਰੋ। ਲੋਕਾਂ ਦਾ ਧਿਆਨ ਖਿੱਚਿਆ ਜਾ ਸਕਦਾ। ਤੁਸੀਂ ਇੱਕ ਵੀ ਪੁਆਇੰਟ, ਉਹਨਾਂ ਦੀ ਗਲਤੀ ਜਿਹੜੀ ਉਹਨਾਂ ਨੇ ਕੀਤੀ ਆ ਉਹਨੂੰ ਸੁਧਾਰਨ ਦਾ ਮੌਕਾ ਦਿਓ। ਜੇ ਉਹ ਗਲਤੀ ਐਂਟੀ ਪੀਪਲ ਹੈਗੀ, ਤੁਸੀਂ ਉਸ ਪੁਆਇੰਟ ਨੂੰ ਹਾਈਲਾਈਟ ਕਰੋ ਵੀ ਅਸੀਂ ਇਦਾਂ ਸੋਚਦੇ ਹਾਂ। ਜੇ ਲੋਕੀ ਦੇ ਮਨਾਂ 'ਚ ਉਹ ਗਿਲ 'ਚ ਸਟ੍ਰਾਈਕ ਆ ਗਈ ਤੇ ਲੋਕੀ ਤੁਹਾਡੇ ਨਾਲ ਤੁਰ ਪੈਣਗੇ। ਹੁਣ ਬੇਸਿਕਲੀ ਵਿਚਾਰਧਾਰਾ ਦਾ ਹੈ ਜਿਹੜਾ ਰੋਲ ਘਟ ਗਿਆ ਹੈ। ਬਿਲਕੁਲ ਹੁਣ ਲੋਕੀ ਜਿਹੜੇ ਹੁੰਦੇ ਆ ਉਹ ਤੁਹਾਡਾ ਜਿਹੜਾ ਨਾ ਕਰੰਟ ਤੇ ਇੰਸਟੈਂਟ ਜਿਹੜੇ ਆਪਾਂ ਮੁੱਦੇ ਡਿਸਕਸ ਕਰਨੇ ਆ ਉਹਨਾਂ ਦੀ ਗੱਲ ਕਰਦੇ ਆ, ਜਾਂ ਲੋਕੀ ਇਹ ਸੋਚਦੇ ਆ ਵੀ ਕਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਲਈ ਜਿਹੜਾ ਉਹ ਸਹੀ ਹੋ ਸਕਦਾ, ਜਾਂ ਜਿਹੜਾ ਸਾਡੇ ਲਈ ਵਧੀਆ ਨਿਜ਼ਾਮ ਬਣਾ ਸਕਦਾ। ਤਾਂ ਇਹ ਆਪਣਾ ਬਣਾ ਸਕਦੇ ਆ। ਪਰ ਫਿਰ ਉਹ ਹੈਗੀ ਆ ਕਿ ਜਿਹੜੇ ਇਹਨਾਂ ਦੇ ਨਫ਼ਰਤ ਵਾਲੇ ਬੰਦੇ ਆ, ਖਾਸ ਕਰਕੇ ਜਿਹੜੇ ਟੀਵੀ ਦੇ ਉੱਤੇ ਆਣ ਕੇ ਬਾਹਾਂ ਟੰਗਦੇ ਆ, ਉਹਨਾਂ ਤੋਂ ਥੋੜਾ ਜਿਹਾ ਪਛਾਣ ਰੱਖਣ। ਬਿਲਕੁਲ। ਜਾਂ ਉਹ ਲੋਕ ਜਿਨ੍ਹਾਂ ਨੇ ਆਪਣੇ ਅਸੈਂਬਲੀ ਦੇ ਵਿੱਚ ਆਪਣੇ ਪਿਛੋਕੜ ਦੀ ਗੱਲ ਕੀਤੀ ਸੀਗੀ, ਜਾਂ ਜਿਹੜੇ ਮਾਰ ਧਾੜਾਂ ਦੀਆਂ ਗੱਲਾਂ ਕਰਦੇ, ਉਹਨਾਂ ਨੂੰ ਲਾਂਭੇ ਰੱਖ ਕੇ ਵਿਮਨ ਲੈ ਆਉਣ, ਲੇਡੀਜ਼ ਨੂੰ ਲੈ ਕੇ ਆਉਣ, ਜ਼ਿਆਦਾ ਲੇਡੀਜ਼ ਨੂੰ ਇਨਵੋਲਵ ਕਰਨ, ਉਹਨਾਂ ਦੀ ਜਿਹੜੀ ਹੈਗੀ ਆ ਖਾਸ ਕਰਕੇ ਉਹਨਾਂ ਨੂੰ ਇੰਪਾਵਰ ਕਰਨ, ਉਹਨਾਂ ਨੂੰ ਟ੍ਰੇਨਡ ਕਰਨ, ਉਹਨਾਂ ਦੀਆਂ ਵਰਕਸ਼ਾਪਸ ਲਾਉਣ। ਇਹ ਸਮੇਂ ਦੇ ਵਿੱਚ ਰਾਜਨੀਤਿਕ ਪਾਰਟੀਆਂ ਖਾਸ ਕਰਕੇ ਲੈਫਟ ਵਾਲੀਆਂ ਆਪਣੇ ਸਕੂਲਿੰਗ ਕਰਦੀ ਹੁੰਦੀ ਸੀ, ਵਰਕਸ਼ਾਪ ਲਾਉਂਦੀ ਹੁੰਦੀ ਸੀ। ਇਹਨਾਂ ਲਈ ਤਾਂ ਬਹੁਤ ਆਸਾਨ ਆ। ਤੁਹਾਡੀ ਗੱਲ ਠੀਕ ਆ ਕਿ ਦਬਕੇ ਨਹੀਂ, ਪ੍ਰੇਮ ਦੇ ਨਾਲ ਤੁਸੀਂ ਪਿੰਡ ਦੇ ਲੈਵਲ, ਅਜੇ ਵੀ ਇਹਨਾਂ ਦਾ ਪਿੰਡ ਦੇ ਵਿੱਚ ਇਹਨਾਂ ਦੀਆਂ ਧਿਰਾਂ ਬੈਠੀਆਂ ਵਾ। ਆਮ ਆਦਮੀ ਪਾਰਟੀ ਦੇ ਤੇ ਧਿਰਾਂ ਹੀ ਆ ਗਈਆਂ ਨੇ ਇੱਧਰੋਂ ਤੋਂ ਫੜ ਕੇ। ਅਕਾਲੀ ਦਲ ਦੇ ਅਜੇ ਵੀ ਹਮਦਰਦ ਬੈਠੇ। 18% ਇਹਨਾਂ ਦਾ ਵੋਟ ਸ਼ੇਅਰ ਹੈਗਾ ਵੀ ਉਹਨਾਂ ਵੋਟਾਂ ਤੇ ਪਾਈਆਂ ਨਾ ਪ੍ਰੋਫੈਸਰ। ਪਰ ਉਹਨਾਂ ਸਰ ਉਹਦੇ ਵਿੱਚ ਹੈਗਾ ਵੀ ਉਹਨਾਂ 'ਚ ਵੀ ਜਿਹੜੇ ਬੰਦੇ ਇਹਨਾਂ ਦੇ ਇਹ ਨਹੀਂ ਹੈਗੇ, ਲੋਕਾਂ ਦੀਆਂ ਨਜ਼ਰਾਂ 'ਚ ਪਿੰਡਾਂ 'ਚ ਪਤਾ ਹੁੰਦਾ ਕਿਹੜਾ ਬੰਦਾ ਸਾਊ ਆ, ਕਿਹੜਾ ਬੰਦਾ ਨਹੀਂ ਸਾਊ ਹੈ। ਜਿਹੜਾ ਬੰਦਾ ਸਾਊ ਆ, ਸ਼ਰੀਫ ਆ, ਤੁਸੀਂ ਉਹਦੀ ਧਿਰ ਬਣੋ, ਜਾ ਕੇ ਉਹਨੂੰ ਨਾਲ ਲਓ, ਉਹਨੂੰ ਤੋਰੋ। ਭਾਈ ਹੁਣ ਤੇਰਾ ਕੰਮ ਆ, ਸਾਨੂੰ ਬਹੁਤ ਵੱਡੀ ਸਜ਼ਾ ਮਿਲ ਗਈ ਆ, ਅਸੀਂ 2 ਵਾਰੀ ਬਾਹਰ ਰਹਿ ਗਏ ਆ। ਇਹ ਪੰਜਾਬ ਦੇ ਲੋਕ ਸਮਝਦੇ ਆ, ਤੁਸੀਂ ਅਸੀਂ ਵੀ ਸਮਝਦੇ ਆ ਕਿ ਰੀਜਨਲ ਪਾਰਟੀ ਦਾ ਹੋਣਾ ਸਾਡੇ ਪੰਜਾਬ ਦੇ ਸਾਡੇ ਲੋਕਾਂ ਦੇ ਹਿੱਤ ਦੇ ਵਿੱਚ ਆ। ਪਰ ਉਹ ਰੀਜਨਲ ਪਾਰਟੀ ਜਿਹੜੀ ਲੁੱਟ ਮਾਰ ਨਾ ਕਰੇ, ਉਹ ਰੀਜਨਲ ਪਾਰਟੀ ਜਿਹੜਾ ਆਪਣਾ ਟੱਬਰ ਨਾ ਪਾਲੇ, ਉਹ ਰੀਜਨਲ ਪਾਰਟੀ ਜਿਹੜੀ ਬਾਬੇ ਨਾਨਕ ਦੀ ਫਿਲਾਸਫੀ ਹੈ ਨਾ ਸਰਬੱਤ ਦੇ ਭਲੇ ਦੀ, ਉਹਦੀ ਉਹ ਫਿਲਾਸਫੀ ਦੇ ਉੱਤੇ ਚੱਲੇ। ਅਕਾਲੀ ਦਲ ਦੇ ਬੇਸਿਕ ਪ੍ਰਿੰਸੀਪਲ ਤਾਂ ਉਹ ਹੈਗੇ ਆ। ਹੋਇਆ ਕੀ ਕਿ ਨਾ ਪ੍ਰੈਕਟਿਸ ਦੇ ਵਿੱਚ ਇਹ ਉਲਟੇ ਪਾਸੇ ਵੱਲ ਚੱਲ ਗਏ, ਜਿਹਦਾ ਨਤੀਜਾ ਇਹਨਾਂ ਨੂੰ ਅੱਜ ਜਿਹੜਾ ਵਾ ਉਹ ਭੁਗਤਣਾ ਪੈ ਰਿਹਾ। ਬਦੇੜੀ ਸਾਹਿਬ, ਮੈਨੂੰ ਰਜਿੰਦਰ ਸਿੰਘ ਬਦੇੜੀ ਜਿਹੜੇ ਕਿ ਜੱਟਮਾ ਸਭਾ ਦੇ ਕਾਫੀ ਅਹਿਮ ਦੱਸੇ ਰਹੇ ਆ, ਕੈਪਟਨ ਅਮਰਿੰਦਰ ਸਿੰਘ ਦੇ ਨੇੜੇ ਰਹੇ, ਇੱਕ ਮੈਨੂੰ ਮੈਸੇਜ ਭੇਜਦੇ ਕਿ ਪੱਲਮਪੁਰ 'ਚ ਇੱਕ ਉਹ ਰਘਬੀਰ ਸਿੰਘ ਸਵਰਗੀ ਉਹਨਾਂ ਦਾ ਨਾਂ ਲੈ ਰਹੇ ਸੀਗੇ, ਜਿਨ੍ਹਾਂ ਦੇ ਅੱਜ ਕੱਲ੍ਹ ਪੁੱਤਰ ਰਘੂਜੀਤ ਸਿੰਘ ਵਿਰਕ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹੈ।
ਉਹ ਮੈਸੇਜ ਦੇ ਵਿੱਚ ਲਿਖ ਰਹੇ ਸੀ ਕਿ ਪਹਿਲੀ ਵਾਰੀ ਉੱਥੇ ਇਹਨਾਂ ਲਈ ਮੇਰੇ ਫਾਦਰ ਸਾਹਿਬ ਨੇ ਜ਼ਮੀਨ ਅਰੇਂਜ ਕਰਾਈ ਸੀਗੀ ਔਰ ਕੁਝ ਏਕੜ ਸੀ, ਤੇ ਹੁਣ ਉਹ ਕਹਿੰਦੇ ਜੀ ਇੱਥੇ ਕਾਫੀ ਵੱਡੀ ਜ਼ਮੀਨ ਵੀ ਤੇ 7 ਸਟਾਰ ਹੋਟਲ ਵੀ। ਸੋ ਲੋਕ ਜਿਹੜੇ ਉਹੋ ਜਿਹੀਆਂ ਗੱਲਾਂ ਨੂੰ ਅੱਗੇ ਵਧਾਉਂਦੇ ਆ, ਜੇ ਆਪਣੀ ਸੱਤਾ ਦੌਰਾਨ ਆਪਣੇ ਕਾਰੋਬਾਰ ਵੱਡੇ ਹੋ ਜਾਣ, ਸਟੇਟ ਦੇ ਕਾਰੋਬਾਰ ਥੱਲੇ ਚਲੇ ਜਾਣ, ਉਹ ਲੋਕ ਭੁੱਲਦੇ ਨਹੀਂ। ਮੈਂ ਤੁਸੀਂ ਪਹਿਲੀ ਗੱਲ ਕੀਤੀ ਸੀ, ਮੈਂ ਗੱਲ ਨੂੰ ਵਿਰਾਮ ਦੇਣ ਲੱਗਿਆ, ਉਹ ਗੱਲ ਕਹਿ ਕੇ ਤੁਸੀਂ ਕਿਹਾ ਕਿ ਇਹਨਾਂ ਕੋਲ ਸਾਧਨ ਨੇ। ਦੇਖੋ ਫੈਡਰੇਸ਼ਨਾਂ ਇਹਨਾਂ ਲਈ ਇੱਕ ਨਰਸਰੀ ਦਾ ਕੰਮ ਕਰਦੀਆਂ ਸੀ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਇੱਕ ਐਸੀ ਸੀ ਜਿੱਥੋਂ ਲੀਡਰਸ਼ਿਪ ਮਿਲ ਜਾਂਦੀ ਸੀ। ਆਪਾਂ ਸੱਤਾ 'ਚ ਆਉਂਦੇ ਹਾਂ, ਸਭ ਤੋਂ ਪਹਿਲਾਂ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਮਾਰਤਾ, ਆਪਾਂ ਹੋਰ ਕੁਝ ਲੈਂਦਾ। ਅਸੀਂ ਆਪਣੀਆਂ ਜੜ੍ਹਾਂ ਆਪ ਵੱਡੀਆਂ। ਜਦੋਂ ਸਾਨੂੰ ਪਤਾ ਹੈ ਕਿ ਸਾਨੂੰ ਪਿੱਛੋਂ ਜੋ ਮੁਹੱਈਆ ਹੋਣਾ ਸੀ, ਫਿਰ ਆਪਾਂ ਸਾਰੇ ਪੁੱਤ ਭਤੀਜੇ ਲਿਆਂਦੇ। ਉਹਨਾਂ ਦੀ ਕੋਈ ਸਕੂਲਿੰਗ ਥੋੜੀ ਸੀ, ਉਹ ਤਾਂ ਸੋਨੇ ਦਾ ਚਮਚਾ ਲੈ ਕੇ ਜੰਮੇ ਸੀ। ਉਹਨਾਂ ਨੇ ਪਾਰਟੀ ਨੂੰ ਉਸ ਤਰ੍ਹਾਂ ਨਹੀਂ ਸੀ ਚਲਾਉਣਾ, ਉਸ ਡੈਡੀਕੇਸ਼ਨ ਨਾਲ। ਜੇ ਪ੍ਰਧਾਨ ਆਪਣੇ ਆਪ ਨੂੰ ਵੱਡਾ ਕਰਨਾ ਚਾਹੁੰਦਾ ਸੀ ਤੇ ਉਹਨੂੰ ਸਭ ਤੋਂ ਪਹਿਲਾਂ ਸਭ ਤੋਂ ਥੱਲੇ ਦੇ ਬੰਦੇ ਅੱਗੇ ਲਿਆਉਣੇ ਚਾਹੀਦੇ ਸੀ। ਉਹਨਾਂ ਨੇ ਇਹ ਕਿਉਂ ਕੀਤਾ? ਬਾਦਲ ਸਾਹਿਬ ਨੇ ਦਾਗੀ ਬੰਦਿਆਂ ਨੂੰ ਅੱਗੇ ਕਿਉਂ ਵਧਾਇਆ? ਤਾਂ ਕਿ ਪਾਰਟੀ 'ਚ ਕੋਈ ਕਹਿਣ ਵਾਲਾ ਹੀ ਨਾ ਰਵੇ ਕਿ ਭਾਈ ਤੁਸੀਂ ਗਲਤ ਕਰ ਰਹੇ ਹੋ। ਸੋ ਇਹ ਜਿਹੜਾ ਕਲਚਰ ਸੀ, ਇਹਨੇ ਹੁਣ ਨੁਕਸਾਨ ਬਹੁਤ ਵੱਡਾ ਕਰਤਾ ਹੈ। ਹੁਣ ਅਗਲੇ ਇੱਕ ਸੈਗਮੈਂਟ 'ਚ ਅਸੀਂ ਹੋਰ ਵੀ ਗੱਲ ਕਰਾਂਗੇ, ਕਿਉਂਕਿ ਮੈਨੂੰ ਲੱਗਦਾ ਗੱਲ ਮੁੱਕੀ ਨਹੀਂ, ਇਹ ਗੱਲ ਸਿਰੇ ਨਹੀਂ ਲੱਗੀ ਅੱਜ ਕਿ ਅਕਾਲੀ ਦਲ ਰੀਜਨਲ ਪਾਰਟੀ ਵਜੋਂ ਮੁੜ ਕੇ, ਉਹ ਕੋਈ ਵੀ ਲੀਡਰ ਹੋਵੇ, ਉਹਦਾ ਇਹ ਨਹੀਂ ਕਿ ਬਾਦਲ ਪਰਿਵਾਰ ਜਾਂ ਕੋਈ ਹੋਰ ਹੋਵੇ, ਬਤੌਰ ਰੀਜਨਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਸਰੂਪ ਵਰਗਾ ਜੇ ਪੰਜਾਬ 'ਚ ਕੋਈ ਸਰੂਪ ਸਿਆਸੀ ਰੱਖਣਾ ਹੈ ਤਾਂ ਉਹਦੇ ਤੇ ਬਹਿਸ ਹੋਣੀ ਚਾਹੀਦੀ ਹੈ, ਡਿਸਕਸ਼ਨ ਚੱਲਣੀ ਚਾਹੀਦੀ ਹੈ। ਸੋ ਅਸੀਂ ਇੱਕ ਹੋਰ ਐਪੀਸੋਡ ਕਰਾਂਗੇ ਕੱਲ। ਅਸੀਂ ਆਮ ਆਦਮੀ ਪਾਰਟੀ ਦਾ ਵਿਚਾਰ ਕੀ ਹੈ, ਆਈਡੀਓਲੋਜੀ ਕੀ ਹੈ, ਜਾਂ ਕਿਹੋ ਜਿਹੀ ਹੋਵੇ, ਇਹਦੇ ਤੇ ਗੱਲ ਕਰਾਂਗੇ। ਅਕਾਲੀ ਦਲ ਵਾਲੀ ਗੱਲ ਅਸੀਂ ਇੱਕ ਅੱਧ ਦਿਨ ਬਾਅਦ ਫਿਰ ਛੇੜਾਂਗੇ। ਪ੍ਰੋਫੈਸਰ ਸਾਹਿਬ ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਧੰਨਵਾਦ।